साध संगत जी, वाहिगुरु जी का खालसा, वाहिगुरु जी की फतेह। गुरु ग्रंथ साहब जी दी चल रही लड़ीवार विचारां विच अज अंक नंबर 1057 1057 नंबर अंक को अगे पाठ करना। मारू राग विच महला तीजा दे सोलियां दे पाठ चल रहे हैं, जिस विच 13वें सोले दे 8 पदियां तक पाठ हो चुका है। जब पाठ करना, गुर सेवा ते सब किछ पाए, हूँ मैं मेरा आप गवाए, आपे कृपा करे सुख दाता, गुर कै शब्दे सोहाहे। गुर सेवा ते सब किछ पाए, हूँ मैं मेरा आप गवाए, आपे कृपा करे सुख दाता, गुर कै शब्दे सोहाहे। गुर सेवा ते गुर सेवा अखर पहलों भी कई बारी आ चुका है। गुरु की गल नूं मन लेना गुरु की सेवा है, पर मनण तो पहला गुरु को पूछ लीए, गुरु साहब की कह रहे हो, समझ लीए गुरु साहब की कह रहे हैं। ना समझ के असी करांगे ते किधरे ना किधरे भुलेखे विच या किसी ना किसी कर्म कांड नूं समझ के उस राह वाले टुर उस राह वाले पासे टुर पावांगे। गुरु साहब समझा रहे हैं, गुर सेवा ते सब किछ पाए, सब किछ, सब आनंद प्राप्त हो जाते हैं। हुण सब किछ पाए, असी सोचिए ना, सब किछ पाए, जो मांगे ठाकुर अपने ते सोई सोई देवे। जदों तक साडी सुरत, साडा मन माया दे प्रभाव हेठ हुंदा है, जदों तक साडी सुरत माया ते टिकी रहिंदी है, साडी मंगां विच पदारथ होंदे हैं, साडी मंगां विच संसार हुंदा है, साडी मंगां विच लालच होंदा है, साडी मंग जिहड़ी होंदी है विकारां दी गुलामी विच है साडी मंग। और गुरु साहब कह रहे हैं, गुर सेवा ते सब किछ पाए। गुर सेवा सानू क्लीयर हो जाएगी तो सब किछ पाए आपे क्लीयर हो जाएगा। गुरु दी सेवा, गुरु दी बाणी नाल जदों सुरत जुड़नी शुरू हुई, जदों मन गुरु दे बाणी दे नाल मनना शुरू हो गया, ते साडे मन दे विचों भुखां शांत होणियां शुरू हो गई। जदों भुखां शांत होईयां ते फिर सब किछ पाए, हुण साडी डिमांड भी बदल गई। हुण जिहड़ी साडा मन जिहड़ा है, पहले संसार मंगदा सी, पहले पदार्थ मंगदा सी, धन दौलत मंगदा सी, काम मंगदा सीगा, क्रोध मंगदा सी, लोभ मोह अहंकार मंगदा सीगा। कहंदे ने हुण जिहड़ा भुखां शांत हो गईयां, हुण मन दे विच भुख जिहड़ी है, ਉਹ सच दी भुख लग पई है, ते हुण जिहड़ा सब किछ पाए, ਉਹ ਸ਼੍ਰੋਮਣੀ ਚੀਜ਼ ਪਾ ਲੈਂਦਾ ਹੈ, ਉਹ ਵਸਤ ਪਾ ਲੈਂਦਾ ਹੈ, ਉਹ ਅੰਮ੍ਰਿਤ ਪਾ ਲੈਂਦਾ ਹੈ, ਜਿਸ ਅੰਮ੍ਰਿਤ ਦੇ ਨਾਲ ਪਾਇਆ ਆਨੰਦ ਬਣਦਾ ਹੈ, ਖੇੜਾ ਬਣਦਾ ਹੈ। ਗੁਰ ਸੇਵਾ ਤੇ ਸਭ ਕੁਝ ਪਾਏ। ਅਸੀਂ ਧਿਆਨ ਦਈਏ ਨਾ, ਜੋ ਮੰਗੇ ਠਾकुर ਆਪਣੇ ਤੇ ਸੋਈ ਸੋਈ ਦੇਵੇ। ਉਹ ਪ੍ਰਮਾਤਮਾ ਨੇ ਸਿਸਟਮ ਹੀ ਇਹੋ ਜਿਹਾ ਬਣਾਇਆ ਹੈ, ਵਿਉਂਤ ਹੀ ਇਹੋ ਜਿਹੀ ਬਣਾਈ ਹੈ। ਸਾਡੇ ਮਨ ਦੀ ਜਿਹੋ ਜਿਹੀ ਅਵਸਥਾ ਹੁੰਦੀ ਹੈ, ਸਾਡੀ ਮੰਗਾਂ ਉਸੇ ਤਰੀਕੇ ਦੀ ਹੁੰਦੀਆਂ। ਔਰ ਅਸੀਂ ਜੋ ਪ੍ਰਮਾਤਮਾ ਤੋਂ ਮੰਗਦੇ ਹਾਂ ਨਾ, ਪ੍ਰਮਾਤਮਾ ਦੇ ਹੀ ਜਾਂਦਾ ਹੈ। ਪਰ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਨਾ, ਇੰਝ ਸਮਝ ਲਈਏ ਅਸੀਂ ਲਾਈਨ ਬਦਲ ਲੈਂਦੇ। ਪਹਿਲੇ ਅਸੀਂ ਪਦਾਰਥਾਂ ਦੀ ਲਾਈਨ ਵਿੱਚ ਖੜੇ ਸੀ, ਹੁਣ ਜਿਹੜੇ ਆ ਸੱਚ ਦੀ ਲਾਈਨ ਵਿੱਚ ਖੜੇ ਹੋ ਜਾਂਦੇ। ਗੁਰੂ ਦੀ ਸੇਵਾ ਕਰਨ ਦਾ ਜਿਹੜਾ ਮਨੋਰਥ ਸਾਡਾ ਪੂਰਾ ਹੁੰਦਾ ਹੈ ਨਾ, ਸਾਡੀ ਲਾਈਨ ਬਦਲ ਜਾਂਦੀ ਹੈ। ਕਿਹੜੀ ਲਾਈਨ ਵਿੱਚ ਅਸੀਂ ਪਹਿਲੇ ਖੜੇ ਸੀ, ਪਹਿਲੇ ਝੂਠ ਦੀ ਲਾਈਨ ਵਿੱਚ ਖੜੇ ਸੀ, ਹੁਣ ਸੱਚ ਦੀ ਲਾਈਨ ਵਿੱਚ ਖੜੋ ਜਾਂਦੇ ਆ। ਗੁਰ ਸੇਵਾ ਤੇ ਸਭ ਕੁਝ ਪਾਏ, ਹਉਮੈ ਮੇਰਾ ਆਪ ਗਵਾਏ। ਨਾਲ ਅੱਗੇ ਹੀ ਕਲੀਅਰ ਕਰ ਦਿੱਤਾ, ਹਉਮੈ ਮੇਰਾ ਆਪ, 3 ਅੱਖਰਾਂ ਵਿੱਚ ਡਿਫਾਈਨ ਕੀਤਾ ਹੈ ਹਉਮੈ। ਹਉਮੈ ਜਦੋਂ ਮੈਂ ਵੱਲ ਜਾਂਦਾ ਹੈ ਨਾ, ਕਿ ਮੈਂ ਕੁਝ ਹਾਂ, ਮੈਂ ਕੁਝ ਕਰ ਸਕਦਾ, ਮੇਰੇ ਵਿੱਚ ਕੁਝ ਬਲ ਹੈ, ਮੈਂ ਬੜਾ ਅਮੀਰ ਹਾਂ, ਮੈਂ ਬੜਾ ਖੂਬਸੂਰਤ ਹਾਂ, ਤਾਂ ਆਪਾ ਭਾਵ ਵੱਧਦਾ ਹੈ। ਮੇਰਾ ਤਾਂ ਭਾਵ ਹੈ ਮੈਂ, ਮੇਰੀ ਮਮਤਾ ਵਾਲੀ ਭਾਵਨਾ, ਮੋਹ ਵਾਲੀ ਭਾਵਨਾ। ਆਪ ਜਿਹੜਾ ਹੈ, ਆਪ ਅੱਖਰ ਪਹਿਲਾਂ ਵੀ ਆਇਆ ਸੀਗਾ। ਆਪ ਅੱਖਰ ਜਿਹੜਾ ਹੈ ਉਹ ਆਤਮਾ ਲਈ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਪਰ ਆਪ ਅੱਖਰ ਜਿਹੜਾ ਹੈ ਜਦੋਂ ਹਉਮੈ ਵਾਲੀ ਸਾਈਡ ਜਾਂਦਾ ਹੈ ਤੇ ਅਹੰਕਾਰ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਤੇ ਹਉਮੈ ਮੇਰਾ ਆਪ, ਇੱਥੇ ਅਹੰਕਾਰ ਕਰਕੇ, ਜਿਹੜੇ ਮਨ ਦੇ ਵਿੱਚ ਅਹੰਕਾਰ ਬੈਠਾ ਹੈ, ਆਪਾ ਭਾਵ ਬੈਠਾ ਹੈ, मैं वाली भावना बैठी है। जब हम होते तब तू नहीं, अब तू ही मैं नहीं, हऊँ मैं मेरा आप गवाए। जदों तक सुरत
ਲਾਲਚ ਵਿੱਚ, ਵਿਕਾਰਾਂ ਦੀ ਗੁਲਾਮੀ ਵਿੱਚ ਸੀ, ਤਦ ਤੱਕ ਅੰਦਰ ਹਉਮੈ ਸੀ, ਤਦ ਤੱਕ ਮੇਰਾ ਸੀ, ਤਦ ਤੱਕ ਆਪ ਸੀ। ਔਰ ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ ਕਿ ਆਪਣਾ ਬਾਣੀ ਦੇ ਕੇ, ਅੰਮ੍ਰਿਤ ਦੇ ਕੇ ਹੁਣ ਅੰਦਰੋਂ ਜਿਹੜੀ ਹੈ ਸਾਰੀ ਮੈਲ ਧੋ ਦਿੱਤੀ, ਸਾਰੀ ਮੈਲ ਨਾਸ਼ ਕਰ ਦਿੱਤੀ। ਹਉਮੈ ਨੂੰ ਸਮਝਣਾ ਹੋਏ ਨਾ, ਇੱਕ ਛੋਟੀ ਜਿਹੀ ਕਹਾਣੀ ਸਾਂਝ ਪਾ ਕੇ ਆਪ ਜੀ ਨਾਲ ਹਉਮੈ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਕਹਿੰਦੇ ਨੇ ਇੱਕ ਵਾਰੀ ਇੱਕ ਪਿੰਡ ਵਿੱਚ ਨਾ ਖੂਹ ਵਿੱਚ ਇੱਕ ਬਿੱਲੀ ਗਿਰ ਕੇ ਮਰ ਗਈ। ਹੁਣ ਖੂਹ ਦੇ ਪਾਣੀ ਦੇ ਵਿੱਚ ਬਦਬੂ ਫੈਲਣ ਲੱਗ ਪਈ। ਹੁਣ ਲੋਕਾਂ ਨੇ ਕਿਹਾ, ਖੂਹ ਦਾ ਪਾਣੀ ਜਦੋਂ ਕੱਢਿਆ ਤੇ ਵਿੱਚ ਕਹਿੰਦੇ ਨੇ ਕਿ ਬਦਬੂ ਆ ਰਹੀ ਹੈ, ਤੇ ਕਹਿੰਦੇ ਚਲੋ ਵਿੱਚੋਂ ਪਾਣੀ ਕੱਢੀ ਜਾਓ। ਸਾਰੇ ਪਾਣੀ ਕੱਢਣਾ ਸ਼ੁਰੂ ਹੋ ਗਏ, ਬਦਬੂ ਥੋੜੀ ਜਿਹੀ ਘਟੀ, ਫਿਰ ਵੱਧ ਗਈ। ਇੱਕ ਦਿਨ ਬੀਤਿਆ, 2 ਦਿਨ ਬੀਤੇ, 3 ਦਿਨ ਬੀਤੇ, ਪਾਣੀ ਕੱਢੀ ਗਏ, ਕੱਢੀ ਗਏ, ਕੱਢੀ ਗਏ, ਬਦਬੂ ਉੱਤੇ ਦੀ ਉੱਤੇ। ਕਹਿੰਦੇ ਤੁਸੀਂ ਪਾਣੀ ਕੱਢੀ ਜਾਂਦੇ ਹੋ, ਜਿਹੜੀ ਬਿੱਲੀ ਅੰਦਰ ਮਰੀ ਹੈ ਉਹ ਵੀ ਕੱਢੀ ਹੈ, ਅਜੇ ਨਹੀਂ ਕੱਢੀ। ਬਿੱਲੀ ਦੀ ਹੈ। ਕਹਿੰਦੇ ਬਿੱਲੀ ਕੱਢੋ ਤਾਂ ਬਦਬੂ ਮੁੱਕੇਗੀ। ਇਹਨੂੰ ਅਸੀਂ ਸਮਝਣਾ ਕਰੀਏ ਨਾ, ਅਸੀਂ ਬਾਕੀ ਵਿਕਾਰਾਂ ਨੂੰ ਸ਼ਾਂਤ ਕਰਨ ਦੇ ਉੱਤੇ ਅਸੀਂ ਦੌੜਦੇ ਰਹਿੰਦੇ ਹਾਂ ਕਿ ਕਾਮ ਸ਼ਾਂਤ ਹੋ ਜਾਏ, ਕ੍ਰੋਧ ਸ਼ਾਂਤ ਹੋ ਜਾਏ, ਲੋਭ ਮੋਹ ਅਹੰਕਾਰ ਸ਼ਾਂਤ ਹੋ ਜਾਏ। ਉਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਪਾਣੀ ਕੱਢ ਰਹੇ ਹਾਂ। ਜਦੋਂ ਤੱਕ ਹਉਮੈ ਸ਼ਾਂਤ ਨਹੀਂ ਹੋਏਗੀ, ਜਦੋਂ ਤੱਕ ਹਉਮੈ ਜਿਹੜੀ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਵਸ ਵਿੱਚ ਨਹੀਂ ਆਏਗੀ, ਹਉਮੈ ਨਾਸ਼ ਨਹੀਂ ਹੋਏਗੀ, ਤਦੋਂ ਤੱਕ ਪਾਣੀ ਕੱਢਣ ਮੁਤਾਬਿਕ ਹੀ ਪਾਣੀ ਕੱਢੀ ਜਾ ਰਿਹਾ। ਫਿਰ ਬਦਬੂ ਉੱਤੇ ਦੀ ਉੱਤੇ, ਫਿਰ ਮੈਲ ਉੱਤੇ ਦੀ ਉੱਤੇ ਪਨਪਦੀ ਰਹੇਗੀ। ਤੇ ਗੁਰੂ ਸਾਹਿਬ ਕਹਿ ਰਹੇ, ਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਮੇਰਾ ਆਪ ਗਵਾਏ, ਗਵਾਈ ਗਵਾਚੀ ਜਾਂਦੀ ਹੈ। ਆਪੇ ਕਿਰਪਾ ਕਰੇ ਸੁਖ ਦਾਤਾ, ਗੁਰ ਕੈ ਸ਼ਬਦੇ ਸੋਹਾਏ। देखो फिर अखर आया, आपे कृपा करे सुख दाता। वो परमात्मा सुखां दा दाता है। कभी दुख दाता ਅਸੀਂ ਇਸਤੇਮਾਲ ਨਹੀਂ ਕੀਤਾ ਉਸ ਪਰਮਾਤਮਾ ਦੇ ਲਈ, ਕਿਉਂਕਿ ਉਹ ਦੁੱਖ ਦਿੰਦਾ ਹੀ ਨਹੀਂ। ਦੁੱਖ ਤੇ ਅਸੀਂ ਆਪਣੇ ਅੱਖਾਂ ਮੀਟਣ ਦੀ ਵਜ੍ਹਾ ਕਰਕੇ, ਸੱਚ ਵਾਲੇ ਪਾਸੋਂ ਪਿੱਠ ਕਰਨ ਦੀ ਵਜ੍ਹਾ ਕਰਕੇ ਦੁੱਖ ਅਸੀਂ ਆਪ ਪੈਦਾ ਕਰ ਲੈਂਦੇ ਆ। ਉਹ ਸੁੱਖਾਂ ਦਾ ਦਾਤਾ ਹੈ, ਹਮੇਸ਼ਾ ਹੀ ਸੁੱਖ ਦਿੰਦਾ ਹੈ। ਆਪੇ ਕਿਰਪਾ ਕਰੇ। ਉਹਨੇ ਸਿਸਟਮ ਹੀ ਐਸਾ ਬਣਾਇਆ ਹੋਇਆ। ਦੇਖੋ ਪਹਿਲਾ ਅੱਖਰ ਕਿਹੜੀ, ਪਹਿਲੀ ਪੰਕਤੀ ਕੀ ਆਈ ਹੈ, ਗੁਰ ਸੇਵਾ ਤੇ ਸਭ ਕੁਝ ਪਾਏ। ਹੁਣ ਆਪੇ ਕਿਰਪਾ ਕਰੇ ਸੁਖ ਦਾਤਾ, ਉਹਨੇ ਸਿਸਟਮ ਹੀ ਐਸਾ ਬਣਾਇਆ। ਬੀਜ ਜਦੋਂ ਸੱਚ ਦੇ ਬੋਣੇ ਕੀਤੇ, ਗੁਰ ਸੇਵਾ ਤੇ ਸਭ ਕੁਝ ਪਾਏ। ਅਸੀਂ ਕਿਰਪਾ ਨੂੰ ਅਗਰ ਸਿਸਟਮ ਸਮਝ ਲਈਏ ਨਾ, ਉਸਦੀ ਕਿਰਪਾ ਬਖਸ਼ਿਸ਼ ਹੋਈ ਹੈ। ਅਸੀਂ ਗੰਦਗੀ ਦੇ ਬੀਜ ਬੋਂਦੇ ਰਹਿੰਦੇ ਹਾਂ, ਅਸੀਂ ਝੂਠ ਦੇ ਬੀਜ ਬੋਂਦੇ ਰਹਿੰਦੇ ਹਾਂ। ਅਸੀਂ ਧਿਆਨ ਦੇਈਏ ਨਾ, ਕਦੀ ਅਸੀਂ ਅੰਬ ਦਾ ਬੀਜ ਬੋਇਆ ਤੇ ਕਦੀ ਕਿੱਕਰ ਨਹੀਂ ਉਗੇ। ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਕਿ ਕਦੀ ਅੰਬ ਦੀ ਜਗ੍ਹਾ ਸੇਬ ਹੀ ਉਗ ਪਏ ਹੋਣ। ਕਦੀ ਅੰਬ ਦਾ ਬੀਜ ਬੋਇਆ, ਅੰਬ ਹੀ ਉਗਣਗੇ। ਇਹ ਪ੍ਰਮਾਤਮਾ ਦਾ ਬਣਾਇਆ ਸਿਸਟਮ ਹੈ। ਪਰ ਅਸੀਂ ਜਦੋਂ ਕੰਡੇ ਬੋ ਦਿੰਦੇ ਹਾਂ, ਸਾਡੇ ਝੋਲੀ ਵਿੱਚ ਦੁੱਖ ਆਉਂਦੇ ਰਹਿੰਦੇ ਹਨ। ਗੁਰੂ ਸਾਹਿਬ ਕਹਿ ਰਹੇ ਨੇ, ਆਪੇ ਕਿਰਪਾ ਕਰੇ ਸੁਖ ਦਾਤਾ। ਇੱਕ ਪਾਸੇ ਧਿਆਨ ਹੋਰ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ। ਜੇ ਕੋਈ ਨਾਸਤਿਕ ਹੋਏ ਨਾ, परमात्मा ਨੂੰ ਨਾ ਮੰਨਦਾ ਹੋਏ, ਉਹ ਵੀ ਇਸ ਸਿਸਟਮ ਵਿੱਚ ਹੀ ਹੈ। ਉਹ ਸਿਸਟਮ ਤੋਂ ਬਾਹਰ ਨਹੀਂ ਹੈ, ਉਹ ਵੀ ਸਿਸਟਮ ਦੇ ਵਿੱਚ ਹੀ ਹੈ। ਆਪੇ ਕਿਰਪਾ ਕਰੇ ਸੁਖ ਦਾਤਾ, ਉਹ ਵੀ ਕਿਰਪਾ ਦੇ ਵਿੱਚ ਹੀ ਹੈ। ਭਾਵੇਂ ਉਹ ਪ੍ਰਮਾਤਮਾ ਤੋਂ ਇਨਕਾਰੀ ਹੈ, ਉਹ ਵੀ ਜਦੋਂ ਸੱਚ ਦੇ ਬੀਜ ਬੋਂਦਾ ਹੈ ਤੇ ਉਹ ਵੀ ਉਸ ਆਨੰਦ ਨੂੰ ਪਾਉਂਦਾ ਹੈ। ਆਪੇ ਕਿਰਪਾ ਕਰੇ ਸੁਖ ਦਾਤਾ, ਉਹ ਵੀ ਉਸੇ ਸਿਸਟਮ ਦੇ ਵਿੱਚ ਹੀ ਹੈ। ਜਦੋਂ ਉਹ ਕੰਡੇ ਬੋਂਦਾ ਹੈ ਤਾਂ ਵੀ ਉਹ ਕੰਡਿਆਂ ਦੀ ਪ੍ਰਾਪਤੀ ਕਰਦਾ ਹੈ। ਜਦੋਂ ਅੰਬ ਬੋਂਦਾ ਹੈ ਅੰਬ ਦੀ ਪ੍ਰਾਪਤੀ ਕਰਦਾ ਹੈ। परमात्मा ने सिस्टम ही इसी तरीके का बनाया है। गुर कह शब्दे सोहा है, गुर कह शब्दे, गुरु दे शब्द दे राही सोहा है। सोहा की है, शोभनीक हो गया। शोभनीक किस तरह हो गया, शुभ गुणों नाल भरपूर हो गया। गुर कह शब्दे सोहा है। नाल गुरु साहब ने सानू जिहड़ा है एक तरीका भी समझा दिता कि शोभनीक बनना है। ਅਸੀਂ ਦੇਖੋ ਬਹੁਤ ਧਿਆਨ ਦਿੰਦੇ ਹਾਂ, ਸਾਡਾ ਸਾਰਾ ਦਿਨ ਅਸੀਂ ਧਿਆਨ ਦਈਏ, ਅਸੀਂ ਸਾਰਾ ਦਿਨ ਆਪਣੇ ਸਰੀਰ ਬਾਰੇ ਸੋਚਦੇ ਹਾਂ। ਮੇਰੇ ਸਰੀਰ ਨੂੰ ਕੀ ਭੁੱਖ ਹੈ, ਮੈਂ ਸਰੀਰ ਨੂੰ ਸੋਹਣਾ ਕਿਸ ਤਰ੍ਹਾਂ ਬਣਾਉਣਾ ਹੈ। ਬੜੇ ਕਿਸਮ ਦੇ ਮੇਕਅਪ ਬਾਜ਼ਾਰ ਵਿੱਚ ਸਾਰੇ ਹੀ ਇਸਤੇਮਾਲ ਕਿਸੇ ਨਾ ਕਿਸੇ ਰੂਪ ਵਿੱਚ ਕਰਦੇ ਆ। ਇਸ ਸਰੀਰ ਨੂੰ ਸੋਹਣੇ ਸੋਹਣੇ ਕੱਪੜੇ ਪਾਉਂਦੇ ਆ। ਅਸੀਂ ਦੁਨੀਆ ਦੇ ਅੱਗੇ ਬਹੁਤ ਖੂਬਸੂਰਤ ਚਿਹਰਾ ਰੱਖਦੇ ਆ, ਦੁਨੀਆ ਦੇ ਅੱਗੇ ਕਿ ਅਸੀਂ ਸੋਹਣਾ ਆਪਣਾ ਰੂਪ ਦੁਨੀਆ ਨੂੰ ਦਿਖਾ ਸਕੀਏ। ਗੁਰੂ ਸਾਹਿਬ ਕਹਿ ਰਹੇ ਹਨ ਕਿ ਬਾਹਰੋਂ ਤੇ ਤੂੰ ਸੋਹਣਾ ਬਣਨ ਦੀ ਬਹੁਤ ਜ਼ਿਆਦਾ ਸਮਾਂ ਲਗਾ ਰਿਹਾ, ਆ ਤੈਨੂੰ ਮੈਂ ਅੰਦਰੋਂ ਵੀ ਸੋਹਣਾ ਬਣਾ ਦਿਆਂ।
गुर के शब्द सोहा है। ਅਸੀਂ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਕਰਦੇ ਆ ਤੇ ਅੰਦਰੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਇਤਿਆਦਿ ਗੁਣ ਪ੍ਰਗਟ ਹੋ ਜਾਂਦੇ ਹਨ। ਉਹ ਗੁਣ ਜਿਹੜੇ ਹਨ ਮਨੁੱਖ ਨੂੰ ਸ਼ੋਭਨੀਕ ਬਣਾ ਦਿੰਦੇ ਹਨ। ਉਹ ਗੁਣ ਜਿਹੜੇ ਹਨ ਮਨੁੱਖ ਨੂੰ ਸੋਹਣਾ ਖੂਬਸੂਰਤ ਬਣਾ ਦਿੰਦੇ ਹਨ। ਅੰਦਰੋਂ ਵੀ ਖੂਬਸੂਰਤ ਬਣਾ ਦਿੰਦੇ ਹਨ, ਬਾਹਰੋਂ ਵੀ ਖੂਬਸੂਰਤ ਬਣਾ ਦਿੰਦੇ ਹਨ। ਉਹਦੇ ਅੰਦਰ ਵੀ ਖੂਬਸੂਰਤੀ ਪੈਦਾ ਹੋ ਜਾਂਦੀ ਹੈ, ਉਹਦੇ ਕਰਮਾਂ ਵਿੱਚ ਵੀ ਖੂਬਸੂਰਤੀ ਪੈਦਾ ਹੋ ਜਾਂਦੀ ਹੈ। ਗੁਰ ਕੇ ਸ਼ਬਦੇ ਸੋਹਾ ਹੈ। ਜੀ ਹਰਵਿੰਦਰ ਵੀਰ ਜੀ। ਜਿਹੜੀ ਪਹਿਲੀ ਪੰਕਤੀ ਹੈ ਉਹ ਕਹਿ ਰਹੀ ਵੀ ਗੁਰ ਸੇਵਾ ਤੇ ਸਭ ਕੁਝ ਪਾਏ। ਇਹਨੂੰ ਸਮਝੋ, ਜੇ ਬੰਦਾ ਦੋ ਭਾਗ ਵਿੱਚ ਸਮਝ ਲਵੇ, ਇੱਕ ਗੁਰੂ ਦੀ ਸੇਵਾ ਸਮਝ ਲਈਏ ਕੀ ਹੈ, ਔਰ ਸਭ ਕੁਝ ਪਾਏ। ਦੋ ਪੱਖ ਕਹਿ ਰਹੀ ਹੈ ਵੀ ਸੇਵਾ ਕਰੋਗੇ तो सब कुछ मिल जाएगा। गुरु की सेवा है कि भी वो गुरु की सेवा, गुरु ਸਾਨੂੰ ਦੇਖੋ ਸਿਧਾਂਤ ਬਾਣੀ ਦਾ ਨਾ ਵੀ ਉਹ ਗੁਰੂ ਕੀ ਬਾਣੀ ਗੁਰੂ ਤੇ ਜਾਤੀ। ਗੁਰਮਤਿ ਦੇ ਸਿਧਾਂਤਾਂ ਦੀ ਜਾਣਕਾਰੀ ਕੇਵਲ ਤੇ ਕੇਵਲ ਗੁਰਬਾਣੀ ਤੋਂ ਹੀ ਲਿੱਤੀ ਜਾ ਸਕਦੀ ਹੈ, ਬਾਹਰੋਂ ਨਹੀਂ ਲਿੱਤੀ ਜਾ ਸਕਦੀ। ਦੁਨੀਆ ਨੇ ਹੋਰ ਕਿਸੇ ਚੀਜ਼ ਨੂੰ ਸੇਵਾ ਮੰਨਿਆ ਹੋਵੇ ਮੁਬਾਰਕ ਹੈ, ਲੇਕਿਨ ਗੁਰਮਤਿ ਦੀ ਕਸਵੱਟੀ ਹਮੇਸ਼ਾ ਗੁਰਬਾਣੀ ਤੋਂ ਹੀ ਲਿੱਤੀ ਜਾਏਗੀ। ਇਹ ਕਹਿੰਦੇ ਨੇ ਵੀ ਗੁਰ ਸੇਵਾ ਤੇ, ਵੀ ਗੁਰੂ ਦੀ ਸੇਵਾ ਦੇ ਨਾਲ ਮਿਲਦਾ ਸਭ ਕੁਝ ਕਿਵੇਂ? ਕਹਿੰਦੇ ਗੁਰੂ ਦੀ ਸੇਵਾ ਦੇ ਨਾਲ। ਫਿਰ ਗੁਰੂ ਦੀ ਸੇਵਾ ਕੀ ਹੈ? ਕਹਿੰਦੇ ਗੁਰ ਕੀ ਸੇਵਾ ਸ਼ਬਦ ਵਿਚਾਰ। ਇੱਕ ਹੋਰ ਥਾਂ ਤੇ ਕਹਿੰਦੇ ਨੇ ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਇੱਥੇ ਵੀ ਕਹਿੰਦੇ ਨੇ ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਜਾਂ ਇੱਕ ਹੋਰ ਥਾਂ ਤੇ ਆਂਦਾ ਹੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਕਹਿੰਦਾ ਉਹ ਮਾਨਸ ਜੋਨ ਨਾ ਆਖੀਏ ਪਸ਼ੂ ਢੋਰ ਗਵਾਰ। ਉਹ ਕਹਿੰਦਾ ਵੀ ਕੋਈ ਹੋਰ ਦੂਜਾ ਸ਼ਬਦ ਸੀ, ਉਹ ਸਰਪਨੇ ਤੁਲ ਖੜਾ ਵੀ ਉਹ ਗੁਰਮੰਤਰ ਹੀਨस्य ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਨਾ, ਉਹ ਕੂਕਰਾ ਸੂਕਰਾ, ਉਹ ਸਾਰਾ ਜਿਹੜਾ ਸੀ ਉਹ ਕਹਿੰਦਾ ਤੂੰ ਹਜੇ ਤੂੰ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੇ ਪਾਸੇ ਹੀ ਟਿਕਿਆ ਹੋਇਆ। ਗੁਰੂ ਕੀ ਸੇਵਾ ਹੈ ਕਿ ਜੇ ਅਸੀਂ ਨਾਮ ਤੋਂ ਜਿਵੇਂ ਸਪਸ਼ਟ ਹੈ ਕਿ ਅਸੀਂ ਸਿੱਖਾਂ ਤੇ ਉਹ ਗੁਰੂ ਹੈ, ਅਸੀਂ ਸਟੂਡੈਂਟ ਹਾਂ ਉਹ ਟੀਚਰ ਹੈ। ਪੜ੍ਹਾਈ ਦੀ ਵਿਚਾਰ ਨਾ ਕੀਤੀ ਨਾ, ਜੇ ਜ਼ਿੰਦਗੀ ਵਿੱਚ ਮੈਥ ਸੋਲਵ ਨਹੀਂ ਕੀਤੀ, ਮੈਥ ਸਾਡੀ ਜ਼ਿੰਦਗੀ ਅੰਦਰ ਨਹੀਂ ਜਾਏ। ਮੈਥਸ ਨੂੰ ਪ੍ਰੈਕਟਿਸ ਕਰਨ ਤੋਂ ਬਿਨਾਂ, ਪਹਿਲਾਂ ਸਮਝਣਾ ਫਿਰ ਉਸ ਨੂੰ ਪ੍ਰੈਕਟਿਸ ਕਰਨ ਤੋਂ ਬਿਨਾਂ ਮੈਥਸ ਨੂੰ ਆਪਣੇ ਜੀਵਨ ਵਿੱਚ ਲੈ ਕੇ ਜਾਣ ਦਾ ਹੋਰ ਕੋਈ ਢੰਗ ਤਰੀਕਾ ਨਹੀਂ ਹੈ। ਇਹ ਐਸਪੈਕਟ ਹੋ ਗਿਆ ਗੁਰਸੇਵਾ ਦਾ। ਵੀ ਗੁਰ ਕੀ ਸੇਵਾ ਕਹਿੰਦੇ ਸਭ ਕੁਝ ਪਾਏ। ਜ਼ਿੰਦਗੀ ਦੀ ਇੱਕ ਗੁਰਬਾਣੀ ਦੇ ਆਮ ਤੌਰ ਤੇ ਨਾ ਇੱਕ ਬਹੁਤ ਸਾਰੀ ਥਾਵਾਂ ਤੇ ਆਉਂਦਾ ਵੀ ਚਾਰ ਪਦਾਰਥ ਜੇ ਕੋਮ ਆ ਗਿਆ, ਜਾਂ ਵੀ ਚਾਰ ਪਦਾਰਥ ਲੈ ਜਗ ਆਇਆ। ਤੂੰ ਸੰਸਾਰ ਵਿੱਚ ਆਇਆ ਹੈ ਨਾ, ਵੀ ਕਹਿੰਦੇ ਵੀ ਚਾਰ ਪਦਾਰਥਾਂ ਦੀ ਪ੍ਰਾਪਤੀ ਵਾਸਤੇ। ਇੱਕ ਹੋਰ ਦੂਜੀ ਥਾਂ ਦਿੰਦੇ ਨੇ ਵੀ ਕਾਮ ਅਰਥ ਧਰਮ ਮੋਖ ਦਾ ਦਾਤਾ। ਵੀ ਉਹ ਇਹ ਚਾਰੋਂ ਪਦਾਰਥ ਨੂੰ ਜੀਵਨ ਮਿਲਣਗੇ ਕਿਵੇਂ? ਕਹਿੰਦੇ ਵੀ ਚਾਰ ਪਦਾਰਥ ਹਰ ਕੀ ਸੇਵਾ। ਤੇਰੀ ਜ਼ਿੰਦਗੀ ਅੰਦਰ ਤੇਰੀ ਸਾਰੀ ਦੌੜ ਭੱਜ ਜਿਹੜੀ ਸੀ ਨਾ, ਉਹ ਸੀ ਕਿ ਇਹ ਚਾਰ ਪਦਾਰਥ ਮੈਨੂੰ ਮਿਲ ਜਾਣ। ਕਹਿੰਦੇ ਨੇ ਇਹ ਵੀ ਮਿਲਣਗੇ ਕਿਵੇਂ? ਕਹਿੰਦੇ ਚਾਰ ਪਦਾਰਥ ਹਰ ਕੀ ਸੇਵਾ। ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਸ਼ੁਰੂ ਕਰਾਂਗੇ, ਗੁਰੂ ਦਾ ਸ਼ਬਦ ਸਾਡੇ ਜੀਵਨ ਵਿੱਚ ਚਲੇ ਜਾਏਗਾ, ਉਹ ਜਦੋਂ ਸਾਡੀ ਜੀਵਨ ਜਾਂਚ ਬਣ ਜਾਏਗਾ ਨਾ, ਫਿਰ ਬੰਦੇ ਦੀ ਜੀਵਨ ਜਾਂਚ ਕੈਸੀ ਹੋ ਜਾਂਦੀ ਹੈ? ਕਹਿੰਦਾ ਹਉਮੈ ਮੇਰਾ ਆਪ ਗਵਾਏ। ਫਿਰ ਜਿਹੜੇ ਸਾਰੇ ਵਾਈਸਸ ਨੇ ਨਾ, ਹਉਮੈ ਵਾਲਾ ਸੁਭਾਅ, ਮੇਰੀ ਉਹਨੇ ਸਾਰੇ ਆਲਮੋਸਟ ਸਿਮਿਲਰ ਨੇ। ਆਪਾ ਪਾਓ ਕਿ ਮੈਂ ਕੁਛ ਹਾਂ, ਮੇਰੀ ਗੱਲ ਸੁਣੋ, ਮੈਂ ਜੋ ਕਹਿ ਰਿਹਾ ਮੇਰੀ ਗੱਲ ਨਹੀਂ ਮੰਨਦੇ ਤੁਸੀਂ, ਮੈਂ ਤੁਹਾਨੂੰ ਕਹਿਣਾ ਪਿਆ, ਮੇਰੇ ਕੋਲ ਆਣਾ ਸੀ, ਮੈਂ ਕਰ ਦੇਣਾ ਸੀ ਤੁਹਾਡਾ। ਕਹਿੰਦੇ ਵੀ ਜਿਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ, ਉਹਨੂੰ ਸਾਰੇ ਪਦਾਰਥ, ਜਿਹੜਾ ਗੁਰੂ ਕਹਿੰਦਾ ਵੀ ਉਹ ਚਾਰ ਪਦਾਰਥ ਜੇ ਕੋ ਮਾਗੇ ਸਾਧ ਜਨਾ ਕੀ ਸੇਵਾ ਲਾਗੇ, ਚਾਰ ਪਦਾਰਥ ਲੈ ਜਗੇ ਆਇਆ। ਉਹਨੂੰ ਕਹਿੰਦਾ ਉਹਨੂੰ ਚਾਰੋਂ ਚੀਜ਼ਾਂ ਜਿਹੜੀਆਂ ਨੇ ਨਾ ਇੱਕ ਸਫਲ ਜੀਵਨ ਵਾਸਤੇ, ਕਾਮ ਅਰਥ, ਕਾਮ ਕਹਿੰਦਾ ਵੀ ਕਾਮਨਾਵਾਂ, ਸਾਰੀਆਂ ਕਾਮਨਾਵਾਂ ਦੀ ਪੂਰਤੀ। ਅਰਥ ਤੋਂ ਪਾਓ ਆਰਥਿਕ, ਅਰਥ ਮੰਤਰੀ ਆਰਥਿਕ ਪਾਓ, ਜੋ ਫਾਈਨੈਂਸਿਸ ਵੀ ਜੀਵਨ ਵਿੱਚ ਉਹਨਾਂ ਦੀ ਵੀ ਲੋੜ ਹੈ। ਵੀ ਕਾਮ ਅਰਥ ਧਰਮ ਜੀਵਨ ਜਾਚ, ਧਰਮ ਮੋਖ ਵਿਕਾਰਾਂ ਤੋਂ ਮੁਕਤੀ। ਇਹਨਾਂ ਦਾ ਦਾਤਾ ਕੌਣ ਹੈ? ਉਹ ਕਾਮ ਅਰਥ ਧਰਮ ਮੋਖ ਦਾ ਦਾਤਾ ਹੈ। ਉਹ ਕਹਿੰਦੇ ਚਾਰ ਪਦਾਰਥ ਮਿਲਣਗੇ ਕਿਵੇਂ? ਉੱਥੇ ਵੀ ਕਹਿੰਦੇ ਨੇ ਵੀ ਚਾਰ ਪਦਾਰਥ ਹਰ ਕੀ ਸੇਵਾ। ਹਾਂਜੀ, ਸਾਡੇ ਸਤਿਕਾਰਯੋਗ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਾਡੇ ਵੈਬ ਚੈਨਲ TV ਸਤਿ ਇੱਥੇ ਆਗੇ ਕਹਿੰਦੇ ਨੇ ਵੀ ਜਿੰਨੇ ਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਨਾ, ਉਹਨੇ ਆਪਣੇ ਜੀਵਨ ਵਿੱਚੋਂ ਹਉਮੈ ਔਰ ਮੇਰਾ ਭਾਵ ਜਿਹੜਾ ਹੈ, ਆਪਾ ਭਾਵ ਜਿਹੜਾ ਉਹ ਕੱਢ ਦਿੰਦਾ ਹੈ। ਕਹਿੰਦੇ ਆਪੇ ਕਿਰਪਾ ਕਰੇ ਸੁਖ ਦਾਤਾ, ਗੁਰ ਕੇ ਸ਼ਬਦੇ ਸੋਆ ਹੈ। ਜਿਸ ਨੇ ਇਹ
ਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਨਾ, ਉਹ ਕਹਿੰਦੇ ਫਿਰ ਇਹ ਉਹ ਗੁਰੂ ਜਿਹੜਾ ਸੁੱਖਾਂ ਦਾ ਦਾਤਾ ਹੈ, ਵੀ ਜਿਹਨੇ ਜੀਵਨ ਵਿੱਚ ਮੈਥਸ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਨਾ, ਉਹਨੂੰ ਵੱਡੀਆਂ ਵੱਡੀਆਂ ਗਿਣਤੀਆਂ ਉਹਨੂੰ ਕਦੀ ਡਰਾ ਨਹੀਂ ਸਕਦੀਆਂ। ਦੇਖੋ ਜਿਹੜੇ ਬੰਦੇ ਜਿਹੜੇ ਅੱਜ ਕਹਿੰਦੇ ਰੌਕਟ ਸਾਇੰਸ ਹੈ ਕਿ ਇੱਥੋਂ ਦੀ ਇਹ ਧਰਤੀ ਤੋਂ ਰੌਕਟ ਚੜਿਆ ਜਾਂਦਾ ਪਿਆ, ਉਹ ਜਾ ਕੇ ਮੂਨ ਤੇ ਲੈਂਡ ਹੁੰਦਾ ਪਿਆ, ਉਹ ਜਾਂਦਾ ਮਾਰਸ ਤੇ ਪਿਆ, ਵੀ ਉਹ ਜਿਹਨੇ ਮੈਥਸ ਨੂੰ ਪ੍ਰੈਕਟਿਸ ਕਰ ਲਿੱਤਾ। ਇਹ ਗੁਰੂ ਦੀ ਸੇਵਾ ਕੀ ਹੈ? ਸ਼ਬਦ ਦੀ ਵਿਚਾਰ ਕਰਨੀ, ਉਹਨੂੰ ਪ੍ਰੈਕਟਿਸ ਕਰਨਾ, ਆਪਣੇ ਸਿਮਰਨਾ ਕੀ ਹੈ? ਗੁਰੂ ਦੇ ਸ਼ਬਦ ਨੂੰ ਆਪਣੀ ਸਿਮਰਨ ਵਿੱਚ ਲੈ ਕੇ ਆਣਾ। ਸਹਿਜ ਵਾਲੀ ਅਵਸਥਾ ਕੀ ਹੈ? ਉਹ ਤੇਰੇ ਜਿਸਨੇ ਔਰ ਜਿਹੜੀ ਇੱਕ ਹੋਰ ਇੱਕ ਥਾਂ ਤੇ ਅਸੀਂ ਕਹਿੰਦੇ ਵੀ ਸਖੀ ਵਸੇ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ। ਵੀ ਜਿਹਨੂੰ ਇੱਕ ਵਾਰ ਮੈਥ ਸੋਲਵ ਕਰਨੀ ਆ ਗਈ ਨਾ, ਜਾਂ ਅੱਜ ਕੱਲ ਅੱਛਾ ਜਿਹੜਾ ਬੰਦਾ ਸੀ ਅਸੀਂ ਜਦੋਂ ਬੜਾ ਐਫਰਟ ਲੈ ਕੇ ਸਵਿਮਿੰਗ ਸਿੱਖਨੇ ਆ, ਬੜਾ ਤੈਰਨਾ ਸਾਨੂੰ 2 ਮਹੀਨੇ ਪਹਿਲਾਂ ਨਹੀਂ ਆਉਂਦਾ, ਮਹੀਨਾ ਬਾਅਦ ਅਸੀਂ ਬੜੀ ਕੋਸ਼ਿਸ਼ ਕਰਨੇ, ਇੱਕ ਵਾਰ ਆ ਜਾਵੇ ਨਾ ਫਿਰ ਭਾਵੇਂ ਤੁਸੀਂ 10 ਸਾਲ ਸਵਿਮਿੰਗ ਨਾ ਕਰੋ, ਫਿਰ ਜਦੋਂ ਤੁਸੀਂ 5 ਮੇ ਵੀ ਤੁਹਾਨੂੰ ਨਾਲ ਗੁਰੂ ਦੀ ਪ੍ਰੈਕਟਿਸ ਜਿਹੜੀ ਹੈ ਨਾ, ਗੁਰੂ ਤੁਹਾਨੂੰ ਸਿਮਰਨ ਵੀ ਕਹਿੰਦਾ ਪਿਆ ਵੀ ਜੇ ਮੈਥਸ ਨਹੀਂ ਸੋਲਵ ਕਰੋ 10 ਸਾਲਾਂ ਵਾਸਤੇ ਹੋ ਸਕੇ ਤੁਹਾਨੂੰ ਫਿਰ ਤੋਂ ਰਿਫਰੈਸ਼ ਕਰਨਾ ਪਵੇ, ਤਾਂ ਕਿ ਰੋਜ਼ ਸਿਮਰਨ ਕਰਦੇ ਜਾਓ, ਪਾਣੀ ਰੋਜ਼ ਪੜ੍ਹਦੇ ਜਾਓ। ਲੇਕਿਨ ਇੱਕ ਵਾਰ ਤੁਹਾਡੀ ਕੈਚ ਉਹਦੇ ਉੱਤੇ ਆ ਗਈ ਨਾ, ਉਹ ਫਿਰ ਸੁੱਖਾਂ ਦਾ ਦਾਤਾ ਬਣ ਜਾਏਗਾ। ਉਹ ਤੁਹਾਡੇ ਜੀਵਨ ਦੇ ਪ੍ਰੋਬਲਮਸ ਆਣਗੇ ਨਾ, ਤੁਸੀਂ ਫੇਸ ਕਰੋਗੇ। ਤੁਹਾਡੇ ਕੋਲ ਉਹ ਫਾਰਮੂਲੇ ਸਾਰੇ ਤੁਹਾਡੇ ਕੋਲ ਤਿਆਰ ਪਏ ਨੇ। ਗੁਰੂ ਜੋ ਤੁਹਾਨੂੰ ਅਗਵਾਈ ਕਰਦਾ ਹੈ ਉਹ ਤੁਹਾਡੇ ਕੋਲ ਤਿਆਰ ਪਈ ਹੈ। ਕਹਿੰਦੇ ਆਪੇ ਕਿਰਪਾ ਕਰੇ ਸੁਖ ਦਾਤਾ। ਇਸ ਤਰੀਕੇ ਦੇ ਨਾਲ ਉਹ ਸੁੱਖਾਂ ਦਾ ਦਾਤਾ ਹੈ, ਉਹ ਤੁਹਾਡੇ ਤੇ ਕਿਰਪਾ ਕਰਦਾ ਹੈ। ਤੇ ਗੁਰ ਕੇ ਸ਼ਬਦੇ ਸੋਹ, ਗੁਰੂ ਦੇ ਸ਼ਬਦ ਦੇ ਰਾਹੀਂ ਤੁਹਾਡਾ ਜੀਵਨ ਦਾ ਸ਼ੋਭਨੀਕ ਹੋ ਜਾਏਗਾ। ਇੱਕ ਜਿਹੜਾ ਜੀਵਨ ਹੈ ਨਾ ਬੜਾ ਗੰਦਾ ਜਿਹਾ ਜੀਵਨ, ਉਹਨਾਂ ਦੀ ਬਦਬੂ ਆਉਂਦੀ ਹੈ। ਕਈ ਬੰਦੇ ਜਿੱਥੇ ਕਿਤੇ ਬੈਠਾਂਗੇ ਨਾ, ਬਸ ਉਹ ਕਰੋੜਾਂ ਦੀਆਂ ਗੱਲਾਂ ਤੇ ਇਧਰ ਇੱਕ ਖੋਕਾ ਫਿਰਾ ਦਿਆ, ਇਧਰ ਇਹ ਕਰ ਦਿਆ, ਔਰ ਉਹ ਤਾਂ ਸਾਰੀਆਂ ਉਹਨਾਂ ਦੀ ਗੱਲਾਂ ਦੇਖੋਗੇ ਨਾ, ਉਹ ਕਿਸੇ ਗਰੀਬ ਬੰਦੇ ਨੂੰ ਬੁਲਾਉਣਗੇ। ਤਾਂ ਵੀ ਉਹ ਟਰੈਵਲਿੰਗ ਔਨ ਟ੍ਰੇਨ, ਸਾਡੇ ਨਾਲ ਕੋਈ ਰਿਲੇਟਿਵ ਸਨ, ਉਹ ਚਾਹ ਵਾਲਿਆਂ ਨੂੰ ਬੁਲਾਇਆ, ਉਹ ਵਿਚਾਰਾ ਗਰੀਬ ਜਿਹਾ ਬੰਦਾ, ਉਹ ਕਹਿੰਦਾ ਵੀ ਚਾਹੇ ਨੋਰਮਲੀ ਉਹ ਬੋਲਦੇ ਨੇ ਪੀ ਕੇ ਦੇਖੋ ਨਹੀਂ ਤਾਂ ਪੈਸਾ ਵਾਪਸ। ਉਹ ਗੰਦਾ ਜੀਵਨ ਜਿਹਾ ਹੁੰਦਾ ਨਾ, ਚਾਹ ਲਿੱਤੀ, ਇੱਕ ਘੁੱਟ ਪੀਤਾ, ਥੁੱਕ ਦਿੱਤੀ ਬਾਹਰ, ਗੰਦੀ ਹੈ ਤੇਰੀ ਚਾਹ। ਉਦੋਂ ਜਿੱਥੇ ਨਹੀਂ ਬੜਾ ਭੈੜਾ ਜਿਹਾ ਜੀ, ਅੱਛਾ ਲਾਏ ਤੋਂ ਵਾਰੀ ਕਰਨੀ, ਇਹਦੀ ਗੱਲ ਉੱਥੇ ਕਰਨੀ, ਵੀ ਉਹ ਅੱਛੇ ਬੰਦੇ ਜਿਹੜਾ ਕਾਰਜ ਬੰਦਾ ਹੋਏ ਨਾ ਉਹਨੂੰ ਖਰਾਬ ਕਰ ਦੇਣਾ, ਨਿੰਦਾ ਚੁਗਲੀ ਇੰਡਲਜ ਕਰਨਾ। ਕਹਿੰਦੇ ਨਹੀਂ, ਗੁਰੂ ਉਲਟ ਕੀ ਕਹਿੰਦਾ ਪਿਆ ਵੀ ਗੁਰੂ ਦੇ ਸ਼ਬਦ ਦੇ ਰਾਹੀਂ ਤੇਰਾ ਜੀਵਨ ਸ਼ੋਭਨੀਕ ਬਣ ਜਾਏਗਾ। ਪੀਪਲ ਵਿਲ ਵਾਂਟ ਟੂ ਸਿਟ ਇਨ ਯੋਰ ਕੰਪਨੀ। ਤੇਰਾ ਜੀਵਨ ਬਦਬੂਦਾਰ ਨਹੀਂ ਹੋਏਗਾ, ਤੇਰੇ ਜੀਵਨ ਵਿੱਚ ਖੁਸ਼ਬੂ ਆਣੀ ਸ਼ੁਰੂ ਹੋ ਜਾਏਗੀ। ਹਾਂਜੀ ਜੀ ਬਿਲकुल ਵਿਕਾਰਾਂ ਦੀ ਬਦਬੂ ਸ਼ਾਂਤ ਹੋ ਜਾਏਗੀ, ਸਮਾਪਤ ਹੋ ਜਾਏਗੀ ਤੇ ਗੁਣਾਂ ਦੀ ਖੁਸ਼ਬੂ ਜਿਹੜੀ ਹੈ ਉਹ ਪ੍ਰਗਟ ਹੋਣ ਲੱਗ ਪਏਗੀ, ਉਹ ਫੈਲਣ ਲੱਗ ਪਏਗੀ। ਜੀ ਵਿੰਦਰੀ ਭੂਆ ਜੀ। ਹਾਂਜੀ, ਗੁਰ ਸੇਵਾ ਤੇ ਸਭ ਕੁਛ ਪਾਏ, ਹਉਮੈ ਮੇਰਾ ਆਪ ਗਵਾਏ। ਦਿਨ ਪਹਿਲੇ ਵੀ ਉਹਨਾਂ ਨੇ ਕਹਿ ਦਿੱਤਾ ਕਿ ਗੁਰ ਸੇਵਾ are just all the techniques, the system, the ਸਿਧਾਂਤ, the laws। ਜਦੋਂ ਮਨ ਉਸ ਦੇ ਉੱਪਰ ਪੂਰੀ ਤਰ੍ਹਾਂ ਚੱਲਦਾ ਹੈ ਤੇ ਕੀ ਪਾਉਂਦਾ ਹੈ? ਦਾ ਗੁਣਾ ਕਾ ਹਵਾ ਬਾਸਲਾ में ਸਾਰੇ ਗੁਣ ਸਾਡੇ ਮਨ ਦੇ ਅੰਦਰ ਪ੍ਰਗਟ। ਇਹ ਮਨ ਦੀ ਗੱਲ ਕਰ ਰਹੇ ਨੇ ਕਿ ਮਨ ਜਦੋਂ ਇਹਨਾਂ ਰਸਤਿਆਂ ਤੇ ਚੱਲਦਾ, ਇੰਪਲੀਮੈਂਟ ਕਰਦਾ ਹੈ ਤੇ ਉਸ ਦੇ ਮਨ ਦੇ ਅੰਦਰ ਇਹ ਸਾਰੀਆਂ ਚੀਜ਼ਾਂ, ਜਿਤਨੇ ਵੀ ਗੁਣ ਹਨ, ਇਹ ਸਾਰੇ ਪ੍ਰਾਪਤ ਕਰਦੇ ਹੈ। ਤੇ ਗੁਣ ਹੈ ਕਿ ਉਹ ਇੱਕ ਹੀ ਹੈ, ਉਹਦਾ ਰੰਗ ਰੂਪ ਰਸ ਇੱਕ ਹੈ। ਉਸ ਇੱਕ ਦਾ ਕੀ ਹੈ? ਉਹਦੇ ਸਾਰੇ ਗੁਣ ਹੈਗੇ। ਜਦੋਂ ਇਹ ਗੁਣ ਸਾਡੇ ਮਨ ਦੇ ਅੰਦਰ ਪ੍ਰਗਟ ਹੋ ਜਾਂਦੀ ਹੈਗੀ ਹੈ, ਬਾਈ ਅਬਾਈਡਿੰਗ, ਬਾਈ ਵਾਕਿੰਗ ਔਨ ਦੈਟ ਪਾਥ, ਬਾਈ ਐਕਸਪੀਰੀਐਂਸਿੰਗ, ਤੇ ਫਿਰ ਇਹੀ ਗੁਣ ਜੋ ਇੱਕ ਹੈ, ਇਹ ਸਾਡੇ ਅੰਦਰ ਦੀ ਕੂੜ ਦੀ ਪਾਲ, ਜਿਸਨੂੰ ਅਸੀਂ ਹਉਮੈ ਮੇਰਾ ਆਪਾ ਕਹਿੰਦੇ ਆ, ਉਸਨੂੰ ਤੋੜ ਕੇ ਰੱਖ ਦਿੰਦੀ ਹੈਗੀ। ਫਿਰ ਇਹ ਜੋ ਚੀਜ਼ ਹੋ ਰਹੀ ਹੈ ਸਾਡੇ ਅੰਦਰ, ਮਨ ਦੇ ਅੰਦਰ, ਇਹ ਉਸਦੀ ਕਿਰਪਾ ਹੈ। ਦਿਸ ਇਜ਼ ਦ ਗ੍ਰੇਸ। ਇਹੀ ਉਸਦੀ ਗ੍ਰੇਸ ਹੈ, ਕਿਸ ਦੀ? ਆਪੇ ਕਿਰਪਾ ਕਰੇ ਸੁਖ ਦਾਤਾ। ਕਿਉਂਕਿ ਮਨ ਨੇ ਪੂਰੀ ਤਰ੍ਹਾਂ ਅਬਾਈਡ ਕਰ ਲਿੱਤਾ, ਮਨ ਪੂਰੀ ਤਰ੍ਹਾਂ ਉਸ ਕਮਾਈ ਦੇ ਵਿੱਚ ਚੱਲ ਪਿਆ, ਉਹਦੇ ਅੰਦਰ ਗੁਣਾ ਦਾ ਵਾਸਲਾ ਹੋ ਗਿਆ, ਹਉਮੈ ਦੀ ਮੈਲ ਟੁੱਟ ਗਈ। ਇਹ ਅਵਸਥਾ ਜੇ ਇਸ ਦੀ ਕਿਰਪਾ ਹੈ। ਔਰ ਜਿਹੜੇ ਸਾਡੇ ਅੰਦਰ ਗੁਣ ਹਨ, ਇਹੀ ਜਿਹੜੇ ਗੁਣ ਹੈਗੇ, ਇਹ ਸਾਡੇ ਪ੍ਰਗਟ ਹੋਣ ਲੱਗ ਪੈਂਦੇ ਇਨ ਐਵਰੀ ਐਕਸ਼ਨ, ਸੁਣਨ ਵਿੱਚ, ਦੇਖਣ ਵਿੱਚ, ਬੋਲਣ ਵਿੱਚ, ਚੱਲਣ ਵਿੱਚ, ਦੇ ਆਰ ਬੀਇੰਗ ਸੀਨ। ਔਰ ਇਹ ਸ਼ੋਭਨੀਤ ਹੋ ਜਾਂਦੇ ਹੈਗੇ। ਪਰ ਉਹ ਤਦ ਹੀ ਹੁੰਦਾ ਹੈ ਕਿ ਜਦੋਂ ਸਾਡਾ ਮਨ ਉਸ ਮਾਰਗ ਤੇ ਚੱਲ ਕੇ ਉਸਦੇ ਕਿਰਪਾ ਦੇ ਪਾਤਰ ਬਣ ਗਏ। ਕਿਉਂਕਿ ਸਾਡੇ ਭਾਂਡੇ ਪੁੱਠੇ ਨੇ, ਹੁਣ ਸਾਡੇ ਭਾਂਡੇ ਸਿੱਧੇ ਹੋ ਗਏ ਤੇ ਭਾਂਡੇ ਸਿੱਧੇ, ਵੀ ਆਰ ਜਸਟ ਐਂਕਰਿੰਗ ਹਿਸ ਗ੍ਰੇਸ। ਹਾਂਜੀ, ਅੱਗੇ ਜੀ ਭੂਆ ਜੀ, ਆਪ ਜੀ ਹਉਮੈ ਮੇਰਾ ਤੇ ਆਪ ਬੜਾ ਸੋਹਣਾ ਖੋਲਦੇ ਹੋ। ਥੋੜਾ ਜਿਹਾ 1-2 ਮਿੰਟ ਉਸ ਦੇ ਉੱਤੇ ਵੀ ਆਪ ਜੀ ਥੋੜਾ ਜਿਹਾ ਹੋਰ ਖੋਲ ਦਿਓ। ਦੇਖੋ, ਹਉਮੈ ਮੇਰਾ ਆਪ, ਇਹ ਇੱਕੋ ਹੀ ਐਨਰਜੀ ਹੈਗੀ ਹੈ। ਇਹ ਇੱਕੋ ਹੀ ਐਨਰਜੀ ਹੈਗੀ ਹੈ ਜਿਸ ਨੂੰ ਉਸਨੇ ਵੱਖਰੇ ਵੱਖਰੇ ਕਿਹਾ ਗਿਆ ਹੈ। ਹਉਮੈ ਮੀਨਸ ਮੈਂ, ਮੇਰਾ ਮੀਨਸ ਮੈਂ, ਔਰ ਆਪਾ ਮੀਨਸ ਕਿ ਅਸੀਂ ਆਪੇ ਨੂੰ ਗਵਾ ਦੇਣਾ,
ਆਪਣੇ ਹਉਮੈ ਨੂੰ, ਕਿਉਂਕਿ ਜਦੋਂ ਤੂੰ ਹੈ ਤੇ ਮੈਂ ਨਹੀਂ, ਜਦੋਂ ਮੈਂ ਹਾਂ ਤੇ ਤੂੰ ਨਹੀਂ, ਤੇ ਜਦੋਂ ਤੂੰ ਹੈ ਤੇ ਮੈਂ ਨਾ ਆਪਣੇ ਆਪ ਨੂੰ ਗਵਾ ਦੇਣਾ ਪਏਗਾ, ਉਸ ਮੈਂ ਨੂੰ, ਉਸ ਹਉਮੈ ਨੂੰ ਗਵਾਉਣਾ ਪਏਗਾ। ਸੋ ਹਉਮੈ ਮੇਰਾ ਆਪ has the same meaning। तो इस नु गवाण वास्ते, इस आपे नु गवाण वास्ते, इस मैं नु गवाण वास्ते, इस हौमे नु गवाण वास्ते, ये सारी एक कूड़ दी पाल दा ही किया जाता है। और इस नु खत्म करन वास्ते सानू एक दी लोड़ हैगी। और एक कित्थों आंदा, जदों असी उसदी सेवा, उस मार्ग ते चल के असी जदों उदे सिद्धांतां ते उदे कंसेप्ट्स दे उपर उसदी हाँ एक हुक्म दे अनुसार असी जदों चलदे हां ते साडे मन दे अंदर पूरी तरह उसदा ज्ञान, अखरी ज्ञान तो तत् ज्ञान विच पहुंच जाते हैं। क्योंकि ये असी वाहिगुरु वाहिगुरु जिहड़ा करदे हैगे, ये अखरी ज्ञान है। वी हैव टू रीच टू द तत् ज्ञान। तत् ज्ञान क्या है कि हाँ, नाम दा जो अर्थ है वो है होंद। होंद मतलब कि व्हाट इज द एसेंस, व्हाट इज हिज एग्जिस्टेंस, उदा तत् की है सारे गुण। जदों ये गुण साडे मन विच बैठ जांदा है तो उदा गुणां दा वासला हो जाता है। यही गुण, यही उसदी होंद, और यही एक साडे हौमे दी मैल जिहड़ी हैगी, जिस विच असी पूरी जिंदगी असी गवा दित्ती है मैं विच ही, उसनूं अपने आप ही खत्म कर देंदे। ये उसदी किरपा है। जी जी भूआ जी। भुपिंदर वीर जी ने भी ज्वाइन किया है। भुपिंदर वीर जी, अगर आवाज आ रही है आप जी प्लीज अगे विचार दे दो। वाहिगुरु जी का खालसा, वाहिगुरु जी की फतेह। वाहिगुरु की फतेह वीर जी। जी ਤੁਹਾਡਾ ਇਹ ਵਾਲਾ ਪਤਾ ਚੱਲ ਰਿਹਾ ਗੁਰ ਸੇਵਾ ਤੇ ਸਭ ਕੁਝ ਪਾਏ। जी जी वीर जी। ਹਾਂਜੀ, ਜਦੋਂ ਸਾਡੇ ਸਾਰੇ ਸਮਰਪਣ ਤੋਂ ਬਾਅਦ ਜਿਹੜੀ ਸਤਿਗੁਰ ਦੀ ਮੱਤ ਨੀਚ ਕਰ ਚ ਪ੍ਰਾਪਤ ਹੁੰਦੀ ਹੈ ਨਾ, ਉਹਨੂੰ ਜੇ ਅਸੀਂ ਫੋਲੋ ਕਰਦੇ ਹਾਂ ਤਾਂ ਜੋ ਨੀਚ ਕਰ ਅੰਦਰ ਨੂੰ ਕਹਿੰਦੇ ਆ ਨਾ, ਸਾਚੀ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਾ ਤੇਰੇ ਸਭ ਕੁਝ ਹੈ। तो ਉਹਦੇ ਘਰ ਜਿਹੜਾ ਸਭ ਕੁਝ ਹੈ ਨਾ, ਉਹ ਸਭ ਕੁਝ ਹੁੰਦਾ ਹੈ ਕਿ ਵਰਚੂਸ, ਉਹ ਸਭ ਕੁਝ ਹੁੰਦਾ ਹੈ ਸੰਤੋਖ, ਸਬਰ, ਟੋਲਰੈਂਸ, ਉਹ ਸਾਰਾ ਸਾਨੂੰ ਨਾ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਆਤਮਿਕ ਤੌਰ ਤੇ ਮਨ ਕਰਕੇ ਮਨ ਬਲਵਾਨ ਹੋ ਜਾਂਦਾ ਹੈ, ਮਨ ਰਿਚ ਹੋ ਜਾਂਦਾ ਹੈ, ਔਰ ਮਨ ਕਰਕੇ ਸਾਰੇ ਸਾਡੇ ਇੰਦਰੀ ਗਿਆਨੀ ਹੈ ਸਾਰੇ ਹਉਮੈ ਮੇਰਾ ਆਪ ਗਵਾਏ। ਕਦੋਂ? ਜਦੋਂ ਮਨ ਨੇ ਆਪਣੀ ਮਨ ਕੀ ਮੱਤ ਛੱਡੀ ਹੈ। ਮਨ ਕੀ ਮੱਤ ਛੱਡਣ ਨਾਲ ਜਦੋਂ ਅੰਗ ਵੀ ਨਾਲ ਟਿਊਨਡ ਹੋ ਗਏ ਨੇ ਤਾਂ ਅੰਗ ਵੀ ਆਪਣੀ ਆਪਣੀ ਮਨ ਮਰਜ਼ੀ ਛੱਡ। ਜਦੋਂ ਸਾਡਾ ਮਨ ਤਨ ਭੰਗ ਹੁੰਦਾ, ਟਿਊਨਡ ਨਹੀਂ ਨਾ ਹੁੰਦਾ, ਮਨ ਕੁਛ ਹੋਰ ਕਹਿੰਦਾ, ਅੱਖਾਂ ਕੁਛ ਹੋਰ ਕਹਿੰਦੀਆਂ, ਕੰਨ ਕੁਛ ਹੋਰ ਕਹਿੰਦੇ ਨੇ, ਜੀਭਾ ਕੁਛ ਹੋਰ ਕਹਿੰਦੀ ਹੈ, ਸਪਰਸ਼ ਸਾਡਾ ਕੁਛ ਹੋਰ ਕਹਿੰਦਾ ਹੈ, ਇੰਦਰੀ ਸਾਡੀ ਕੁਛ ਹੋਰ ਕਹਿੰਦੀ ਹੈ। ਸੋ ਸਾਰੇ ਟਿਊਨਡ ਹੋ ਗਏ। ਜਦੋਂ ਮਨ ਨੇ ਆਪਾ ਸਮਰਪਣ ਕੀਤਾ ਔਰ ਸਾਰੇ ਅੰਗਾਂ ਨੇ ਨਾਲ ਉਹਦੇ ਟਿਊਨਡ ਹੋ ਕੇ ਉਸਨੂੰ ਫੋਲੋ ਕੀਤਾ। ਗੁਰਸੇਵਾ ਤੇ ਸਭ ਕੁਝ ਪਾਏ। ਸਾਰਿਆਂ ਨੂੰ, ਜਿਹਨੂੰ ਅਸੀਂ ਕਹਿੰਦਾ ਨਾ, ਜਿਸ ਜਲ ਨਿਧ ਕਾਰਨ ਤੂੰ ਜਗਾਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਸੋ ਸਾਡੇ ਜਿਹੜੇ ਜਲ ਨਿਧ ਹੁੰਦਾ ਹੈ, ਜਲ ਦਾ ਖਜ਼ਾਨਾ। ਜਲ ਗੁਰਬਾਣੀ ਦੋ ਕਿਸਮਾਂ ਨਾਲ ਅਸੀਂ ਸਮਝਦੇ ਹਾਂ। ਇੱਕ ਜਲ ਹੁੰਦਾ ਹੈ ਤ੍ਰਿਸ਼ਨਾ ਦਾ ਜਲ, ਇੱਕ ਜਲ ਹੁੰਦਾ ਹੈ ਸੰਤੋਖ ਦਾ ਜਲ। ਤੋ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ, ਆਮ ਤੌਰ ਤੇ ਸ਼ਬਦ ਬੜਾ ਹੀ ਹੋਪਲੈਸ, ਹੈਲਪਲੈਸ, ਬੁਢਾਪੇ ਦੀ ਅਵਸਥਾ ਬਾਰੇ ਦੇ ਅਰਥ ਕੀਤੇ। ਜਦ ਕਿ ਬੁਢਾਪਾ ਵੀ ਕੁਦਰਤ ਦੇ ਨਿਯਮਾਂ ਵਿੱਚ ਸਾਨੂੰ ਪ੍ਰਾਪਤ ਹੋਇਆ। ਸੋ ਜੇ ਕੁਦਰਤ ਦੇ ਨਿਯਮਾਂ 'ਚ ਸਾਡਾ ਸਾਰਾ ਸਰੀਰ ਬਣਦਾ ਹੈ ਔਰ ਇਹਦੇ 'ਚ ਜਨਮ ਤੋਂ ਲੈ ਕੇ ਬੁਢਾਪੇ ਤੱਕ ਅਸੀਂ ਸਾਰਾ ਕੁਦਰਤ ਦੇ ਨਿਯਮਾਂ 'ਚ ਰਹਿੰਦੇ ਹਾਂ, ਤੇ ਅਸੀਂ ਬੁਢਾਪੇ ਨੂੰ ਇਸ ਤਰ੍ਹਾਂ ਹੋਪਲੈਸ, ਹੈਲਪਲੈਸ ਦੀ ਅਵਸਥਾ 'ਚ ਕਦੀ ਬਿਆਨ ਨਹੀਂ ਕਰਨਾ। ਤੋ ਜੇ ਅਸੀਂ ਕੁਦਰਤ ਦੇ ਨਿਯਮਾਂ ਨੂੰ ਭਾਣਾ ਕਹਿੰਦੇ ਹਾਂ, ਰਜ਼ਾ 'ਚ ਜੀਣਾ ਕਹਿੰਦੇ ਹਾਂ, ਤਾਂ ਨੈਨੋ ਨੀਰ ਬਹਿ ਤਨ ਖੀਨਾ ਪਏ ਕੇਸ ਦੁਧਵਾਨੀ, ਇਹ ਬੁਢਾਪੇ ਦੇ ਬਦਲੇ ਅਸੀਂ ਆਪਣੇ ਤੇ ਟੁਕਾਵਾਂਗੇ। ਜਦੋਂ ਮਨ ਸਤਿਗੁਰ ਦੀ ਮੱਤ ਲੈ ਲੈਂਦਾ ਹੈ ਤੇ ਨੈਨੋ ਨੀਰ ਬਹਿ, ਸਾਰਾ ਤ੍ਰਿਸ਼ਨਾ ਦਾ ਜਲ ਵਗ ਕੇ ਨਿਕਲ ਗਿਆ ਔਰ
ਸੰਤੋਖ ਦਾ ਜਲ ਪ੍ਰਾਪਤ ਹੋ ਗਿਆ। ਭੇ ਕੇਸ ਦੁਧਵਾਨੀ ਦਾ ਮਤਲਬ ਚਿੱਟੇ ਕੇਸਾਂ ਨੂੰ ਨਹੀਂ ਕਹਿੰਦੇ ਨੇ, ਭੇ ਕੇਸ ਦੁਧਵਾਨੀ ਵਿਜ਼ਡਮ ਪ੍ਰਾਪਤ ਹੋ ਗਈ। ਰੂਹ ਦਾ ਕੰਠ ਸ਼ਬਦ ਨਹੀਂ ਉਚਰੇ, ਜ਼ਬਾਨ ਹੁਣ ਭੈੜੇ ਬੋਲ ਨਹੀਂ ਬੋਲਦੀ। ਹੁਣ ਇਹ ਸਾਰੀ ਜਿਹੜੀ ਅਵਸਥਾ ਬਣਦੀ ਹੈ, ਇਹਨੂੰ ਕਹਿੰਦੇ ਨੇ ਨੌ ਨਿੱਧਾਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ। ਗੁਰ ਸੇਵਾ ਤੇ ਸਭ ਕੁਝ ਪਾਏ, और मैं मेरा आप गवाए, उन्हें आपा सरेंडर कर दिता है। आपे कृपा करे सुखदाता, गुर कै शब्दे सोहाहे। तो वो सतगुर दी मत लैके इसनूं अपने सारे अंगां नूं मन, ये जिहड़ा ऊपर भी आया ना गुर सेवा ते सब कुछ पाए तो बाद मैं मेरा आप गवाए, ये आप मन बारे है। और वही मन गवाउण तो बाद सतगुर दी मत लैण तो बाद आपे वही वाला मन है कृपा करे, ਉਹ ਕੀ ਕਰਦਾ ਹੈ, ਸਤਿਗੁਰ ਦੀ ਮਤ ਨੂੰ ਅਡਾਪਟ ਕਰਦਾ ਹੈ ਤੇ ਕਰਕੇ ਉਸ ਆਪਣੇ ਸਾਰ ਆਪ ਸੁਖੀ ਹੋ ਜਾਂਦਾ, ਅੰਗਾਂ ਨੂੰ ਸੁਖੀ ਕਰਨ ਵਾਸਤੇ ਦਿੰਦਾ ਹੈ। ਗੁਰ ਕੈ ਸ਼ਬਦ ਹੈ, ਸ਼ਬਦੇ ਸੋਹਾਏ, ਉਹ ਗੁਰੂ ਦੇ ਸ਼ਬਦ ਦੇ ਨਾਲ ਸ਼ਿੰਗਾਰ ਕਰਦਾ ਹੈ ਔਰ ਆਪਣਾ ਜੀਵਨ ਸੋਹਣਾ ਬਣਾਉਂਦਾ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ। ਜੀ 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 ਵੀਰ ਜੀ, ਆਪ ਜੀ ਨੇ ਉਸ ਸ਼ਬਦ ਨੂੰ ਨਵਾਂ ਦਿਸ਼ਾਂਤ ਦੇ ਕੇ ਬੜੀ ਖੂਬਸੂਰਤੀ ਨਾਲ ਖੋਲਿਆ, ਜਿਹੜੀ ਬੁਢਾਪੇ ਦੀ ਅਵਸਥਾ ਦੇ ਨਾਲ ਜ਼ਿਕਰ ਕੀਤਾ ਜਾਂਦਾ ਹੈ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਇਸ ਬੰਦ ਦੇ ਵਿੱਚ ਨਾ 2-3 ਵਾਰ ਸ਼ਬਦ ਆਇਆ। ਇੱਕ ਵਾਰ ਆਇਆ ਗੁਰ ਸੇਵਾ ਤੇ ਸਭ ਕੁਝ ਪਾਏ, ਤੇ ਨੀਚੇ ਫਿਰ ਆ ਰਿਹਾ ਗੁਰ ਕੈ ਸ਼ਬਦ ਹੈ ਸੋਹਾ ਹੈ। ਅਸੀਂ ਥੋੜਾ ਜਿਹਾ ਫਿਰ ਗੁਰੂ ਬਾਰੇ ਵੀ ਸਮਝ ਲਈਏ ਵੀ ਸਾਡਾ ਗੁਰੂ ਹੈ ਸਤਿਗੁਰੂ ਜੀ ਦਾ ਸ਼ਬਦ, ਜਿਸ ਨੂੰ ਇਹ ਕਹਿ ਰਹੇ ਨੇ ਗੁਰ ਕੈ ਸ਼ਬਦੇ ਸੋਹਾ ਹੈ। ਗੁਰੂ ਦਾ ਸ਼ਬਦ, ਗੁਰੂ ਸ਼ਬਦ ਰੂਪ ਵਿੱਚ ਹੀ ਸਾਡਾ ਗੁਰੂ ਹੈ, ਬਾਣੀ ਹੀ ਗੁਰੂ ਹੈ, ਸਤਿਗੁਰੂ ਜੀ ਦੀ ਵਿਚਾਰਧਾਰਾ ਹੀ ਸਾਡਾ ਗੁਰੂ ਹੈ, ਸਤਿਗੁਰੂ ਜੀ ਦੀਆਂ ਸਿੱਖਿਆਵਾਂ ਹੀ ਸਾਡਾ ਗੁਰੂ ਹੈ। ਉਸੇ ਨੂੰ ਹੀ ਹੁਕਮ ਕਹਿੰਦੇ ਔਰ ਉਸੇ ਨੂੰ ਹੀ ਨਾਮ ਆਖਦੇ ਨੇ। ਉਹ ਨਾਮ ਦਾ ਵਿਰੋਧ ਹਉਮੈ ਨਾਲ ਹੈ, ਜਿੱਥੇ ਹਉਮੈ ਟਿਕੇਗੀ ਨਾਮ ਨਹੀਂ ਆਏਗਾ। ਹੁਣ ਸਤਿਗੁਰੂ ਜੀ ਇਸ ਬੰਦ ਵਿੱਚ ਆਖ ਰਹੇ ਨੇ ਗੁਰ ਸੇਵਾ ਤੇ ਸਭ ਕੁਝ ਪਾਏ, ਲੇਕਿਨ ਥੱਲੇ ਆਖਦੇ ਨੇ ਆਪੇ ਕਿਰਪਾ ਕਰੇ ਸੁਖਦਾਤਾ। ਹੁਣ ਸਾਡਾ ਗੁਰੂ ਤਾਂ ਹੈ ਸਤਿਗੁਰੂ ਜੀ ਦੀ ਸਿੱਖਿਆਵਾਂ। ਸਿੱਖਿਆਵਾਂ ਆਪਣੇ ਆਪ ਤਾਂ ਕਿਸੇ ਤੇ ਕਿਰਪਾ ਨਹੀਂ ਨਾ ਕਰਦੀਆਂ। ਸਿੱਖਿਆਵਾਂ ਸਤਿਗੁਰੂ ਜੀ ਨੇ ਆਪਣੀ ਵਿਚਾਰਧਾਰਾ ਸਾਡੇ ਨਾਲ ਸਾਂਝ ਕੀਤੀ ਹੈ, ਸਾਨੂੰ ਬਖਸ਼ੀ ਹੈ। ਆਪਣੀ ਵਿਚਾਰਧਾਰਾ, ਸਤਿਗੁਰੂ ਜੀ ਦੀ ਵਿਚਾਰਧਾਰਾ ਕੀ ਸੀ, ਸਤਿਗੁਰੂ ਜੀ ਦੇ ਸਿਧਾਂਤ ਕੀ ਹਨ, ਸਤਿਗੁਰੂ ਜੀ ਦੀ ਸ਼ਬਦ ਕੀ ਹੈ, ਉਹ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਇਹ ਹੀ ਸਤਿਗੁਰੂ ਜੀ ਦੀ ਕਿਰਪਾ ਹੈ। ਹੁਣ ਸਾਡਾ ਮਨ ਕੀ ਕਰਦਾ ਹੈ, ਗੁਰ ਸੇਵਾ ਤੇ ਸਭ ਕੁਝ ਪਾਏ ਦਾ ਭਾਵ ਗੁਰ ਸੇਵਾ ਕੀ, ਜਦੋਂ ਸਾਡਾ ਗੁਰੂ ਹੈ ਸਤਿਗੁਰੂ ਜੀ ਦੀ ਵਿਚਾਰਧਾਰਾ, ਤੇ ਸਾਡਾ ਮਨ ਇੱਕ ਵਿਚਾਰਧਾਰਾ ਦੀ ਸੇਵਾ, ਇੱਕ ਸਿੱਖਿਆਵਾਂ ਦੀ ਸੇਵਾ ਕਿਸ ਤਰ੍ਹਾਂ ਕਰ ਸਕਦਾ ਹੈ। ਜਦੋਂ ਅਸੀਂ ਆਪਣੀ ਹਉਮੈ ਵਾਲੀ, ਪਹਿਲਾਂ ਸਾਡੇ ਮਨ ਦਾ ਸਰੂਪ ਕੀ ਸੀ, ਪਹਿਲਾਂ ਸਾਡੇ ਮਨ ਦਾ ਸਰੂਪ ਸੀ ਹਉਮੈ ਵਾਲਾ। ਮਨ ਦੇ ਵਿੱਚ ਹਉਮੈ ਟਿਕੀ, ਭਾਵ ਦੁਰਮਤ, ਮਨ ਦੀ ਮਤ, ਦੁਨਿਆਵੀ ਮਤ, ਉਹ ਮਨ ਦੇ ਵਿੱਚ ਟਿਕੀ ਹੋਈ ਸੀ ਤੇ ਮਨ ਦਾ ਉਹੀ ਸਰੂਪ ਸੀ। ਮਨ ਅਜੇ ਗੁਰ ਕੈ ਸ਼ਬਦੇ ਸੋਹਾ ਨਹੀਂ ਸੀ ਹੋ ਰਿਹਾ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗ ਰੀ ਨਹੀਂ ਸੀ। ਮਨ ਸੁੰਦਰ ਨਹੀਂ ਸੀ, ਨਾਮ ਦਾ ਮਜੀਠਾ ਰੰਗ ਵੀ ਇਹਨੂੰ ਪ੍ਰਾਪਤ ਨਹੀਂ ਸੀ। ਇਹ ਹਉਮੈ ਦੇ ਵਿੱਚ ਸੀ। ਉਹ ਜਦੋਂ ਸਾਡਾ ਮਨ ਹਉਮੈ ਨੂੰ ਛੋੜ ਕੇ, ਆਪਣੀ ਮਤ ਛੋੜ ਕੇ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਪਸੰਦ ਕਰਕੇ ਉਸ ਵਿਚਾਰਧਾਰਾ ਨੂੰ ਸਮਝਣ ਲੱਗ ਜਾਂਦਾ ਤੇ ਉਸ ਵਿਚਾਰਧਾਰਾ ਨੂੰ ਜੀਣ ਲੱਗ ਜਾਂਦਾ। ਸਤਿਗੁਰੂ ਜੀ ਜੋ ਸਾਨੂੰ ਸਿੱਖਿਆਵਾਂ ਦਿੰਦੇ ਆ, ਉਹ ਸਾਨੂੰ ਚੰਗੀਆਂ ਲੱਗਣ ਲੱਗ ਜਾਂਦੀਆਂ ਤੇ ਅਸੀਂ ਉਸ ਸਿੱਖਿਆਵਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਸੇ ਨੂੰ ਕਹਿੰਦੇ ਨੇ ਗੁਰ ਸੇਵਾ। ਇਹ ਗੁਰੂ ਦੀ ਸੇਵਾ ਸਾਡੀ ਹੋ ਰਹੀ ਹੈ। ਸਾਨੂੰ ਇਸ ਤਰ੍ਹਾਂ ਸਮਝਣਾ ਪਏ ਕਿ ਸਾਡਾ ਗੁਰੂ ਹੈ ਸਿੱਖਿਆਵਾਂ। ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ। ਸਤਿਗੁਰ ਬਚਨ ਹੈ ਸਤਿਗੁਰ। ਸਤਿਗੁਰੂ ਜੀ ਦੇ ਬਚਨਾਂ ਨੂੰ ਅਸੀਂ ਜਦੋਂ ਪਸੰਦ ਕਰਨ ਲੱਗ ਜਾਵਾਂਗੇ, ਗਾਣ ਲੱਗ ਜਾਵਾਂਗੇ ਤੇ ਆਪਣੇ ਕਰਮਾਂ ਵਿੱਚ ਵੀ ਲਿਆਵਾਂਗੇ। ਇਸੇ ਨੂੰ ਗੁਰੂ ਦੀ ਸੇਵਾ ਆਖਦੇ ਨੇ। ਸਾਡਾ ਗੁਰੂ ਕੋਈ ਸਰੀਰ ਨਹੀਂ ਹੈ ਜਿਸ ਦੀ ਅਸੀਂ ਸਰੀਰਕ ਤੌਰ ਤੇ ਕੋਈ ਸੇਵਾ ਕਰਨੀ ਹੈ। ਇਸੇ ਨੂੰ ਹੀ ਕਹਿੰਦੇ, ਜਦੋਂ ਅਸੀਂ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਅਪਣਾਉਣ ਲੱਗ ਜਾਂਦੇ ਹਾਂ, ਉਸੇ ਵਿਚਾਰਧਾਰਾ ਦੇ ਅਨੁਸਾਰ ਜੀਵਨ ਜਿਉਣ ਲੱਗ ਜਾਂਦੇ ਹਾਂ, ਸਤਿਗੁਰੂ ਦੀ ਸਿੱਖਿਆ ਦੇ ਅਨੁਸਾਰ ਸਿੱਖਿਆ ਨੂੰ ਮੰਨ ਕੇ ਆਪਣਾ ਜੀਵਨ ਬਤੀਤ ਕਰਨ ਲਈ, ਇਸੇ ਨੂੰ ਕਹਿੰਦੇ ਨੇ ਆਪੇ ਕਿਰਪਾ ਕਰੇ ਸੁਖਦਾਤਾ। ਇਹ ਮਨ ਹੁਣ ਮਨ ਸੁਖ ਦਾ ਦਾਤਾ। ਹੁਣ ਮਨ ਜੋ ਵੀ ਦਾਤਾ ਕਰ ਰਿਹਾ ਨਾ ਆਪਣੇ ਅੰਦਰ ਵਾਲੇ ਸੰਸਾਰ, ਤਨ ਰੂਪੀ ਸੰਸਾਰ ਨੂੰ,
ਉਹ ਹੁਣ ਸੁੱਖ ਹੀ ਸੁੱਖ ਵੰਡ ਰਿਹਾ। ਪਹਿਲਾਂ ਮਨ ਦੇ ਕੋਲ ਦੁੱਖ ਸੀ, ਮਨ ਦੁੱਖ ਵੰਡਦਾ ਸੀ, ਕਿਉਂਕਿ ਪਹਿਲਾਂ ਮਨ ਕੀ ਮੰਗਦਾ ਸੀ? ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਮਨ ਦੁੱਖ ਮੰਗਦਾ ਸੀ ਪਹਿਲਾਂ ਹਉਮੈ ਰੂਪ ਵਿੱਚ, ਤੇ ਮਨ ਨੂੰ ਦੁੱਖ ਪ੍ਰਾਪਤ ਹੁੰਦੇ ਸੀ, ਮਨ ਉਹੀ ਅੱਗੇ ਵੰਡਦਾ ਸੀ। ਹੁਣ ਮਨ ਨੇ ਸਤਿਗੁਰੂ ਜੀ ਦੀ ਸੇਵਾ, ਭਾਵ ਗੁਰੂ ਦੀ ਸਿੱਖਿਆਵਾਂ, ਗੁਰੂ ਦਾ ਸ਼ਬਦ ਲੈਣਾ ਸ਼ੁਰੂ ਕੀਤਾ। ਮਨ ਦੇ ਕੋਲ ਹਰ ਕੋ ਨਾਮ ਸਦਾ ਸੁਖਦਾਈ, ਨਾਮ ਹੀ ਸੁਖਦਾਈ ਹੈ, ਤੇ ਮਨ ਨੂੰ ਪ੍ਰਾਪਤ ਹੋ ਗਿਆ। ਹੁਣ ਜੋ ਪ੍ਰਾਪਤ ਹੁੰਦਾ ਨਾ ਉਹੀ ਅੱਗੇ ਵੰਡੇ ਸਕਦਾ। ਹੁਣ ਮਨ ਸੁੱਖ ਦਾ ਦਾਤਾ, ਪਹਿਲਾਂ ਇਹ ਦੁੱਖਾਂ ਦਾ ਦਾਤਾ ਸੀ, ਜਿਹੜਾ ਆਪਾਂ ਕਹਿੰਦੇ ਨਾ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋ ਫਲ ਲਾਏ। ਗੁਰਬਾਣੀ ਵਿੱਚ ਨਾ ਬਿਰਖ ਤਨ ਨੂੰ ਵੀ ਆਖਦੇ ਨੇ, ਕਹਿੰਦੇ ਨੇ ਇਹ ਤਨ ਬਿਰਖ ਰਾਮ ਨਾਮ ਫਲ ਪਾਏ ਕੋਈ। ਗੁਰਬਾਣੀ ਤਨ ਨੂੰ ਹੀ ਬਿਰਖ ਆਖਦੀ ਹੈ ਤੇ ਸੰਸਾਰ ਨੂੰ ਵੀ ਬਿਰਖ ਆਖਦੀ ਹੈ। ਕਹਿੰਦੇ ਸੰਸਾਰ ਬਿਰਖ ਕੋ ਦੋ ਫਲ ਆਏ, ਤੇ ਇੱਕ ਜਗ੍ਹਾ ਕਹਿੰਦੀ ਹੈ ਇਹ ਨਾਨਕ ਇਹ ਤਨ ਬਿਰਖ। ਇਸ ਦਾ ਭਾਵ ਗੁਰਬਾਣੀ ਸਾਡੇ ਤਨ ਨੂੰ ਹੀ ਸੰਸਾਰ ਆਖਦੀ ਹੈ। ਦੇਖੋ ਦੁਬਾਰਾ ਮੈਂ ਇਸ ਤੁਕ ਬੋਲ ਦੇਣਾ ਸੀ, ਬੜੇ ਧਿਆਨ ਦੇ ਨਾਲ ਸ਼ਰਵਣ ਕਰਨੀ ਹੈ ਤੁਕ। ਇੱਕ ਜਗ੍ਹਾ ਗੁਰਬਾਣੀ ਆਖਦੀ ਹੈ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋ ਫਲ ਲਾਏ, ਤੇ ਦੂਸਰੀ ਜਗ੍ਹਾ ਆਖਦੇ ਨੇ ਨਾਨਕ ਇਹ ਤਨ ਬਿਰਖ ਰਾਮ ਨਾਮ ਫਲ ਪਾਏ ਕੋਈ। ਤਨ ਨੂੰ ਹੀ ਬਿਰਖ ਆਖਦੀ ਹੈ ਤੇ ਸੰਸਾਰ ਨੂੰ ਹੀ ਬਿਰਖ ਆਖਦੀ ਹੈ। ਤੇ ਭਾਵ ਗੁਰਬਾਣੀ ਦਾ ਸੰਸਾਰ, ਗੁਰਬਾਣੀ ਇਸ ਤਨ ਨੂੰ ਸੰਸਾਰ ਆਖਦੀ ਹੈ। ਇਸ ਤਨ ਦਾ ਰਾਜਾ ਕੌਣ ਹੈ? ਮਨ। ਮਨ ਦਾ ਸੰਸਾਰ ਇਹ ਤਨ, ਤਨ ਨੂੰ ਹੀ ਗੁਰਬਾਣੀ ਸੰਸਾਰ ਆਖਦੀ ਹੈ। ਇਹ ਤਨ ਨੂੰ ਹੀ ਬਿਰਖ ਆਖਦੀ ਤੇ ਸੰਸਾਰ ਨੂੰ ਹੀ ਬਿਰਖ ਆਖਦੀ। ਹੁਣ ਦੇਖੋ ਇੱਥੇ ਦੇਖੋ, ਮਨ ਨੂੰ ਸੁੱਖ ਦਾ ਫਲ ਲੱਗਿਆ, ਰਾਮ ਨਾਮ ਫਲ ਪਾਏ ਕੋਈ। ਜਦੋਂ ਮਨ ਨੂੰ ਕਹਿੰਦੇ ਨੇ ਇਹ ਤਨ ਬਿਰਖ, ਮਨ ਨੇ ਇਸ ਬਿਰਖ ਦੇ ਵਿੱਚ ਕੀ ਬੀਜਿਆ ਸੀ? ਨਾਮ ਦਾ ਬੀਜ ਬੋਇਆ। ਇਹਨੂੰ ਫਲ ਕਿਹੜਾ ਪ੍ਰਾਪਤ ਹੋਇਆ? ਅੰਮ੍ਰਿਤ ਦਾ। ਇਹਨੂੰ ਫਲ ਕਿਹੜਾ ਪਾਇਆ? ਨਾਮ ਰੂਪੀ ਸੁੱਖਾਂ ਦਾ। ਤੇ ਇਹ ਹੁਣ ਉਹ ਫਲ ਹੀ ਅੱਗੇ ਦਾਤਾ ਵੰਡ ਰਿਹਾ। ਕਿਉਂ? ਕਿਉਂਕਿ ਇਹਦਾ ਜਿਹੜਾ ਤਨ ਬਿਰਖ ਸੀ, ਇਹਨੇ ਨਾਮ ਦਾ ਬੀਜ ਬੀਇਆ ਸੀ। ਅੱਛਾ, ਹੁਣ ਇੱਕ ਹੋਰ ਗੱਲ, ਜਦੋਂ ਮਨ ਨੇ ਗੁਰੂ ਦੀ ਸੇਵਾ ਕੀਤੀ ਤਾਂ ਇਸ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋਇਆ, ਤੇ ਗੁਰੂ ਦੇ ਸ਼ਬਦ ਨਾਲ ਇਹ ਸੋਹਣਾ ਬਣ ਗਿਆ, ਸੁੰਦਰ ਬਣ ਗਿਆ, ਜਿਸ ਨੂੰ ਆਖਦੇ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗ ਦੀ। ਨਾਮ ਮਜੀਠ ਰੂਪੀ ਨਾਮ ਦੇ ਨਾਲ ਇਹ ਸੋਹਣਾ ਬਣ ਗਿਆ, ਸੋਹਣਾ ਬਣ ਗਿਆ। ਫਿਰ ਵੀ ਮਨ ਕੀ ਆਖ ਰਿਹਾ ਹੈ? ਹਉਮੈ ਗਵਾ ਕੇ ਜਿਹੜਾ ਮਨ ਸੋਹਣਾ ਬਣ ਗਿਆ ਨਾ, ਫਿਰ ਵੀ ਉਹ ਕਹਿੰਦਾ ਮੈਂ ਨਹੀਂ ਸੋਹਣਾ ਬਣਿਆ। ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕਹਿੰਦੇ ਨੇ ਇਹ ਜਿਹੜਾ ਮੇਰਾ ਲਫ਼ਜ਼ ਆ ਰਿਹਾ ਨਾ ਹਉਮੈ ਦੇ ਨਾਲ ਮੇਰਾ, ਇਹ ਜੋ ਮਨ ਨੂੰ ਹੁਣ ਜੋ ਪ੍ਰਾਪਤੀ ਹੋਈ ਹੈ ਨਾ, ਇਹ ਪ੍ਰਾਪਤੀ ਨੂੰ ਵੀ ਉਹ ਆਪਣਾ ਨਹੀਂ ਕਹਿ ਰਿਹਾ। ਕਹਿੰਦਾ ਜੋ ਮੈਨੂੰ ਹੁਣ ਪ੍ਰਾਪਤ ਹੋਇਆ ਨਾ, ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਅਸੀਂ ਉਹਦਾ ਮਾਣ ਵੀ ਗਵਾਉਣਾ ਵੈ। ਹਉਮੈ ਤਾਂ ਗਈ, ਨਾਮ ਪ੍ਰਾਪਤ ਹੋਇਆ, ਨਾਮ ਪ੍ਰਾਪਤ ਹੋਇਆ। ਫਿਰ ਵੀ ਦੇਖੋ ਇਹ ਜਿਤਨੇ ਮਹਾਂਪੁਰਸ਼ਾਂ ਦੇ ਨਾਂ ਤੇ ਬਾਣੀ, ਇਹਨਾਂ ਨੇ ਪਤਾ ਕੀ ਆਖਿਆ? ਜਦੋਂ ਇਹਨਾਂ ਦੇ ਅੰਦਰ ਸਤਿਗੁਰੂ ਜੀ ਪ੍ਰਗਟ ਹੋਏ, ਨਾਮ ਦਾ ਪ੍ਰਕਾਸ਼ ਹੋਇਆ, ਫਿਰ ਵੀ ਇਹਨਾਂ ਨੇ ਇਹ ਨਹੀਂ ਕਿਹਾ ਵੀ ਹੁਣ ਮੈਂ ਬੋਲਿਆ। ਕਹਿੰਦੇ ਨਹੀਂ, ਹੂੰ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੋ। ਇਹ ਬਾਣੀ ਮਹਾਂਪੁਰਖ ਕੀ, ਭਾਵ ਅਸੀਂ ਆਪਣਾ ਉਹ ਆਪਾ ਭਾਵ ਇਹ ਵੀ ਗਵਾ ਦੇਣਾ ਕਿ ਜੋ ਸਾਨੂੰ ਪ੍ਰਾਪਤ ਹੋਇਆ ਸ਼ਬਦ, ਉਸ ਨੂੰ ਵੀ ਅਸੀਂ ਐਵੇਂ ਕਹਿਣਾ ਕਿ ਇਹ ਮੈਂ ਨਹੀਂ ਬੋਲ ਰਿਹਾ, ਇਹ ਸਤਿਗੁਰੂ ਦੇ ਆਪ ਹੀ, ਸਤਿਗੁਰੂ ਜੀ ਆਪ ਹੀ ਬੋਲ ਰਹੇ ਨੇ। ਉਹ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀ। ਇਹ ਸਤਿਗੁਰੂ ਜੀ ਹੀ ਬੋਲ ਰਹੇ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਜੋ ਗੁਰੂ ਦਾ ਸ਼ਬਦ ਵੀ ਪ੍ਰਾਪਤ ਹੋਇਆ ਹੈ, ਜਿਸ ਕਰਕੇ ਮਨ ਸੁੰਦਰ ਹੋ ਰਿਹਾ ਹੈ, ਅਸੀਂ ਉਹ ਭਾਵ ਵੀ, ਮੇਰਾ ਭਾਵ ਵੀ ਗਵਾ ਦੇਣਾ ਵੀ ਜੋ ਪ੍ਰਾਪਤੀ ਹੋਈ ਹੈ ਸਤਿਗੁਰੂ ਜੀ, ਇਹ ਵੀ ਤੁਹਾਡੀ ਕਰਕੇ ਹੈ। ਤੁਸੀਂ ਹੀ ਆਏ ਹੋ, ਤੁਸੀਂ ਹੀ ਜੋ ਬੋਲ ਰਹੇ ਹੋ, ਤੁਸੀਂ ਜੋ ਦਾਤਾ ਵੰਡ ਰਹੇ ਹੋ, ਤੁਸੀਂ ਹੀ ਵੰਡ ਰਹੇ ਹੋ। ਅਸੀਂ ਇਹ ਭਾਵ ਵੀ ਗਵਾਉਣਾ ਹੈ। ਸਤੋ ਗੁਣੀ ਵਿੱਚ ਵੀ ਅਸੀਂ ਇਹ ਅਵਸਥਾ ਛੋੜ ਕੇ ਅਸੀਂ ਇਸ ਤੋਂ ਵੀ ਅੱਗੇ ਜਾਣਾ ਹੈ, ਭਾਵ ਅਸੀਂ ਮੇਰੇ ਵਾਲਾ ਭਾਵ ਵੀ ਆਪਣੇ ਅੰਦਰ ਨਹੀਂ ਲੈ ਕੇ ਆਉਣਾ। ਹਾਂਜੀ जी जी सुखिंदर जी। गुर का शब्द अमृत है बाणी, अनदिन हर का नाम बखानी। हर हर सच्चा वसै घट अंतर, सो घट निर्मलता है। गुर का शब्द अमृत है बाणी, कहते गुरु का शब्द अमृत है बाणी, गुरु दे बोल अमृत हैं। ਅੰਮ੍ਰਿਤ ਕੀ ਹੈ? ਅੰਮ੍ਰਿਤ, ਅੰਮ੍ਰਿਤ ਤੋਂ ਭਾਵ ਹੈ ਗੁਰੂ ਦੇ ਸ਼ਬਦ ਨਾਲ ਜੁੜਿਆ ਆਤਮਕ ਮੌਤ ਨਹੀਂ ਹੁੰਦੀ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅਨਦਿਨ ਹਰ ਕਾ ਨਾਮ ਵਖਾਣੀ। ਔਰ ਜਿੱਦਾਂ ਮਨ ਇਹਨੂੰ ਬੋਲਾਂ ਨਾਲ ਭਿੱਜ ਜਾਂਦਾ ਹੈ,
ਅਨ ਦਿਨ ਹਰ ਕਾ ਨਾਮ ਵਖਾਣੀ, ਫਿਰ ਹਰ ਵਕਤ ਉਹ ਹਰੀ ਦੇ ਨਾਮ ਨੂੰ ਉਚਾਰਦਾ ਰਹਿੰਦਾ ਹੈ। ਅਸੀਂ ਧਿਆਨ ਦਈਏ ਨਾ, ਮਨ, ਬਚ, ਕਰਮ, ਤਿੰਨ ਗੱਲਾਂ ਆਉਂਦੀਆਂ ਬਾਰ-ਬਾਰ। ਕੇਵਲ ਜ਼ਬਾਨੀ ਨਹੀਂ ਉਚਾਰ ਰਿਹਾ, ਉਸਦੇ ਮਨ ਦੇ ਵਿੱਚ ਵੀ ਗੁਰੂ ਦਾ ਸ਼ਬਦ ਵਸ ਗਿਆ, ਮਨ ਕਰਕੇ ਵੀ ਉਹ ਬੋਲ ਰਿਹਾ ਹੈ। ਅਸੀਂ ਧਿਆਨ ਦਈਏ ਨਾ, ਅਸੀਂ ਜਿਹੜੇ ਬੀਜ ਬੋਂਦੇ ਆ ਨਾ, ਸਿਰਫ ਕਰਮਾਂ ਕਰਕੇ ਨਹੀਂ ਬੋਲਦੇ। ਸਾਡੇ ਬੀਜ ਜਿਹੜੇ ਬੋਏ ਜਾਂਦੇ ਹਨ, ਸਾਡੇ ਅਲਫਾਜ਼ ਵੀ ਬੀਜ ਬੋਲਦੇ ਹਨ, ਸਾਡਾ ਮਨ ਵੀ ਬੀਜ ਬੋਲਦਾ ਹੈ, ਸਾਡੇ ਕਰਮ ਵੀ ਬੀਜ ਬੋਲਦੇ ਹਨ। ਮਨ, ਬਚ, ਕਰਮ, ਤਿੰਨ ਚੀਜ਼ਾਂ ਦਾ ਜ਼ਿਕਰ ਆਉਂਦਾ ਨਾ, ਤੇ ਅਲਫਾਜ਼ ਵੀ ਮਿੱਠੇ ਹੋ ਜਾਂਦੇ ਹਨ, ਮਨ ਵੀ ਸੱਚ ਨਾਲ ਦ੍ਰਿੜ ਹੋ ਜਾਂਦਾ ਹੈ, ਤੇ ਕਰਮ ਵੀ ਸੱਚ ਦੇ ਕਰਮ ਕਰਨ ਲੱਗ ਪੈਂਦੇ ਹਨ। ਅੰਦਿਨ ਹਰ ਕਾ ਨਾਮ ਵਖਾਣੀ, ਪਾਓ ਮਨ, ਬਚ, ਕਰਮ ਦੇ ਰਾਹੀਂ ਹਰੀ ਦਾ ਨਾਮ ਉਚਰਨ ਲੱਗ ਪੈਂਦਾ ਹੈ, ਸੱਚ ਦੀ ਰਾਹ ਦੇ ਉੱਤੇ ਕਾਰ ਵਿਹਾਰ ਕਰਨ ਲੱਗ ਪੈਂਦਾ ਹੈ। ਹਰ ਹਰ ਸੱਚਾ ਵਸੇ ਘਟ ਅੰਤਰ, ਸੋ ਘਟ ਨਿਰਮਲਤਾ ਹੈ। ਕਹਿੰਦੇ ਨੇ ਫਿਰ ਹਰੀ ਦਾ ਹਰ ਹਰ ਸੱਚਾ ਵਸੇ ਘਟ ਅੰਤਰ, ਗੁਰੂ ਦੇ ਬੋਲ ਉਸਦੇ ਅੰਦਰ ਵਸ ਜਾਂਦੇ ਹਨ, ਗੁਰੂ ਦੇ ਬੋਲ ਉਸਦੇ ਅੰਦਰੋਂ ਪ੍ਰਗਟ ਹੋ ਜਾਂਦੇ ਹਨ, ਗੁਰੂ ਦੇ ਬੋਲ ਉਸਦੇ ਕਰਮਾਂ ਦੇ ਰਾਹੀਂ ਪ੍ਰਗਟ ਹੋਣ ਲੱਗ ਪੈਂਦੇ ਹਨ। ਘਟ ਅੰਤਰ ਤੋਂ ਪਾਵੇ ਉਸਦੇ ਮਨ ਦੇ ਵਿੱਚ ਵਸ ਜਾਣਾ, ਉਸਦੇ ਹਿਰਦੇ ਵਿੱਚ ਵਸ ਜਾਣਾ। ਹਰ ਹਰ ਸੱਚਾ ਵਸੇ ਘਟ ਅੰਤਰ, ਸੋ ਘਟ ਨਿਰਮਲ ਤਾਹਾ ਹੈ। ਕਹਿੰਦੇ ਨੇ ਫਿਰ ਉਹ ਮਨ ਨਿਰਮਲ ਤਾਹਾ ਹੈ, ਨਿਰਮਲ ਤੋਂ ਪਾਵੇ, ਮਲ ਤੋਂ ਰਹਿਤ, ਤਾਹਾ ਤੋਂ ਪਾਵੇ। ਉਸਦਾ ਮਨ ਫਿਰ ਪਵਿੱਤਰ ਹੋ ਜਾਂਦਾ ਹੈ, ਮਲ ਤੋਂ ਰਹਿਤ ਹੋ ਜਾਂਦਾ ਹੈ। ਸਾਡਾ ਪਹਿਲੇ ਜਿਹੜਾ ਅੱਜ ਦਾ ਪਹਿਲਾ ਪਦਾ ਆਇਆ ਸੀ, ਸਭ ਕੁਝ ਪਾਏ, ਤੇ ਇੱਥੇ ਕਹਿ ਰਹੇ ਹਨ ਸੋ ਘਟ ਨਿਰਮਲਤਾ ਹੈ। ਇਹ ਮਨ ਨਿਰਮਲ ਹੋ ਜਾਣਾ ਹੀ ਸਭ ਕੁਝ ਪਾ ਲੈਣਾ। ਮਨ ਵਿਕਾਰਾਂ ਤੋਂ ਉੱਪਰ ਉੱਠ ਗਿਆ, ਮਨ ਮੈਲ ਤੋਂ ਰਹਿਤ ਹੋ ਗਿਆ, ਮਨ ਆਨੰਦਿਤ ਹੋ ਗਿਆ, ਮਨ ਨੇ ਸੱਚ ਨੂੰ ਪਾ ਲਿਆ, ਮਨ ਨੂੰ ਸਭ ਕੁਝ ਪਾ ਲਿਆ, ਮਨ ਹੁਣ ਮਲ ਤੋਂ ਰਹਿਤ ਹੋ ਗਿਆ। ਜੀ ਅਰਵਿੰਦਰ ਵੀਰ ਜੀ। ਇੱਥੇ ਵੀ ਜਿਹੜਾ ਬਈ ਗੁਰੂ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਬਈ ਜੇ ਕੋਈ ਚੀਜ਼ ਐਸੋ ਜਿਹੜਾ ਪਹਿਲਾ ਸ਼ਬਦ ਕਿਹਾ ਸੀ ਵੀ ਗੁਰ ਸੇਵਾ ਤੇ ਸਭ ਕੁਝ ਪਾਏ, ਵੀ ਬਾਣੀ ਦੇ ਵਿਚਾਰ ਦੇ ਰਾਹੀਂ ਤੇਰੇ ਜੀਵਨ ਵਿੱਚ ਜੋ ਬਦਲਾਅ ਆਏਗਾ ਤੇ ਜੋ ਪ੍ਰਾਪਤੀਆਂ ਹੋਣੀਆਂ ਨੇ, ਤੇ ਕਹਿੰਦੇ ਨੇ ਗੁਰੂ ਕਾ ਸ਼ਬਦ ਉਹ ਹੀ ਅੰਮ੍ਰਿਤ ਹੈ। ਇਹ ਬਾਣੀ ਅੰਮ੍ਰਿਤ ਅਸੀਂ ਉਹ ਕਹਿੰਦੇ ਪਏ ਵੀ ਫਿਜ਼ੀਕਲ ਡੈਥ ਤੇ ਜਿਹੜੀ ਹੈ ਉਹ ਤਾਂ ਸਾਰਿਆਂ ਨੂੰ ਆਣੀ ਹੈ। ਜੋ ਦਿਸੇ ਸੋ ਸਕਲ ਬਿਨਾਸੇ, ਜਿਉਂ ਬਾਦਰ ਕੀ ਛਾਇਆ, ਜੋ ਪੈਦਾ ਹੋਇਆ ਉਹਨੇ ਤੇ ਜਾਣਾ ਹੀ ਜਾਣਾ ਹੈ। ਲੇਕਿਨ ਗੁਰੂ ਜਿਹੜਾ ਕਹਿੰਦਾ ਵੀ ਜਿਉਂਦਿਆਂ ਜੀ ਆਤਮਕ ਮੌਤ ਜਿਹੜਾ ਹੈ ਨਾ, ਜਿਹੜਾ ਤੂੰ ਨਾ ਮਰ ਜਾਈਂ, ਤੇ ਉਹਦੇ ਵਾਸਤੇ ਅੰਮ੍ਰਿਤ ਦਾ ਕੰਮ ਕੌਣ ਕਰੇਗਾ? ਇਹ ਬਾਣੀ ਕਰੇਗੀ, ਗੁਰੂ ਦਾ ਸ਼ਬਦ ਕਰੇਗਾ। ਦੇਖੋ ਕਹਿੰਦੇ ਵੀ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ। ਜੋ ਗੁਰੂ ਤੁਹਾਨੂੰ ਦਿੰਦਾ ਨਾ, ਉਹਦੇ ਜੋ ਗੁਰੂ ਨੂੰ ਚੰਗਾ ਗੁਰੂ ਤੁਹਾਨੂੰ ਦਿੰਦਾ ਹੀ ਉਹ ਜੀਵਨ ਜਾਚ ਹੈ, ਜਿਹਦੇ ਨਾਲ, ਕਿਉਂਕਿ ਇਹ ਸਾਰਾ ਮਾਲਕ ਦਾ ਖੇਡ। ਕਈ ਵਾਰ ਅਸੀਂ ਪੁੱਤਾਂ ਨੂੰ ਪੜ੍ਹ ਕੇ ਆਉਂਦੇ ਪਏ ਕਿ ਵੀ ਉਹ ਉਸ ਮਾਲਕ ਨੇ ਖੇਲ ਬਣਾਇਆ ਹੋਇਆ ਹੈ, ਅੰਦਰ ਜਿਹੜਾ ਮਨ ਜਿਹੜਾ ਹੈ ਉਹ ਪਰਮਾਤਮਾ ਦੀ ਅੰਸ਼ ਜਿਹੜਾ ਆਇਆ ਹੋਇਆ ਹੈ ਉਹ ਗੁਰੂ ਕੋਲ ਜਾਂਦਾ ਪਿਆ। ਵਿਕਾਰ ਵੀ ਇਹਦੇ ਅਸੀਂ ਸੰਸਾਰ ਵਿੱਚ ਨੇ, ਤੇ ਵਿਕਾਰਾਂ ਦਾ ਹਮਲਾ ਹਮੇਸ਼ਾ ਬਣਿਆ ਰਹਿਣਾ ਹੈ। ਤੇ ਉਹ ਕਹਿੰਦੇ ਵੀ ਲੇਕਿਨ ਜਿਹੜਾ ਗੁਰੂ ਦੇ ਗਿਆਨ ਨੂੰ ਸਿਮਰ ਲੇਗਾ, ਕਹਿੰਦੇ ਸਰਪਨੀ ਕਹਾਂ ਕਰੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਨੀ ਖਾਈ। ਕਿਉਂਕਿ ਕਹਿੰਦਾ ਵੀ ਇਹ ਵਿਕਾਰ ਬੜੇ ਔਖੇ ਨੇ, ਬੜਾ ਜੀਵਨ ਇਸ ਤੋਂ ਬਚਣਾ। ਕਹਿੰਦਾ ਜਿਹਨੂੰ ਗੁਰੂ ਕੋਲੋਂ ਮੱਤ ਮਿਲ ਗਈ, ਜਿਹੜਾ ਅੱਛੇ ਟੀਚਰ ਕੋਲ ਜਾਣਾ ਸ਼ੁਰੂ ਹੋ ਗਿਆ, ਉਹਦੇ ਵਾਸਤੇ ਪ੍ਰੋਬਲਮ ਸੋਲਵ ਕਰਨੇ ਕੋਈ ਬਹੁਤ ਔਖਾ ਕੰਮ ਜਾਂ ਨਹੀਂ ਰਹਿ ਜਾਂਦਾ। ਇਹ ਗੁਰੂ ਦਾ ਸ਼ਬਦ ਹੀ ਮਾਨੋ ਤੁਹਾਡੇ ਵਾਸਤੇ ਅੰਮ੍ਰਿਤ ਦਾ ਕੰਮ ਕਰਦਾ ਹੈ। ਜਿਹੜਾ ਇਹ ਗੁਰੂ ਦਾ ਸ਼ਬਦ ਹੈ ਨਾ, ਵੀ ਤੁਸੀਂ ਆਤਮਕ ਤੌਰ ਤੇ ਤੁਹਾਡੇ ਤੇ ਜਿਕਨ ਸਮਾਂ ਬਣਨਾ ਹੈ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੇ ਜੇ ਮਰੈ। ਵੀ ਜੇ ਤੂੰ ਪੁੱਤਰ ਨੂੰ ਪ੍ਰਮੋਟ ਕਰਦੇ ਵਾਸਤੇ ਹੋਰ 10 ਬੰਦਿਆਂ ਨੂੰ, ਜਿਹੜਾ 10 ਬੱਚਿਆਂ ਨੂੰ ਉਹਨਾਂ ਦਾ ਬਣਨ ਦਾ ਹੱਕ ਨਹੀਂ ਦਿੰਦਾ, ਜੋ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ, ਉਹ ਖਿੱਚ ਲੈਣਾ ਵੇ। ਵੀ ਉਹ ਅੰਤ ਕਾਲ ਜੋ ਇਸਤਰੀ ਸਿਮਰੈ, ਉਹ ਆਪਣੀ ਜਨਾਨੀ ਦੇ ਆਖੇ ਲੱਗ ਕੇ ਤੂੰ ਮਾਂ ਪਿਓ ਦੀ ਬਣਨ ਦੀ ਦੇਖਭਾਲ ਨਹੀਂ ਕਰਦਾ, ਭਰਾਵਾਂ ਨਾਲ ਧੋਖਾ ਕਰਨਾ ਹੈ, ਇਹਦੇ ਕਾਰਨ ਤੂੰ ਮਰ ਜਾਣਾ, ਆਤਮਕ ਮੌਤ ਮਰ ਜਾਣਾ। ਅੰਤ ਕਾਲ ਨੂੰ ਇਸਤਰੀ ਸਿਮਰੈ ਐਸੀ ਚਿੰਤਾ ਮੇ ਜੇ ਮਰੇ। ਲੇਕਿਨ ਗੁਰੂ ਦਾ ਸ਼ਬਦ ਤੈਨੂੰ ਮਰਨ ਨਹੀਂ ਦੇਗਾ। ਗੁਰੂ ਦੀ ਬਾਣੀ ਤੈਨੂੰ ਆਤਮਕ, ਜੇ ਤੂੰ ਇਹਨੂੰ ਬਾਣੀ ਨੂੰ ਸਿਮਰਦਾ ਰਿਹਾ, ਜੇ ਇਹ ਬਾਣੀ ਤੇਰੇ ਜੀਵਨ ਦਾ ਸਹਿਜ ਬਣ ਗਈ, ਇਹ ਤੈਨੂੰ ਮਰਨ ਨਹੀਂ ਦੇਗੀ। ਜਦੋਂ ਤੇਰਾ ਮਨ ਉਸ ਪਾਸੇ ਪ੍ਰੇਰਿਤ ਹੋਏਗਾ ਨਾ, ਇਹ ਤੂੰ ਸਿਮਰਨ ਕਰਨਾ ਹੀ ਤੇ ਆਈ ਸੀ। ਅਸੀਂ ਸਿਮਰਨ ਕਰ ਦਿੱਤਾ, ਰੈਸੀਟੇਸ਼ਨ। ਕਈ ਵਾਰ ਕਿਸੇ ਬੰਦੇ ਦਾ ਜੇ ਐਕਸੀਡੈਂਟ ਹੋ ਜਾਵੇ ਨਾ, ਕਿ ਕਈਆਂ ਦੀ ਯਾਦਾਸ਼ਤ ਖੋ ਜਾਂਦੀ ਹੈ, ਅਸੀਂ ਨਾਰਮਲੀ ਵਰਡਸ ਵਿੱਚ ਕੀ ਕਹਿੰਦੇ ਆ, ਇਨਕੀ ਸਮਰਨ ਸ਼ਕਤੀ ਚਲੇ ਗਈ, ਉਹ ਹੁਣ ਰਿਕਾਲ ਨਹੀਂ ਕਰ ਪਾ ਰਿਹਾ, ਜੋ ਉਹਦੇ ਜ਼ਿੰਦਗੀ ਵਿੱਚ ਬੀਤਿਆ ਸੀ ਉਹਨੂੰ ਰਿਕਾਲ ਨਹੀਂ ਕਰ ਪਾ ਰਿਹਾ। ਤੇ ਗੁਰੂ ਕਹਿ ਰਿਹਾ ਵੀ ਜੋ ਗੁਰੂ ਦੇ ਸਿਧਾਂਤ ਪੜ੍ਹਨਾ ਸੁਣਨ ਨਾ, ਇਹਨੂੰ ਗੁਰੂ ਦੀ ਸੇਵਾ ਵੀ ਕਿਉਂ ਕਰ, ਵਿਚਾਰ ਕਿਉਂ ਕਰ, ਤੇਰੇ ਜੀਵਨ ਵਿੱਚ ਪੱਕੇ ਹੋ ਜਾਣ।
ਕਿਉਂਕਿ ਕੋਈ ਵੀ ਚੀਜ਼ ਪ੍ਰੈਕਟਿਸ ਦੇ ਨਾਲ ਹੀ ਪੱਕੀ ਹੁੰਦੀ ਹੈ। ਇਹ ਕਹਿੰਦੇ ਇਹਨੂੰ ਵੀ ਇਹ ਹੀ ਤੇਰੇ ਜੀਵਨ ਦਾ ਮਨ ਨੂੰ ਅੰਮ੍ਰਿਤ ਹੈ। ਜੇ ਇਸ ਸਿਧਾਂਤਾਂ ਨੂੰ ਆਪਣੇ ਜੀਵਨ ਦੀ ਅਗਵਾਈ ਬਣਾ ਲਿੱਤੀ, ਫਿਰ ਤੂੰ ਸਮੇਂ ਜਿਹੜਾ ਕਹਿੰਦਾ ਜਿਹੜਾ ਮਰਨਾ ਹੈ ਨਾ, ਲੜਕੇ ਸਿਮਰ ਕਹਿੰਦੇ, ਫਿਰ ਕਹਿੰਦੇ ਤੂੰ ਕਰੇਗਾ ਕੀ, ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ। ਜਦੋਂ ਤੇਰੇ ਜੀਵਨ ਦੇ ਫੈਸਲੇ ਕਰਨ ਵਾਲੇ ਸਮੇਂ ਆ ਜਾਣਗੇ ਨਾ, ਤੂੰ ਫਿਰ ਇਹਨਾਂ ਨੂੰ ਅੱਗੇ ਨਹੀਂ ਰੱਖੇਗਾ ਵੀ ਉਹ ਕਹਿੰਦੇ ਫਿਰ ਤੂੰ ਰੱਬੀ ਸਿਧਾਂਤ ਨੂੰ ਅੱਗੇ ਰੱਖੇਗਾ। ਇਹ ਰੱਬੀ ਸਿਧਾਂਤ ਨੂੰ ਮਰਨ ਨਹੀਂ ਦੇਗਾ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਅੰਮ੍ਰਿਤ ਹੈ ਪੌਦੇ ਨੂੰ ਉਹ ਅੰਮ੍ਰਿਤ ਪੀਵੇ ਅਮਰ ਸੋ ਹੋਵੇ। ਜਿਹੜੇ ਸਿਧਾਂਤ ਜਿਹਦੇ ਜੀਵਨ ਵਿੱਚ ਚਲੇ ਗਏ, ਉਹ ਉਹਨੂੰ ਆਤਮਕ ਤੌਰ ਤੇ ਮਰਨ ਨਹੀਂ ਦੇਣਗੇ। ਐਸਾ ਬੰਦਾ ਕਹਿੰਦਾ ਅਨਦਿਨ ਹਰਿ ਕਾ ਨਾਮ ਵਖਾਣੀ, ਉਹ ਹਮੇਸ਼ਾ ਰੱਬ ਦਾ ਨਾਮ ਉਚਾਰਦਾ ਰਹੇਗਾ, ਉਹਦੀ ਵਿਆਖਿਆ ਸਹਿਤ ਉਹਨੂੰ ਸਮਝਣ ਦੀ ਕੋਸ਼ਿਸ਼ ਕਰੇਗਾ। ਬਈ ਇਹ ਚੰਗੀ ਤਰ੍ਹਾਂ ਖੋਲ ਕੇ ਨਾ, ਕਿਉਂਕਿ ਗੁਰਬਾਣੀ ਦੇ ਬਹੁਤ ਸਾਰੇ ਐਸਪੈਕਟਸ ਨੇ। ਜਦੋਂ ਅਸੀਂ ਇਵਨ ਨਾਰਮਲ ਜੀ ਵੀ ਜਦੋਂ ਅਸੀਂ ਕਿਸੇ ਕਲਾਸ ਵਿੱਚ ਵੀ ਜਾਂਦੇ ਹਾਂ ਨਾ, ਸਾਨੂੰ ਜੇ ਮੈਥ ਸਿਖਾਈ ਜਾ ਰਹੀ ਹੈ ਨਾ, ਸਾਨੂੰ ਇਤਨੇ ਪਰਸਪੈਕਟਿਵਸ ਤੋਂ ਗੱਲ ਕੀਤੀ ਜਾਂਦੀ, ਸਾਡੇ ਦਿਮਾਗ ਦੇ ਪਹਿਲਾਂ ਸਵਾਲ ਆਉਂਦੇ ਵੀ ਨਹੀਂ। ਅਸੀਂ ਕੋਈ ਚੀਜ਼ ਸਿੱਖ ਲਿੱਤੀ, ਅਸੀਂ ਟ੍ਰਿਗਨੋਮੈਟਰੀ ਸਿੱਖ ਲਿੱਤੀ, ਹੁਣ ਸਾਨੂੰ ਬਹੁਤ ਸਾਰੇ ਸਵਾਲ ਜਿਹੜੇ ਨਾ, ਫਿਰ ਟੀਚਰ ਸਾਨੂੰ ਆਪ ਕੋ ਸਵਾਲ ਵੀ ਕੱਢ ਕੇ ਦਿੰਦਾ। ਫਿਰ ਕਹਿੰਦਾ ਅੱਛਾ ਇਹ ਦੇਖੋ ਇੱਥੇ ਤੁਸੀਂ ਇਹ ਕਿੰਨਾ ਅਪਲਾਈ ਕਰੋਗੇ, ਇਹ ਵਾਲਾ ਫਾਰਮੂਲਾ ਤੇ ਇਹ ਕਿੰਨਾ ਅਪਲਾਈ ਕਰ ਸਕਦੇ ਹੋ। ਵੀ ਉਹ ਜਿਹੜਾ ਬਾਣੀ ਨੂੰ ਖੋਲ ਕੇ ਵਿਚਾਰ, ਕਿਉਂਕਿ ਗੁਰੂ ਦੀ ਸੇਵਾ ਹੈ ਹੀ ਸ਼ਬਦ ਦੀ ਵਿਚਾਰ। ਤੇ ਜਿਹੜਾ ਬੰਦਾ ਜਿਹੜਾ ਉਹ ਜਿਹਦੇ ਜੀਵਨ ਵਿੱਚ ਬਾਣੀ ਰੂਪੀ ਅੰਮ੍ਰਿਤ ਚਲੇ ਜਾਂਦਾ ਹੈ, ਸ਼ਬਦ ਰੂਪੀ ਅੰਮ੍ਰਿਤ ਚਲੇ ਜਾਂਦਾ ਹੈ, ਉਹ ਵਿਕਾਰਾਂ ਦੇ ਮੋਤੋਂ ਘੜੀ ਮਰਦਾ ਨਹੀਂ। ਉਹ ਹਮੇਸ਼ਾ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਉਹ ਉਚਾਰਦਾ ਰਹਿੰਦਾ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕਹਿੰਦਾ ਹਰ ਸਾਚਾ ਵਸੈ ਘਾਟੇ ਅੰਦਰ, ਉਹਦੇ ਅੰਦਰ ਉਹ ਅਸੀਂ ਕਹਿ ਲਓ ਨਾਮ ਸਰੂਪ ਪਰਮਾਤਮਾ, ਹੁਕਮ ਸਰੂਪ ਜਿਹੜਾ ਰੱਬ ਹੈ, ਵੀ ਉਹ ਅਸੀਂ ਕਈ ਵਾਰ ਕਈ ਵਿਚਕਾਰ ਸ਼ਬਦ ਕਹਿੰਦੇ ਵੀ ਹੁਕਮੇ ਵਿੱਚ ਹੀ ਰੱਬ ਜਿਹੜਾ ਉਹ ਵਰਤਦਾ ਹੈ, ਆਪਣੇ ਹੁਕਮਾਂ ਵਿੱਚ ਹੀ। ਇਹ ਨਾਮ ਸਰੂਪ ਪਰਮਾਤਮਾ, ਹੁਕਮ ਸਰੂਪ ਪਰਮਾਤਮਾ ਉਹਦੇ ਹਿਰਦੇ ਵਿੱਚ ਵਸ ਜਾਂਦਾ ਹੈ। ਇਹ ਹੁਕਮ ਰੱਬੀ ਹੁਕਮ ਉਹਦੀ ਜੀਵਨ ਜਾਚ ਬਣ ਜਾਂਦੇ ਨੇ। ਹਰ ਸੱਚਾ, ਇਹ ਨਿਯਮ ਸੱਚੇ ਨੇ, ਨਿਯਮ ਕਦੀ ਚੇਂਜ ਹੋਣ ਵਾਲੇ ਨਹੀਂ ਨੇ। ਇਹ ਨਿਯਮ ਉਹਦੇ ਹਿਰਦੇ ਵਿੱਚ ਟਿਕ ਜਾਂਦੇ ਨੇ। ਕਹਿੰਦੇ ਸੋ ਘਟ ਨਿਰਮਲ, ਮਲ ਕਹਿੰਦੇ ਆ, ਮੈਲ ਕਹਿੰਦੇ ਆ, ਮੈਲ ਜਿਹੜਾ ਹੈ ਤੇ ਨਿਰਮਲ ਉਸ ਤੋਂ ਉਲਟ ਹੈ। ਫਿਰ ਉਸ ਨੂੰ ਕੋਈ ਵਿਕਾਰਾਂ ਦੀ ਮੈਲ ਨਹੀਂ, ਕੋਈ ਭਰਮਾਂ ਦੀ ਮੈਲ ਨਹੀਂ, ਕੋਈ ਡਰ ਦੀ ਮੈਲ ਨਹੀਂ, ਕੋਈ ਕਿਸੇ ਦੀ ਮੁਹਤਾਜੀ ਨਹੀਂ ਕਰਦਾ। ਉਹ ਬਿਲਕੁਲ ਉਹ ਕਹਿੰਦਾ ਵੀ ਸੋ ਘਟ ਨਿਰਮਲ ਤਾਹਾਂ ਹੈ। ਉਹਦਾ ਉਹ ਵਾਲਾ ਘਟ ਜਿਹੜਾ ਹੈ ਨਾ, ਕਿਉਂਕਿ ਉਹਦੇ ਅੰਦਰ ਨਾਮ ਬਹਿ ਗਿਆ ਹੈ। ਕਿਤੇ ਨਾਮ ਬਹਿ ਜਾਏਗਾ ਨਾ, ਉੱਥੇ ਵਿਕਾਰਾਂ ਵਾਸਤੇ ਜਗ੍ਹਾ ਰਹਿ ਨਹੀਂ ਜਾਏਗੀ, ਉੱਥੇ ਹਉਮੈ ਵਾਸਤੇ ਜਗ੍ਹਾ ਰਹਿ ਨਹੀਂ ਜਾਏਗੀ। ਹਾਂਜੀ जी भी जी, जी विंद्री पुआ जी। हाँ जी। गुर का शब्द अमृत है बाणी, अनदिन हर का नाम बखानी। ਹੁਣ ਇਹਦੇ ਜਿਹੜੇ ਵਰਡਸ ਆਉਂਦੇ ਨੇ, ਗੁਰ ਸ਼ਬਦ ਅੰਮ੍ਰਿਤ ਬਾਣੀ ਨਾਮ, ਅਗਰ ਦੇਖਿਆ ਗਿਆ ਇਹਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਐਨਾਲਾਈਜ਼ ਕਰ, ਜੋ ਮੈਂ ਬੋਲਣ ਜਾ ਰਹੀ that is my way of thinking, okay। ਗੁਰ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ। ਇੱਥੇ ਆਇਆ ਬਾਣੀ ਤੇ ਅੱਗੇ ਆਇਆ ਗੁਰੂ। ਗੁਰੂ ਬਾਣੀ ਹੈ ਤੇ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ। ਇਹਦਾ ਮਤਲਬ ਕਿ ਗੁਰੂ ਇਕੁਅਲਸ ਟੂ ਬਾਣੀ, ਬਾਣੀ ਇਕੁਅਲਸ ਟੂ ਅੰਮ੍ਰਿਤ। ਇਹਨਾਂ ਸਾਰਿਆਂ ਤਿੰਨਾਂ ਦੇ ਅਰਥ ਹੈਗੇ ਇੱਕ। ਔਰ ਅਗਰ ਇਹ ਸਾਰੇ ਇੱਕ ਹਨ ਤੇ ਬਾਣੀ ਕਹਿੰਦੇ ਨੇ ਕਿ ਇਹ ਸਾਰੇ ਸ਼ਬਦ ਹਨ ਜੋ ਅਖਰੀ ਸ਼ਬਦ ਸਾਡੇ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ ਗਿਆ। ਅਗਰ ਅਸੀਂ ਇਸ ਨੂੰ ਇੰਪਲੀਮੈਂਟ ਕਰਦੇ ਹਾਂ, ਅਗਰ ਅਸੀਂ ਉਸ ਇੱਕ ਦੇ ਗੁਣਾਂ ਦਾ ਪੂਰੀ ਤਰ੍ਹਾਂ ਮਨ ਪੂਰੀ ਦਾ ਭਿੱਜ ਜਾਂਦਾ, ਤੇ ਅਗਰ ਅਸੀਂ ਉਸ ਰਸਤੇ ਤੇ ਮਾਰਗ ਤੇ ਚੱਲ ਕੇ ਅਸੀਂ ਆਪਣੀ ਅਮਲੀ ਜੀਵਨ ਬਿਤਾਉਂਦੇ ਹਾਂ, ਤੇ ਫਿਰ ਦਿਨ ਅਸੀਂ ਪੂਰਾ ਦਿਨ ਹਰ ਰੋਜ਼ ਇੱਕ ਕਹਿੰਦੇ ਨੇ ਐਵਰੀ ਮਿੰਟ ਐਵਰੀ ਸੈਕਿੰਡ ਅਸੀਂ ਆਪਣੇ ਜੀਵਨ ਤੇ ਉਸ ਨਾਮ ਨੂੰ, ਕਿਉਂਕਿ ਨਾਮ ਵੀ ਗੁਰ ਹੈ, ਨਾਮ ਹੀ ਬਾਣੀ ਹੈ, ਨਾਮ ਹੀ ਅੰਮ੍ਰਿਤ ਹੈ। So this is the formula. Gur equals to Shabad, Shabad equals to Amrit, Amrit equals to Bani, Bani equals to Naam. अगर ਅਸੀਂ ਇਹਨਾਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਅਸੀਂ ਭਿੱਜ ਜਾਈਏ and we are working day in and out, ਉਸਦੀ ਪੂਰੀ ਇੰਪਲੀਮੈਂਟੇਸ਼ਨ ਕਰ ਰਹੇ ਹਾਂ, ਅਸੀਂ ਪੂਰੀ ਆਪਣੇ ਜੀਵਨ ਵਿੱਚ ਉਤਾਰ ਰਹੇ ਹਾਂ, ਤਾਂ ਫਿਰ ਇਹ ਸੋਚ ਸਕਦੇ ਕਿ ਸਾਡੇ ਮਨ ਦੇ ਅੰਦਰ ਇੱਕ ਐਸਾ ਇੱਕ ਕਹਿੰਦੇ ਨਾ ਘਟ ਅੰਦਰ ਕੌਣ ਵਸ ਗਿਆ, ਪੂਰੀ ਤਰ੍ਹਾਂ ਜੋ ਵਨਨੈਸ ਹੈ ਉਹਦਾ ਗੁਣਾ ਦਾ ਵਾਸਲਾ ਹੋ ਗਿਆ। He comes and sits in the man. ਔਰ ਜਦੋਂ ਉਹ ਸਾਡੇ ਮਨ ਦੇ ਅੰਦਰ ਬੈਠ ਕੇ ਸੋ ਘਟ ਨਿਰਮਲਤਾ ਹਰੇ, ਇਹਦਾ ਮਤਲਬ ਕਿ ਸਾਡੇ ਅੰਦਰ ਇਹ ਪੂਰੇ ਸਾਡਾ ਮਨ ਦੇ ਅੰਦਰ ਇਸ ਬਿਕਮ ਐਬਸੋਲੂਟਲੀ ਪਿਓਰਿਟੀ, ਪੂਰੇ ਇੱਕ ਪਿਓਰਿਟੀ ਸਾਡੇ ਮਨ ਦੇ ਵਿੱਚ ਆ ਕੇ ਔਰ ਆਪਣਾ ਜੀਵਨ ਜਿਹੜਾ ਹੈਗਾ ਅਸੀਂ ਅਮਲੀ ਜੀਵਨ ਬਿਤਾ ਸਕਦੇ। ਹਾਂਜੀ जी पुआ जी, आप जी ने शॉर्टेज बड़ा अच्छा समझाना किया। गुरु इज इक्वल टू शब्द इज इक्वल टू अमृत इज इक्वल टू बाणी
ਇਜ਼ ਇਕੁਅਲ ਟੂ ਨਾਮ। ਦੇ ਅਸੀਂ ਧਿਆਨ ਦਈਏ ਨਾ, ਗੁਰੂ ਅੱਖਰ ਨੂੰ ਲੈ ਕੇ ਸਾਡੇ ਮਨਾਂ ਵਿੱਚ ਭੁਲੇਖਾ ਨਹੀਂ ਹੈ, ਗੁਰੂ ਨੂੰ ਲੈ ਕੇ ਭੁਲੇਖਾ ਨਹੀਂ ਹੈ, ਪਰ ਨਾ ਜਾਣੇ ਕਿਉਂ ਬਾਕੀ ਅੱਖਰਾਂ ਨੂੰ ਲੈ ਕੇ ਭੁਲੇਖਾ ਬਣਨਾ ਸ਼ੁਰੂ ਹੋ ਗਿਆ। ਇਸ ਬਾਰੇ ਸਾਨੂੰ ਸੋਚਣ ਦੀ ਜ਼ਰੂਰਤ ਹੈ। ਅਸੀਂ ਸਾਰੇ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਹਾਂ, ਲੇਕਿਨ ਬਾਕੀ ਅੱਖਰਾਂ ਨੂੰ ਲੈ ਕੇ ਕਿਧਰੇ ਨਾ ਕਿਧਰੇ ਭੁਲੇਖੇ ਵਿੱਚ, ਮਨ ਦੇ ਵਿੱਚ ਕਿਧਰੇ ਨਾ ਕਿਧਰੇ ਦੁਵਿਧਾ ਆਣੀ ਸ਼ੁਰੂ ਹੋ ਗਈ। ਤੇ ਬਾਰ-ਬਾਰ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ ਹਨ, ਬਾਰ-ਬਾਰ ਸਾਨੂੰ ਸਮਝਾਣਾ ਕਰ ਰਹੇ ਹਨ, ਬਾਰ-ਬਾਰ ਸਾਨੂੰ ਅੰਮ੍ਰਿਤ ਦੇ ਰਹੇ ਹਨ, ਬਾਰ-ਬਾਰ ਅੰਮ੍ਰਿਤ ਨਾਲ ਸਾਡਾ ਜੀਵਨ ਅੰਮ੍ਰਿਤਮਈ ਬਣਾ ਰਹੇ ਹਨ। ਅਸੀਂ ਫਿਰ ਵੀ ਭੁਲੇਖਾ ਖਾ ਜਾਂਦੇ ਹਾਂ, ਦੁਵਿਧਾ ਵਿੱਚ ਆ ਜਾਂਦੇ ਹਾਂ ਜੀ। ਭੁਪਿੰਦਰ ਵੀ ਜੀ। ਹਾਂਜੀ, ਜਿਹੜਾ ਇਹ ਲਫ਼ਜ਼ ਗੁਰ ਹੈ ਨਾ, ਇਹ ਗੁਰੂ ਗ੍ਰੰਥ ਸਾਹਿਬ ਦਾ ਮੇਨ ਅੱਖਰ ਹੀ ਇਹੀ ਹੈ, ਗੁਰ। ਔਰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਕੁੰਭੇ ਬੱਧਾ ਜਲ ਰਿਹਾ ਜਲ ਬਿਨ ਕੁੰਭ ਨਾ ਹੋਏ, ਉਹਦੇ ਚ ਨਾ 2 ਵਾਰੀ ਲਫ਼ਜ਼ ਆਉਂਦਾ ਹੈ, ਗਿਆਨ ਕਾ ਬੱਧਾ ਮੰਨ ਰਿਹਾ ਹੈ ਗੁਰ ਬਿਨ ਗਿਆਨ ਨਾ ਹੋਏ। ਉਹਦੇ ਚ 2 ਵਾਰੀ ਜਿਹੜਾ ਗਿਆਨ ਹੈ ਨਾ, ਇੱਕ ਗਿਆਨ ਨੂੰ ਔਂਕੜ ਹੈ, ਇੱਕ ਗਿਆਨ ਨੰਨਾ ਮੁਕਤਾ ਹੈ। ਉਹਦੇ ਚ ਕਹਿੰਦੇ ਨੇ ਕਿ ਬਈ ਜਿਵੇਂ ਘੜਾ ਪਾਣੀ ਨਾਲ ਔਰ ਪਾਣੀ ਉਹਦੇ ਵਿੱਚ ਠਹਿਰਦਾ ਹੈ, ਇਹ ਐਗਜ਼ਾਮਪਲ ਦੇਣ ਤੋਂ ਬਾਅਦ ਕਹਿੰਦੇ ਨੇ ਗਿਆਨ ਕਾ ਬੱਧਾ ਮੰਨ ਰਿਹਾ ਹੈ, ਜਿਵੇਂ ਪਾਣੀ ਘੜੇ ਵਿੱਚ ਬੰਨ ਕੇ ਰੱਖੀਦਾ ਨਾ, ਇਸ ਤਰ੍ਹਾਂ ਮੰਨ ਲਿਆ ਕਿ ਗਿਆਨ ਕਾ ਬੱਧਾ ਮੰਨ ਰਿਹਾ ਹੈ। ਬਟ ਉੱਥੇ ਨਾ ਇੱਕ ਬੜਾ ਬਰੀਕ ਨੁਕਤਾ ਹੈ, ਉਹ ਹੈ ਗੁਰ ਬਿਨ। ਉੱਥੇ ਗੁਰ ਦਾ ਮਤਲਬ ਹੈ ਜੋ ਤੈਨੂੰ ਦੱਸਿਆ ਗਿਆ ਹੈ, ਜੋ ਤੈਨੂੰ ਟੈਕਨੀਕ ਸਮਝਾਈ ਗਈ ਹੈ, ਜੇ ਤੂੰ ਉਹਨੂੰ ਅਮਲੀ ਤੌਰ ਤੇ ਨਹੀਂ ਜੀਂਦਾ, ਉਸ ਗੁਰ ਨੂੰ, ਉਸ ਵਿਧੀ ਨੂੰ, ਉਸ ਜੁਗਤ ਨੂੰ ਜੇ ਤੂੰ ਅਮਲੀ ਤੌਰ ਤੇ ਨਹੀਂ ਨਾ ਜੀਂਦਾ, ਉਹਨੂੰ ਕਹਿੰਦੇ ਨੇ ਗੁਰ ਬਿਨ ਗਿਆਨ ਨਾ ਹੋਈ। ਫਿਰ ਤੈਨੂੰ ਅਸਲੀਅਤ ਸਮਝ ਨਹੀਂ ਆਏਗੀ। ਮਨ ਕਰਕੇ ਤੂੰ ਵਿਕੀਪੀਡੀਆ ਔਰ ਗੂਗਲ ਔਰ ਜਰਨਲਿਸਟ ਵਾਂਗੂ ਖਬਰਾਂ ਇਕੱਠੀਆਂ ਰੱਖ ਸਕਦਾ ਹੈ, ਧਰਮ ਦੀ ਨੌਲੇਜ ਰੱਖ ਸਕਦਾ ਹੈ, ਪਰ ਜੇ ਤੂੰ ਅਮਲੀ ਨਹੀਂ ਜੀਵਿਆ, ਅਮਲੀ ਜੀਣ ਵਾਸਤੇ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਪਰ ਮੈਂ ਆਪਣੇ ਆਪ ਨੂੰ ਸਵਾਰਿਆ ਨਹੀਂ, ਮੈਨੂੰ ਤੇ ਸ਼ਬਦਾਂ ਦੇ ਅਰਥ ਕਰਨੇ ਆਉਂਦੇ ਨੇ, ਮੈਨੂੰ ਤੇ ਲੋਕਾਂ ਨਾਲ ਬਹਿਸ ਕਰਨੀ ਆਉਂਦੀ ਹੈ, ਮੈਂ ਤੇ ਲੋਕਾਂ ਨੂੰ ਸੋਹਣਾ ਗਾ ਕੇ ਦੱਸਦਾ ਹਾਂ, ਮੈਂ ਲੋਕਾਂ ਨੂੰ ਚੁੱਪ ਕਰਾ ਦਿੰਦਾ ਹਾਂ, ਮੈਂ ਬਹਿਸ ਬੜੀ ਕਰਦਾ ਹਾਂ, ਪਰ ਮੈਂ ਅਮਲੀ ਹੈ ਹੀ ਨਹੀਂ। ਤੋ ਜਦੋਂ ਤੱਕ ਮੈਂ ਅਮਲੀ ਨਾ ਹੋਵਾਂ, ਉਹ ਜਿਹੜੀ ਬਾਣੀ ਦੀ ਮੇਰੇ ਕੋਲ ਨੌਲੇਜ ਹੈ, ਇਹਦੇ ਚੋਂ ਮੈਂ ਆਪਣੇ ਮਨ ਨੂੰ ਸਮਝਾਉਣ ਵਾਲਾ ਗਿਆਨ ਪ੍ਰਾਪਤ ਨਹੀਂ ਕਰ ਸਕਦਾ unless I live it practically। ਇੱਕ ਬਹੁਤ ਮੋਟੂ ਜਿਹਾ ਬੰਦਾ ਹੋਵੇ ਨਾ, ਆਫ ਸ਼ੇਪ ਹੋਵੇ ਟੋਟਲ, ਔਰ ਉਹ ਫਿਜ਼ੀਕਲ ਡਾਇਰੈਕਟਰ ਲੱਗ ਜਾਏ ਉੱਥੇ ਜਿੱਥੇ ਸਾਰੇ ਜਿਮ ਦੇ ਅੰਦਰ ਉਹ ਸਿਖਾਉਂਦੇ ਨੇ ਨਾ, ਇਸ ਤਰ੍ਹਾਂ ਡੰਬਲ ਕਰੀਦਾ, ਇਸ ਤਰ੍ਹਾਂ ਇਹ ਕਰੀਦਾ ਜਾਂ ਉਹ ਕਰੀਦਾ, ਉਹ ਆਪ ਤੇ ਉਹਦੇ ਤੇ ਪ੍ਰੈਕਟੀਕਲ ਹੋ ਹੀ ਨਹੀਂ ਪਾ ਰਿਹਾ। ਇੰਜ ਹੀ ਕਹਿਣ ਦਾ ਮਤਲਬ ਇਹ ਹੋਇਆ, ਨੌਲੇਜ ਇੱਕ ਪਾਸੇ ਹੈ, ਗੁਰ ਬਿਨ ਦਾ ਮਤਲਬ ਹੈ unless we live it practically। ਸੋ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ। ਹੁਣ ਜੇ ਮੈਂ ਗੁਰ ਕਾ ਸ਼ਬਦ ਦਾ ਮੈਨਾ ਇਹ ਕੱਢਾਂਗਾ ਕਿ ਜੋ ਮੈਨੂੰ ਸਮਝਾਇਆ ਗਿਆ ਹੈ, ਉਸ ਨਾਲ ਜਦੋਂ ਮੈਂ ਅਮਲੀ ਤੌਰ ਤੇ ਜੀਵਿਆ, ਤਾਂ ਉਹ ਵਾਲੀ ਬਾਣੀ ਮੇਰੇ ਵਾਸਤੇ ਅੰਮ੍ਰਿਤ ਬਣ ਜਾਂਦੀ ਹੈ। ਮਾਨੋ ਮੈਂ ਆਤਮਕ ਤੌਰ ਤੇ ਵਿਕਾਰਾਂ ਹੱਥੀ ਜਮਾ ਦੇ ਕੋਲੋਂ ਮਰਦਾ ਨਹੀਂ ਹਾਂ। ਇਹ ਜਿਹੜਾ ਲਫ਼ਜ਼ ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਲਫ਼ਜ਼ ਅੱਖਰ ਲਿਖੇ ਨੇ ਨਾ, ਇਹਨਾਂ ਦੇ ਪਿੱਛੇ ਜਿਹੜਾ ਹਿਡਨ ਮੈਸੇਜ ਹੈ ਨਾ, ਉਹ ਹੀ ਅਸੀਂ ਦਰਅਸਲ ਸਮਝਣਾ ਹੈ, ਉਸੀ ਨੂੰ ਸ਼ਬਦ ਗੁਰੂ ਕਹਿੰਦੇ ਨੇ। ਇੱਕ ਵਾਰੀ ਦੇਹਧਾਰੀ ਗੁਰੂ ਵਾਲਿਆਂ ਨੇ ਮੈਨੂੰ ਘੇਰ ਲਿਆ ਸੀ, ਔਰ ਉਹਨਾਂ ਨੇ ਮੈਨੂੰ 8-10 ਬੰਦਿਆਂ ਨੇ ਘੇਰ ਕੇ ਕਿਹਾ, ਉਹ ਭੁਪਿੰਦਰ ਸਿੰਘ ਜੀ ਤੁਸੀਂ ਬੜੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਔਰ ਸ਼ਬਦ ਗੁਰੂ ਦੇ ਬੜੇ ਤੁਸੀਂ ਗੁਣ ਗਾਉਂਦੇ ਹੋ। ਬੜਾ ਉਹਨਾਂ ਨੇ ਮੈਨੂੰ ਘੇਰ ਕੇ ਐਗਰੈਸਿਵਲੀ ਝਾੜ ਕੇ ਥੋੜਾ ਗੁੱਸੇ ਨਾਲ ਕਿਹਾ।
ਤੇ ਮੈਂ ਉਹਨਾਂ ਦੀ ਗੱਲ ਸੁਣਦਾ ਰਿਹਾ ਤੇ ਮੈਂ ਕਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਉਹਨਾਂ ਨੇ ਪਹਿਲੀ ਗੱਲ ਤੇ ਮੈਨੂੰ ਇਹ ਕਹੀ ਕਿ ਬਾਣੀ ਅੰਦਰ ਆਂਦਾ ਹੈ ਗੁਰੂ ਗੋਬਿੰਦ ਦੋਨੋਂ ਖੜੇ ਕਾਕੇ ਲਾਗੋਂ ਪਾਏ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦਿਓ ਬਤਾਏ। ਉਹਨਾਂ ਦੀ ਇਹ ਗੱਲ ਸੁਣ ਕੇ ਨਾ ਮੈਂ ਥੋੜਾ ਜਿਹਾ ਅੰਦਰੋਂ ਹੈਰਾਨ ਹੋਇਆ ਕਿ ਇਹ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨਹੀਂ ਹੋਇਆ, ਇਹ ਕਿਧਰੇ ਭੁਲੇਖਾ ਖਾ ਰਹੇ ਨੇ ਸਰੀਰਕ। ਉਹਨਾਂ ਨੇ ਇਸ ਤੋਂ ਬਾਅਦ ਦੂਜਾ ਅਟੈਕ ਮੇਰੇ ਤੇ ਇਹ ਕਰ ਦਿੱਤਾ, ਇਹ ਜਿਹੜੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੇ ਅੱਖਰ ਲਿਖੇ ਨੇ ਨਾ, ਇਹ ਅੱਖਰ ਖਿਰ ਜਾਣਗੇ। ਤਾਂ ਮੈਂ ਉਹਨਾਂ ਨੂੰ ਕਿਹਾ ਅਸੀਂ ਨਾ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਅੱਖਰ ਲਿਖੇ ਨੇ ਨਾ, ਇਹਨਾਂ ਦੇ ਪਿੱਛੇ ਜਿਹੜਾ ਹਿਡਨ ਮੈਸੇਜ ਸਾਨੂੰ ਦਿੱਤਾ ਜਾਂਦਾ ਹੈ ਅਸੀਂ ਉਸ ਨੂੰ ਸ਼ਬਦ ਗੁਰੂ ਕਹਿੰਦੇ ਹਾਂ। ਸੋ ਜਦੋਂ ਉਹਦੇ ਤੇ ਅਮਲੀ ਤੌਰ ਤੇ ਜੀਂਦੇ ਹਾਂ, ਉਹ ਸਾਡੇ ਵਾਸਤੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਫਿਰ ਸਾਡਾ ਜੀਵਨ ਉਹ ਵਾਲਾ ਬਣਦਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ। ਮੈਂ ਆਤਮਕ ਤੌਰ ਤੇ ਪਲ ਪਲ ਆਪਣੀ ਜ਼ਿੰਦਗੀ 'ਚ ਰੋਜ਼ ਰੋਜ਼ ਜਿਹੜਾ ਮਰਦਾ ਸੀ ਹੁਣ ਨਹੀਂ ਮਰਦਾ, ਕਿਉਂਕਿ ਅੰਦਰੋਂ ਉਹ ਅਨਦਿਨ ਹਰ ਕਾ ਨਾਮ ਵਖਾਣੀ। ਇਹ ਵਖਾਣੀ ਕੌਣ ਕਰਦਾ ਹੈ? ਇਹ ਮੇਰਾ ਮਨ ਜਦੋਂ ਨਾਨਕ ਤੋਂ, ਅੰਗਦ ਤੋਂ, ਅਮਰਦਾਸ ਤੋਂ, ਰਾਮਦਾਸ ਬਣ ਕੇ ਬਾਣੀ ਉਚਾਰਨ ਯੋਗ ਹੋ ਜਾਂਦਾ ਨਾ, ਆਪਣੇ ਅੰਗਾਂ ਨੂੰ ਸੁਣਾਉਣ ਜੋਗਾ ਹੋ ਜਾਂਦਾ, ਉਸ ਅਵਸਥਾ ਨੂੰ ਅਰਜਨ ਕਹਿੰਦੇ ਨੇ। ਔਰ ਉਸ ਅਵਸਥਾ ਵਿੱਚ ਉਹਨੂੰ ਸੱਚ ਦੀ ਗੱਲ ਫੁਰਦੀ ਹੈ ਜਿਹੜੀ ਉਹਨੇ ਅੰਦਰੋਂ ਮਰਜ ਹੋ ਕੇ ਗੁਣ ਕਹਿ ਗੁਣੀ ਸਮਾਵਣਿਆਂ ਵਿੱਚ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ ਹੋ ਕੇ ਉਹ ਬਿਆਨ ਕਰਦਾ ਹੈ ਨਾ, ਉਹਦੀ ਬਿਆਨ ਕਰਨ ਦੀ ਵਖਾਣੀ ਦੀ ਅਵਸਥਾ ਨੂੰ ਪੱਟ ਕਹਿੰਦੇ ਨੇ। ਅਨ ਦਿਨ ਹਰ ਕਾ ਨਾਮ ਵਖਾਣੀ। ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲ ਤਾਹਾ ਹੈ। ਸੋ ਉਹ ਘਟ ਮਾਨੋ ਉਹ ਮਨ ਦਾ ਅੰਦਰਲਾ ਸਾਰਾ ਕੁਝ ਨਿਰਮਲ ਹੋ ਜਾਂਦਾ ਹੈ, ਮੈਲ ਰਹਿਤ ਹੋ ਜਾਂਦਾ ਹੈ, ਕੂੜ ਮੁੱਕ ਜਾਂਦੀ ਹੈ। ਹਰ ਹਰ ਸੱਚਾ ਵਸੈ ਘਟ ਅੰਤਰ, ਕਿਉਂਕਿ ਉਹਦੇ ਅੰਦਰ ਉਹਨੇ ਮਹਿਸੂਸ ਕਰ ਲਿਆ ਰੱਬ ਮੇਰੇ ਅੰਦਰ ਵਸਦਾ ਹੈ। ਅੰਦਰ ਵਸਦੇ ਰੱਬ ਨਾਲ ਉਹ ਇਕਮਿਕ ਹੋ ਗਿਆ ਹੈ। ਇਕਮਿਕ ਹੋਣ ਵਾਸਤੇ ਉਹਨੇ ਜਾਚਨਾ ਕੀਤੀ ਸੀ, ਮੇਰੀ ਮੈਲ ਉਤਾਰ ਦਿਓ। ਉਹ ਨਿਰਮਲ ਹੋ ਗਿਆ। ਨਿਰਮਲ ਕੀ ਹੋ ਗਿਆ? ਉਹ ਬਾਣੀ ਉਚਾਰਨ ਯੋਗ ਹੋ ਗਿਆ। ਬਾਣੀ ਉਚਾਰ ਕੇ ਉਹ ਅੰਮ੍ਰਿਤਮਈ ਜੀਵਨ ਜੀਣ ਯੋਗ ਹੋ ਗਿਆ। ਆਪਣੇ ਸਾਰੇ ਅੰਗਾਂ ਨੂੰ ਵੀ ਆਤਮਕ ਤੌਰ ਤੇ ਉਹਨੇ ਬਚਾ ਲਿਆ। ਹਾਂਜੀ ਜੀ ਵੀਰ ਜੀ, ਬਿਲਕੁਲ ਅਮਲਾਂ ਵਿੱਚ ਢਾਲਣ ਦੀ ਲੋੜ ਹੈ ਸਾਨੂੰ। ਜੇ ਗੁਰੂ ਦਾ ਸ਼ਬਦ ਕਿਧਰੇ ਉਚਾਰਨ ਤੱਕ ਹੀ ਨਾ ਰਹਿ ਜਾਈਏ, ਕਿਧਰੇ ਬੁੱਝਣ ਤੱਕ ਹੀ ਨਾ ਰਹਿ ਜਾਈਏ, ਅਮਲਾਂ ਵਿੱਚ ਵੀ ਲਿਆਉਣ ਦੀ ਲੋੜ ਹੈ। ਕੱਲ ਵੀ ਕਿਸੇ ਨਾਲ ਸਾਂਝ ਬਣ ਰਹੀ ਸੀ ਤੇ ਮਨ ਦੇ ਵਿੱਚੋਂ ਇੱਕ ਉਦਾਹਰਣ ਨਿਕਲਿਆ ਕਿ ਇੱਕ ਟ੍ਰੈਫਿਕ ਪੁਲਿਸ ਵਾਲਾ ਟ੍ਰੈਫਿਕ ਕੰਟਰੋਲ ਕਰ ਰਿਹਾ ਤੇ ਨਾਲ ਉਹਦੇ ਮਨ ਵਿੱਚ ਆ ਰਿਹਾ ਕਿਸੇ ਜੋਤਸ਼ੀ ਨੇ ਮੈਨੂੰ ਸਹੀ ਕਿਹਾ ਸੀਗਾ ਮੇਰੇ ਅੱਗੇ ਪਿੱਛੇ ਗੱਡੀਆਂ ਬੜੀਆਂ ਹੋਣਗੀਆਂ। ਕਹਿੰਦਾ ਮੈਂ ਗੱਡੀਆਂ ਕੰਟਰੋਲ ਤੇ ਕਰ ਰਿਹਾ ਸਾਰੀਆਂ, ਲੇਕਿਨ ਮਲਕੀਅਤ ਇੱਕ ਦੀ ਵੀ ਨਹੀਂ ਬਣੀ ਗੱਡੀਆਂ। ਕਿਧਰੇ ਸਾਡਾ ਹਿਸਾਬ ਵੀ ਉਹ ਨਾ ਬਣ ਜਾਏ, ਸ਼ਬਦ ਅਸੀਂ ਬਹਿਸਾਂ ਬਹੁਤ ਕਰਦੇ ਰਹੀਏ, ਬੁੱਝਦੇ ਰਹੀਏ, ਗੱਲਾਂ ਕਰਦੇ ਰਹੀਏ, ਉਹ ਟ੍ਰੈਫਿਕ ਪੁਲਿਸ ਵਾਲੇ ਨਾ ਬਣ ਕੇ ਰਹਿ ਜਾਈਏ ਕਿ ਅਸੀਂ ਸ਼ਬਦ ਦੇ ਨਾਲ ਸਾਂਝ ਨਾ ਬਣੇ, ਅਸੀਂ ਸ਼ਬਦ ਦੇ ਨਾਲ ਕਰਮਾਂ ਵਿੱਚ ਨਾ ਆਣ, ਕਿਧਰੇ ਇਹ ਨਾ ਰਹਿ ਜਾਏ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਇਸ ਬੰਦ ਦੇ ਵਿੱਚ ਨਾ ਸਤਿਗੁਰੂ ਜੀ ਸਾਨੂੰ ਅਖੀਲੀ ਤੁਕ ਦੇ ਵਿੱਚ ਜਿਹੜੀ ਗੱਲ ਕਰ ਰਹੇ ਨੇ, ਸੋ ਘਟ ਨਿਰਮਲ ਤਾਹਾ ਹੈ। ਕਹਿੰਦੇ ਹੁਣ ਉਹ ਨਿਰਮਲ ਹੋ ਗਿਆ, ਕਿਉਂ? ਸੱਚਾ ਵਸ ਰਿਹਾ ਉਹਦੇ ਅੰਦਰ। ਇੱਥੇ ਸਾਨੂੰ ਪਹਿਲਾਂ ਅਸੀਂ ਇਹ ਸਮਝ ਲਈਏ ਵੀ ਮੈਲਾ ਕੌਣ ਸੀ। ਇਹ ਕਿਸ ਦੀ ਗੱਲ ਚੱਲ ਰਹੀ ਹੈ? ਕਿਉਂਕਿ ਹੁਣ ਤੱਕ ਵੀ ਲਫ਼ਜ਼ ਮਨ ਨਹੀਂ ਆਇਆ ਔਰ ਅਸੀਂ ਸਾਰੇ ਮਨ ਲਫ਼ਜ਼ ਨੂੰ ਯੂਜ਼ ਕਰ ਰਹੇ ਹਾਂ। ਗੁਰਬਾਣੀ ਆਖਦੀ ਹੈ ਮਨ ਮੈਲਾ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਈ। ਮਨ ਮੈਲਾ ਹੁੰਦਾ ਹੈ ਔਰ ਮਨ ਜਦੋਂ ਹਉਮੈ ਦੇ ਵਿੱਚ ਰਹਿੰਦਾ ਨਾ, ਪਿਛਲੇ ਬੰਦ ਵਿੱਚ ਜਿਸ ਨੂੰ ਸਤਿਗੁਰੂ ਜੀ ਸਮਝਾ ਕੇ ਹਉਮੈ ਮੇਰਾ ਆਪ ਗਵਾਏ, ਹਉਮੈ ਦੇ ਵਿੱਚ ਜਦੋਂ ਮਨ ਆਪਣਾ ਜੀਵਨ ਬਤੀਤ ਕਰਦਾ ਤਾਂ ਮੈਲਾ ਰਹਿੰਦਾ ਸਾਰੀ। ਸਾਡਾ ਤਨ ਵੀ ਮੈਲਾ ਰਹਿੰਦਾ ਉਸ ਕਰਕੇ। ਔਰ ਫਿਰ ਅਸੀਂ ਕਰਦੇ ਕੀ ਹਾਂ? ਮਨ ਨੂੰ ਨਿਰਮਲ ਕਰਨ ਲਈ ਦੁਨੀਆ ਕੀ ਕਰਦੀ ਹੈ? ਤਨ ਧੋਣ ਲੱਗ ਜਾਂਦੀ ਹੈ। ਤਨ ਧੋਣ ਦਾ ਮਤਲਬ ਤਨ ਦੇ ਵਿੱਚ ਕੀ ਹੈ? ਤਨ ਦਾ ਭਾਵ ਸਾਰੇ ਇੰਦਰੀ, ਅੱਖਾਂ ਨਾਲ, ਸੁਣ ਕੰਨਾਂ ਨਾਲ। ਅਸੀਂ ਕਹਿੰਦੇ ਨਹੀਂ ਹੁਣ ਅਸੀਂ ਅੱਖਾਂ ਨਾਲ ਭੈੜ ਨਹੀਂ ਦੇਖਣੀ, ਅਸੀਂ ਕੰਨਾਂ ਨਾਲ ਬੁਰਾ ਨਹੀਂ ਸੁਣਨਾ, ਹੱਥਾਂ ਪੈਰਾਂ ਦੇ ਨਾਲ ਬੁਰਾ ਨਹੀਂ ਕਰਨਾ। ਸਤਿਗੁਰੂ ਜੀ ਸਾਨੂੰ ਟੈਕਨੀਕ ਦੱਸ ਰਿਹਾ, ਕਹਿੰਦੇ ਨਹੀਂ ਇਸ ਤਰ੍ਹਾਂ ਤੁਸੀਂ ਮਨ ਨੂੰ ਨਿਰਮਲ ਨਹੀਂ ਕਰੋਗੇ, ਤਨ ਨੂੰ ਧੋਣ ਦੇ ਨਾਲ ਮਨ ਨਿਰਮਲ ਨਹੀਂ ਹੋਏਗਾ। ਕਹਿੰਦੇ ਫਿਰ ਕਿਸ ਤਰ੍ਹਾਂ ਨਿਰਮਲ ਹੋਏਗਾ? ਦੇਖੋ ਇੱਥੇ ਲਿਖਿਆ ਨਾ ਸੋ ਘਟ ਨਿਰਮਲ ਤਾਹਾ ਹੈ।
ਮਨ ਨਿਰਮਲ ਕਿਸ ਨੂੰ ਆਖਦੀ ਹੈ? ਗੁਰਬਾਣੀ ਕਹਿੰਦੀ ਹੈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਹਰੀ ਦਾ ਨਾਮ, ਜਿਸ ਨੂੰ ਉੱਪਰ ਗੁਰ ਕਾ ਸ਼ਬਦ ਅੰਮ੍ਰਿਤ ਹੈ, ਬਾਣੀ ਆਖਰੀ ਹੈ, ਉੱਥੇ ਅਗਲੀ ਤੁਕ ਵਿੱਚ ਆਖ ਰਿਹਾ ਆਨ ਦਿਨ ਹਰ ਕਾ ਨਾਮ। ਹਰੀ ਦਾ ਨਾਮ, ਗੁਰ ਕਾ ਸ਼ਬਦ, ਗੁਰੂ ਦੀ ਬਾਣੀ, ਇਹ ਆਪਣੇ ਆਪ ਵਿੱਚ ਨਿਰਮਲ ਹੈ, ਇਹ ਹੀ ਨਿਰਮਲ ਹੈ। ਸਾਨੂੰ ਤਨ ਦੇ ਅਸੀਂ ਕੀ ਕਹਿੰਦੇ ਐਕਸ਼ਨ ਨਹੀਂ ਸੁਧਾਰ ਪਾਵਾਂਗੇ ਜਦੋਂ ਸਾਡੇ ਮਨ ਦੇ ਵਿੱਚ ਨਿਰਮਲ ਨਾਮ, ਨਿਰਮਲ ਬਾਣੀ, ਜਿਸ ਨੂੰ ਸੱਚਾ ਵਸਾ ਵੀ ਘੱਟ ਅੰਤਰ ਕਹਿ ਰਹੇ ਨੇ ਸਤਿਗੁਰੂ ਜੀ, ਜਦੋਂ ਉਹ ਸੱਚ ਰੂਪੀ ਬਾਣੀ, ਸੱਚ ਰੂਪੀ ਅੰਮ੍ਰਿਤ, ਸੱਚ ਰੂਪੀ ਨਾਮ, ਨਿਰਮਲ ਰੂਪੀ ਨਾਮ, ਨਿਰਮਲ ਬਾਣੀ ਸਾਡੇ ਮਨ ਦੇ ਵਿੱਚ ਵਸੇਗੀ ਤਾਂ ਸਾਡਾ ਮਨ ਨਿਰਮਲ ਹੁੰਦਾ ਹੈ। ਨਾਮ ਹੀ ਨਿਰਮਲ ਹੈ, ਨਾ ਬਾਣੀ ਨੂੰ ਹੀ ਨਿਰਮਲ ਆਖਿਆ ਜਾ ਰਿਹਾ। ਕਹਿੰਦੇ ਨੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ। ਇਸ ਜਲ ਦੇ ਨਾਲ ਅਸੀਂ ਆਪਣੇ ਮਨ ਜਦੋਂ ਨਿਰਮਲ ਨਾਮ ਸਾਡੇ ਮਨ ਵਿੱਚ ਵਸਿਆ ਤਾਂ ਸਾਡਾ ਮਨ ਨਿਰਮਲ ਹੋਇਆ, ਜਿਸ ਨੂੰ ਆਖਦੇ ਹਰ ਹਰ ਸੱਚਾ ਵਸੈ ਘਟ ਅੰਤਰ। ਕਹਿੰਦੇ ਨੇ ਸੋ ਘਟ ਨਿਰਮਲਤਾ ਹੈ। ਮਨ ਨੇ ਕਿ ਕੋਈ ਮੈਲ ਆਪ ਦੂਰ ਨਹੀਂ ਕੀਤੀ, ਬਸ ਮੈਲ ਨਹੀਂ ਦੂਰ ਕੀਤੀ। ਜਿਵੇਂ ਪਿਛਲੇ ਬੰਦ ਵਿੱਚ ਹਰਵਿੰਦਰ ਵੀਰ ਜੀ ਵੀ ਗੱਲ ਕਰ ਰਹੇ ਸਨ ਕਿ ਅਸੀਂ ਇੱਕ ਚੀਜ਼, ਇੱਕ ਔਗਣ ਨਹੀਂ ਦੂਰ ਕਰਨਾ। ਕਾਮ, ਕ੍ਰੋਧ, ਅਹੰਕਾਰ ਜਾਂ ਈਰਖਾ, ਤ੍ਰਿਸ਼ਨਾ, ਦਵੈਸ਼ ਨੂੰ ਅਸੀਂ ਨਹੀਂ ਦੂਰ ਕਰ ਸਕਦੇ। ਅਸੀਂ ਮਨ ਕਾ ਮਾਰਨ ਨਾਮ ਹੈ, ਨਾਮ ਨੂੰ ਹਿਰਦੇ ਚ ਵਸਾਵਾਂਗੇ, ਨਾਮ ਹੀ ਨਿਰਮਲ ਹੈ, ਸਾਡੀ ਮੈਲ ਦੂਰ ਹੋ ਜਾਏਗੀ। ਕਿਉਂਕਿ ਅਸੀਂ ਵਿਖਿਆ ਦੇ ਕਾਰਨ ਲੱਭ ਲੋਭ ਕਮਾਉਂਦੇ ਹਾਂ। ਲੱਭ ਲੋਭ ਨੂੰ ਦੂਰ ਨਾ ਕਰੀਏ, ਵਿਖਿਆ ਨੂੰ ਦੂਰ ਕਰੀਏ, ਹਉਮੈ ਵਾਲੀ ਮਤ ਦੂਰ ਕਰੀਏ, ਨਾਮ ਨੂੰ ਹਿਰਦੇ ਚ ਵਸਾਈਏ, ਸੱਚਾ ਵਸੇਗਾ ਘਟ ਦੇ ਅੰਦਰ। ਸੱਚੇ ਦੇ ਅੰਦਰ ਵਸਦੇ ਸਾਰ ਹੀ ਮਨ ਮੈਲਾ ਤੋਂ ਨਿਰਮਲ ਹੋ ਗਿਆ। ਹੁਣ ਤਨ ਨੂੰ ਧੋਣ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ, ਲੇਕਿਨ ਮਨ ਨੂੰ ਜਦੋਂ ਨਿਰਮਲ ਹੁੰਦਾ ਤਾਂ ਮਨ ਫਿਰ ਤਨ ਨੂੰ ਨਿਰਮਲ ਕਰਦਾ ਹੈ। ਉਸ ਨੂੰ ਇਸੇ ਬੰਦ ਦੀ ਦੂਸਰੀ ਤੁਕ ਵਿੱਚ ਸਤਿਗੁਰੂ ਜੀ ਐਕਸਪਲੇਨ ਕਰਦੇ ਨੇ ਕਿ ਕਿਸ ਤਰ੍ਹਾਂ ਕਰਦਾ ਹੈ। ਕਹਿੰਦੇ ਨੇ ਮਨ ਨਾ ਫਿਰ ਅਨ ਦਿਨ ਪਾਪ ਹਰ ਵਕਤ 24 ਘੰਟੇ 12 ਮਹੀਨੇ ਹਰ ਵਕਤ ਮਨ ਨਾ ਆਪਣੇ ਇੰਦਰੀ ਜਿਹੜੇ ਉਹ ਤਨ, ਜਿਸ ਨੂੰ ਕਹਿੰਦੇ ਤਨ ਧੋਤਾ। ਹੁਣ ਮਨ ਤਨ ਧੋਂਦਾ ਉਹਨਾਂ ਨੂੰ। ਤਨ ਨੂੰ ਧੋਣ ਦੇ ਨਾਲ ਮਨ ਨਿਰਮਲ ਨਹੀਂ ਹੋਏਗਾ, ਹਾਂ ਮਨ ਨੂੰ ਧੋਣ ਦੇ ਨਾਲ ਤਨ ਨਿਰਮਲ ਹੁੰਦਾ। ਉਹ ਇੱਥੇ ਸਤਿਗੁਰੂ ਜੀ ਸਾਨੂੰ ਟੈਕਨੀਕ ਦੱਸਦੇ ਕਿਸ ਤਰ੍ਹਾਂ। ਕਹਿੰਦੇ ਮਨ ਹੁਣ 24 ਘੰਟੇ ਅਨ ਦਿਨ ਹਰ ਵਕਤ ਉਹ ਜਿਹੜਾ ਉਸਨੂੰ ਨਾਮ ਪ੍ਰਾਪਤ, ਜਿਹੜਾ ਉਹਦਾ ਨਾਮ ਉਹਦੇ ਹਿਰਦੇ ਚ ਵਸ ਰਿਹਾ ਹੈ, ਉਹ ਕਹਿੰਦਾ ਹੁਣ ਵਿਖਿਆਨ ਕਰਕੇ ਆਪਣੇ ਇੰਦਰੀ ਗਿਆਨੀ ਦੇ ਭਾਵ ਤਨ ਰੂਪੀ ਸੰਸਾਰ ਨੂੰ ਉਹ ਨਾਮ ਵਿਆਖਿਆ ਕਰਕੇ ਉਹਨਾਂ ਨੂੰ ਨਾਮ ਦੀ ਦਾਤ ਦਿੰਦਾ ਹੈ, ਜਿਸ ਨੂੰ ਪਿੱਛੇ ਕਹਿੰਦੇ ਸੁਖ ਦਾਤਾ। ਆਪਾਂ ਗੱਲ ਕੀਤੀ ਸੀ ਹਰ ਕੋ ਨਾਮ ਸਦਾ ਸੁਖਦਾਈ, ਵੀ ਨਾਮ ਹੀ ਸੁੱਖਾਂ ਦਾ ਦਾਤਾ ਹੈ। ਉਹ ਹੁਣ ਮਨ ਉਹ ਨਾਮ ਨੂੰ ਦੇਣ ਲੱਗ ਗਿਆ, ਨਾਮ ਦੀ ਦਾਤ ਭਾਵ ਨਾਮ ਰੂਪੀ ਸੁੱਖਾਂ ਦੀ ਦਾਤ ਦੇਣ ਲੱਗ ਗਿਆ ਆਪਣੇ ਤਨ ਨੂੰ, ਪੂਰੇ ਇੰਦਰੀ ਗਿਆਨ ਇੰਦਰੀਆਂ ਨੂੰ। ਇਸ ਦੇ ਨਾਲ ਤਨ ਵੀ ਨਿਰਮਲ ਹੋਏਗਾ। ਪਹਿਲਾ ਮਨ ਨਿਰਮਲ ਹੁੰਦਾ ਹੈ, ਫਿਰ ਮਨ ਪੂਰੇ ਤਨ ਦੇ ਔਰਗਨਸ ਨੂੰ ਸੱਚ ਰੂਪੀ ਉਹ ਨਾਮ ਦੀ ਉਹਨਾਂ ਨੂੰ ਦਾਤ ਦਿੰਦਾ ਤੇ ਉਹਨਾਂ ਨੂੰ ਵੀ ਨਾਮ ਦੇ ਵਿੱਚ ਚਲਾਉਂਦਾ। ਫਿਰ ਇਹਨਾਂ ਸਾਰਿਆਂ ਦਾ ਕੀ ਕਹਿੰਦੇ ਆ ਕਰਮ ਕੀ ਹੋ ਜਾਂਦੇ ਨੇ? ਕਹਿੰਦੇ ਨੇ ਜੀਵ ਜੀਵ ਹੁਕਮ ਤਿਵੈ ਤਿਵਕਾਰ। ਪਹਿਲਾਂ ਮਨ ਨੇ ਸੱਚ ਨੂੰ ਆਪਣੇ ਹਿਰਦੇ ਚ ਵਸਾਇਆ, ਭਾਵ ਹੁਕਮਾਂ ਵਿੱਚ ਚੱਲਿਆ। ਫਿਰ ਮਨ ਨੇ ਤਨ ਨੂੰ ਵੀ ਹੁਕਮਾਂ ਨਾਮ ਰੂਪੀ ਦਾਤ ਦੇ ਕੇ, ਹੁਕਮ ਰੂਪੀ ਦਾਤ ਦੇ ਕੇ ਤਨ ਨੂੰ ਵੀ ਹੁਕਮਾਂ ਵਿੱਚ ਚਲਾਇਆ। ਇਹਨਾਂ ਫਿਰ ਹੁਣ ਸਾਰਿਆਂ ਦੀ ਹੀ ਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਹੋ ਗਈ। ਇਹੀ ਸਤਿਗੁਰੂ ਜੀ ਇਸ ਬੰਦ ਵਿੱਚ ਸਾਨੂੰ ਸਮਝਾ ਰਹੇ। ਹਾਂਜੀ जी वीर जी, बिल्कुल ठीक, बहुत अच्छे तरीके नाल आप जी समझाना कर रहे हो। मन मैला सब किछ मैला, जो मन मैला है तो सब किछ ही मैला, ते सारे कर्म भी मैले ते सारे मैल दे पासे ही साडी करनी बनी रहंदी। ਅਸੀਂ ਜਦੋਂ जब तक मन दे विचों मैल नहीं निकलेगी तब तक ਸਾਡੇ ਕਰਮ ਵੀ ਪਵਿੱਤਰ ਨਹੀਂ ਹੋਣਗੇ। ਬੜੇ ਅੱਛੇ ਤਰੀਕੇ ਨਾਲ ਆਪ ਜੀ ਨੇ। ਹਾਂਜੀ ਇੱਕ ਸੈਕਿੰਡ ਸਤਬੀਰ ਜੀ ਜੀ ਵੀਰ ਜੀ, ਪਿਛਲੇ ਬੰਦ ਵਿੱਚ ਵੀ ਕੀ ਆਇਆ ਸੀ ਨਾ, ਕਿ ਕਹਿੰਦੇ ਆ ਵੀ ਸਤਿਗੁਰੂ ਕਹਿ ਰਹੇ ਸੀ ਸਭ ਕੁਛ ਪਾਏ, ਉੱਥੇ ਵੀ ਲਫ਼ਜ਼ ਆਇਆ ਸੀ ਸਭ ਕੁਛ ਪਾਏ। ਪਿਛਲੇ ਬੰਦ ਵਿੱਚ ਜਿਹੜਾ ਆਪਾਂ ਪੜ੍ਹ ਕੇ ਆਏ ਨਾ, ਪਿਛਲੇ ਬੰਦ ਵਿੱਚ ਸਤਿਗੁਰੂ ਕਹਿ ਰਹੇ ਸਭ ਕੁਛ ਪਾ। ਹੁਣ ਇੱਥੇ ਵੀ ਜਿਹੜਾ ਲਫ਼ਜ਼ ਆਇਆ ਮਨ ਮੈਲਾ ਸਭ ਕੁਛ ਮੈਲਾ, ਉੱਥੇ ਕਹਿੰਦੇ ਸਭ ਕੁਛ ਪਾਏ। ਜਦੋਂ ਮਨ ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ ਫਿਰ ਉਹ ਜਿਹੜਾ ਸਭ ਕੁਛ ਸੀ ਨਾ, ਪਾਪ ਸੰਸਾਰ ਤਨ, ਉਸਨੂੰ ਸਭ ਕੁਛ ਆਖਦੇ। ਕਹਿੰਦੇ ਉਹ ਵੀ ਹੁਣ ਉਹ ਨਾਮ ਦੀ ਪ੍ਰਾਪਤੀ ਕਰ ਲੈਂਦਾ, ਨਾਮ ਨੂੰ ਪ੍ਰਾਪਤ ਕਰ ਲੈਂਦਾ, ਸਭ ਕੁਛ ਪਾ ਲੈਂਦੇ। ਉਹ ਸਾਰੇ ਇੰਦਰੀ ਗਿਆਨ ਇੰਦਰੀ ਰੋਮ ਰੋਮ ਨੂੰ ਕਹਿੰਦੇ ਉਹ ਸਾਰੇ ਕੁਛ ਵੀ ਨਾਮ ਨੂੰ ਪ੍ਰਾਪਤ ਕਰ ਲੈਂਦੇ। ਜਿਹੜਾ ਪਹਿਲਾਂ ਸਭ ਕੁਛ ਮੈਲਾ ਸੀ ਉਹ ਸਭ ਕੁਛ ਨਿਰਮਲ ਹੋ ਗਿਆ, ਜਿਸ ਨੂੰ ਉੱਥੇ ਆਖਣਾ ਨਾ ਮਨ ਮੈਲਾ ਸਭ ਕੁਛ ਮੈਲਾ। ਪਿਛਲੇ ਬੰਦ ਚ ਉਸੇ ਨੂੰ ਆਖ ਕੇ ਗਏ ਨੇ ਸਤਿਗੁਰੂ ਜੀ, ਉਹ ਸਭ ਕੁਛ
ਪਾਏ ਕੀ ਪ੍ਰਾਪਤ ਕਰ ਲੈਂਦੇ, ਜਿਹੜਾ ਸੱਚਾ ਮਨ ਦੇ ਅੰਦਰ ਵਸਿਆ ਹੈ ਉਸੇ ਸੱਚੇ ਨੂੰ ਉਹ ਵੀ ਸਾਰੇ ਪਾ ਲੈਂਦੇ ਨੇ। ਦਿੰਦਾ ਕੌਣ ਹੈ? ਸੁੱਖਾਂ ਦਾ ਦਾਤਾ ਮਨ। ਉਹਨਾਂ ਨੂੰ ਵੀ ਮਨ ਉਹ ਚੀਜ਼ ਦੇ ਦਿੰਦਾ ਤੇ ਉਹ ਸਾਰੇ ਕੁਛ ਵੀ ਜਿਹੜੇ ਪਹਿਲੇ ਸਭ ਕਿਛ ਮੈਲਾ ਸੀ ਉਹ ਸਭ ਕਿਛ ਵੀ ਨਾਮ ਨੂੰ ਪਾ ਲੈਂਦੇ ਹਨ। ਹਾਂਜੀ जी भी जी, ਅੱਜ 2 ਪਦਿਆਂ ਦਾ ਪਾਠ ਹੋਇਆ ਔਰ ਰਲ ਮਿਲ ਕੇ ਪਾਠ ਕਰ ਲਈਏ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ, ਉਪਰੰਤ ਫਿਰ ਕੁਐਸਚਨ ਆਨਸਰ ਸੈਸ਼ਨ ਦੀ ਆਰੰਭਤਾ ਹੋਣੀ ਹੈ। ਗੁਰ ਸੇਵਾ ਤੇ ਸਭ ਕਿਛ ਪਾਏ, ਹਉ ਮੈਂ ਮੇਰਾ ਆਪ ਗਵਾਏ, ਆਪੇ ਕਿਰਪਾ ਕਰੇ ਸੁਖ ਦਾਤਾ, ਗੁਰ ਕੈ ਸ਼ਬਦੇ ਸੁਹਾਏ। गुर का शब्द अमृत है वाणी, अनदिन हर का नाम वखाणी, हर हर सच्चा वसै घट अंतर, सो घट निर्मल ताहा है। हर हर सच्चा वसै घट अंतर, सो घट निर्मल ताहा है। होइयां बेअंत भुलां दी खिमा, वाहिगुरू जी का खालसा वाहिगुरू जी की फतेह। जी तजिंदर ਵੀਰ ਜੀ। ਵੀਰ ਜੀ ਨਵਜੋਤ ਪੀਜੀ ਦਾ ਕੱਲ ਆਡੀਓ ਔਨ ਨਹੀਂ ਹੋ ਪਾਇਆ ਸੀਗਾ, ਉਹਨਾਂ ਦਾ ਕੁਐਸਚਨ ਸੀਗਾ। ਵੀਰ ਜੀ ਆਪਣੀ ਇੱਕ ਵਾਰੀ ਆਡੀਓ ਔਨ ਕਰ ਲਓ ਨਵਜੋਤ ਵੀਰ ਜੀ। ਜੀ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਤੇਜਿੰਦਰ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਆਇਆਂ ਨੂੰ। ਜੀ ਵੀਰ ਜੀ। सत श्री अकाल मक्खी जी जी। मेरा क्वेश्चन भूपिंदर वीर जी से था। भूपिंदर वीर जी, जब आप इंदौर आए थे तो आपने क्वेश्चन एक डिस्कशन चल रहा था, तो था तू कुंडरे मेजी नामा। इसमें आपने कृष्ण के बारे में वीर जी कुछ डिस्कशन किया था, क्या आप उसको थोड़ा सा इलैबोरेट कर सकते हैं जी? हेलो भूपेंद्र ਵੀਰ ਜੀ। ਨਵਜੋਤ ਵੀਰ ਜੀ, ਸ਼ਬਦ की ਸਕਰੀਨ ਤੇ ਨਹੀਂ ਹੈ ਤੇ ਇਮੀਡੀਏਟਲੀ ਇਸ ਤਰ੍ਹਾਂ ਫਿਰ ਕਈ ਵਾਰੀ ਡਿਸਕ੍ਰਾਈਬ ਕਰਨਾ ਥੋੜਾ ਜਿਹਾ, ਅਗਰ ਭੁਪਿੰਦਰ ਵੀਰ ਜੀ ਨੂੰ ਯਾਦ ਹੈ, ਨਹੀਂ ਤੇ ਫਿਰ ਇਹ ਸ਼ਬਦ ਇਹਦਾ ਜਵਾਬ ਅਗਰ 5 ਮਿੰਟ ਬਾਅਦ ਦੇ ਦੇਣ, ਅਗਰ ਭੁਪਿੰਦਰ ਵੀਰ ਜੀ ਨੂੰ ਠੀਕ ਲੱਗੇ ਤੇ मैं एक बार ना रिपीट कर देना। ਭੁਪਿੰਦਰ ਵੀਰ ਜੀ ਤੁਹਾਨੂੰ ਚੇਤੇ ਹੈ ਤੇ ਬੇਸ਼ੱਕ ਉਹਨੇ ਦੇ ਦਿਓ, अगर नहीं तो फिर 5 मिनट बाद। भूपेंद्र भाई जी, आप जब इंदौर आए थे तब आपने शब्द का जिक्र किया था, तो कुंडरे मेजी नामा कृष्ण जी के बारे में आपने कुछ बताया था। समथिंग ब्लर है, प्लीज एक्सप्लेन कर दीजिए प्लीज। अब नवजोत जी, इफ आई रिकॉल, ਜਦੋਂ ਸਾਡਾ ਮਨ ਦੀ ਅਵਸਥਾ ਸਾਂਝ ਦੀ ਹੁੰਦੀ ਹੈ ਨਾ, ਸਾਂਝ ਕਹਿੰਦੇ ਨੇ ਈਵਨਿੰਗ ਜੀ, ਸਾਡਾ ਮਨ ਸਾਂਵਲਾ ਹੁੰਦਾ ਹੈ, ਨਾ ਤਾਂ ਸਾਰਾ ਦਿਨ ਹੈ ਤੇ ਨਾ ਟੋਟਲ ਰਾਤ ਵੀ ਹੈ, ਪਰ ਵੀ ਆਰ ਹੈਡਿੰਗ ਟੂਵਰਡਸ ਰਾਤ ਅੰਧੇਰਾ। ਉਹ ਜਿਹੜਾ ਸਾਂਵਲਾਪਨ ਹੈ ਨਾ ਮੇਰੇ ਮਨ ਦਾ, ਉਹ ਸਾਂਵਲਾਪਨ ਨੂੰ ਕ੍ਰਿਸ਼ਨ ਕਹਿੰਦੇ ਨਾ ਕ੍ਰਿਸ਼ਨ ਸਾਂਵਲਾ। ਪਰ ਉਹ ਪੂਰੀ ਗੱਲ ਜੇ ਅਸੀਂ ਸਮਝਣੀ ਹੋਵੇ ਨਾ ਤਾਂ ਜਦੋਂ ਸ਼ਾਮ ਔਰ ਸ਼ਾਮ ਦੇ ਨਾਲ ਰਾਤ ਦਾ ਅੰਧੇਰਾ, ਉਹਨੂੰ ਕਹਿੰਦੇ ਨੇ ਸਾਂਝ ਪਰੀ ਦਹਿਦੀ ਸੰਧਿਆਰਾ। ਮੇਰਾ ਸਾਰਾ ਥਾਟ ਪ੍ਰੋਸੈਸ, ਮੇਰੇ ਸਾਰੇ ਇੰਦਰੀ ਗਿਆਨੇਂਦਰੀ ਸਭ ਚ ਹਨੇਰਾ ਹੋ ਗਿਆ। ਸੋ ਸਾਂਝ ਤੋਂ ਹਨੇਰੇ ਤੋਂ ਨਿਕਲ ਕੇ ਜਾਣ ਤੱਕ ਜਦੋਂ ਅਗਲੇ ਦਿਨ ਪ੍ਰਭਾਤ ਹੁੰਦੀ ਹੈ, ਇਸ ਅਵਸਥਾ ਨੂੰ, ਮੇਰੇ ਮਨ ਦੀ ਇਸ ਅਵਸਥਾ ਨੂੰ ਕ੍ਰਿਸ਼ਨ ਕਹਿੰਦੇ ਨੇ। ਡਜ਼ ਇਟ ਮੇਕ ਸੈਂਸ? ਆਈ ਕੈਨ ਨਾਟ ਰੀਕਾਲ ਦਾ ਫੁੱਲ ਪੈਕੇਜ ਨਵਜੋਤ ਜੀ, ਕਿਉਂਕਿ ਜਦੋਂ ਅਸੀਂ ਗੱਲ ਕਰ ਰਹੇ ਹੁੰਦੇ ਹਾਂ ਤੇ ਬੜੀਆਂ ਸਾਰੀਆਂ ਗੱਲਾਂ ਇਨ ਲਿੰਕ ਹੁੰਦੀਆਂ ਨੇ, ਰੀਇਨਫੋਰਸ ਹੁੰਦੀਆਂ ਨੇ। ਹਰਵਿੰਦਰ ਵੀਰ ਜੀ, ਜਿਹੜਾ ਕੱਲ ਲਾਈਨ ਆਈ ਸੀ ਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ, ਰੱਬ ਦੀ ਮਾਇਆ ਦਾ ਜਿਹੜੀ ਗੱਲ ਪੇ ਚਲਦੀ ਸੀ ਨਾ, ਸ਼ਾਇਦ ਉਸ ਪ੍ਰਥਾ ਹੀ ਕਹਿੰਦੇ ਪਏ ਨਾ। ਅਸੀਂ ਕੱਲ ਵੀ ਕੋਈ ਸ਼ਬਦ ਵਿਚਾਰ ਕੀਤਾ ਸੀ ਵੀ ਕਲ ਵਾਲੀ ਸ਼ਰਾਂ ਨਿਬੇੜੀ ਕਾਜੀ ਕ੍ਰਿਸ਼ਨਾ ਹੋਆ। ਕ੍ਰਿਸ਼ਨਾ ਹੋਆ ਤੋਂ ਇੱਥੇ ਪਾਓ ਕਰਪਟ ਹੋ ਗਿਆ। ਬੇਸਿਕ ਅਸੀਂ ਕਹਿੰਦੇ ਜਿਸ ਨਾਰਮਲੀ ਅਸੀਂ ਕਹਿੰਦੇ ਬਲੈਕ ਮਨੀ ਕਾਲੀ ਥੋੜੀ ਨਾ ਹੁੰਦੀ ਹੈ। ਜੇ 2000 ਦੀ ਨੋਟ ਰੈਗੂਲਰ ਜੋ ਹੈ ਉਹ ਸੇਮ 2000 ਦੀ ਨੋਟ ਹੈ, ਲੇਕਿਨ ਉਹ ਕਰਪਟ ਮੀਨਸ ਦੇ ਨਾਲ ਕਮਾਈ ਗਈ ਹੈ, ਅਸੀਂ ਤਾਂ ਕਰਕੇ ਉਹਨੂੰ ਕਹਿੰਦੇ ਆ ਬਲੈਕ ਮਨੀ। ਹਰਵਿੰਦਰ ਵੀਰ ਜੀ ਰਿਪੀਟ ਕਰਿਓ ਤੁਕੇ ਵਾਲੀ। ਉਹ ਜਿਹੜੀ ਲਾਈਨ ਸੀ ਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ, ਨਾਚਣਾ। ਉਹ ਜਿਹੜੇ ਸਾਰੇ ਜੀ ਜੰਤ ਨੇ ਨਾ, ਉਹ ਤੇਰੀ ਬਣਾਈ ਹੋਈ ਜਿਹੜੀ ਮਾਇਆ ਹੈ ਨਾ,
ਉਹਦੀਆਂ ਖੇਡਾਂ ਨੱਚਦੇ ਪਏ ਨੇ। ਕ੍ਰਿਸ਼ਨਾ ਤੇ ਜਾਣੋ, ਕ੍ਰਿਸ਼ਨਾ ਇੱਥੇ ਵਰਡ, ਕਿਉਂਕਿ ਕ੍ਰਿਸ਼ਨਾ ਦਾ ਜਿਹੜਾ ਰੂਪ ਉਹ ਸਾਵਲਾ ਮੰਨਿਆ ਗਿਆ, तो दूजी पंक्ति ਜਿਹੜਾ ਮੈਂ ਸਪੋਰਟ ਕਰਨ ਵਾਸਤੇ ਉਹਨੂੰ ਕੋਟ ਕਰਦੇ ਪਏ ਸੀ, ਉਹ ਪੰਕਤੀ ਸੀ ਵੀ ਉਹ कल वाली शरा निबेड़ी काजी कृष्णा हुआ। कृष्णा हुआ तो काजी थोड़ी ना कृष्णा बन जाएगा, काजी ने काजी है, कृष्णा हुआ तो वो करप्ट हो गया, वो काले व्यवहार वाले हो गया। वो दूजा भी आंदा ना भी वो काजी कूड़ बोल माल खाए, ब्राह्मण नावे जियां खाए, भी वड्डी लैके हक गवाए। वो रिश्वत खा के काजी का काम हुंदा सी फैसले करना, तो कोई करदा की कहंदे वड्डी लैके हक गवाए। वो पाउल लोगों को पैसे लैके जिहड़ा ना गलत फैसले करदा है। ਇੱਥੇ ਜਿਹੜਾ ਕ੍ਰਿਸ਼ਨਾ ਵਰਡ ਆਂਦਾ ਪਿਆ ਨਾ, ਕ੍ਰਿਸ਼ਨਾ ਤੇ ਜਾਣੋ ਹਰ ਹਰ ਨਾਚੰਤੀ, ਇੱਥੇ ਕ੍ਰਿਸ਼ਨਾ ਤੋਂ ਪਾਓ ਮਾਇਆ। ਜਿਹੜਾ ਅਸੀਂ ਕਹਿੰਦੇ ਵੀ ਸਾਨੂੰ ਕੁਝ ਦਿਨ ਪਹਿਲਾਂ ਵੀ ਗਿਆ ਸੀ ਵੀ ਉਹ ਬਿਕ ਅੰਮ੍ਰਿਤ ਜਾ ਰਿਹਾ ਹੈ ਜਾਂ ਅੰਧੇਰਾ ਚਾਨਣ, ਬੇਟਾ ਵੀ ਇਹ ਹਨੇਰੇ ਵਾਲਾ ਜਿਹੜਾ ਐਸਪੈਕਟ ਹੈ ਨਾ, ਜਿਹੜਾ ਮਾਇਆ ਦਾ ਪ੍ਰਭਾਵ ਹੈ ਨਾ, ਉਸ ਪੱਖੋਂ ਉਸ ਉਤਨੀ ਉਸ ਲਾਈਨ ਤੇ ਹੀ ਡੁੱਬਦੀ ਹੋਈ ਗੱਲ ਹੈ, ਕ੍ਰਿਸ਼ਨਾ ਤੇ ਜਾਣੋ ਹਰ ਹਰ ਨਾਚੰਤੀ। ਹਾਂਜੀ 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 ਵੀਰ ਦਾ ਸਵਾਲ ਕਲੀਅਰ ਹੋਇਆ? नवजोत जी, भूपिंदर वीर जी शायद कुछ बोल रहे थे। हाँ जी नवजोत जी, तुसी जिस शब्द चो बोल रहे हो उसी शब्द चो है हुणे हरविंदर जी ने पंक्ति कोट कीती है। ਉਹਦੇ ਚ ਨਾ ਅਸੀਂ ਕ੍ਰਿਸ਼ਨਾ ਫੁੱਲ ਪੈਕੇਜ ਸਮਝਾਂਗੇ ਨਾ ਤਾਂ ਫਿਰ ਸਾਨੂੰ ਪਹਿਲਾਂ ਪੂਰਾ ਸ਼ਬਦ ਲੈਣਾ ਪਏਗਾ। ਹਾਲਾਂਕਿ ਮੈਂ ਸ਼ਬਦ ਫੁੱਲ ਡੈਪਥ ਵਿੱਚ ਨਹੀਂ ਕੀਤਾ ਹੋਇਆ, ਪਰ ਮੈਂ ਥੋੜਾ ਜਿਹਾ ट्राई कर सकता कि ये जिहड़ा शब्द है, ये शब्द जी पहल सोई चंद चढ़ा से तारे वाला भी नहीं, कृष्णा ते नाचंती वाला जिहड़ा है ना, अच्छा वो पहल पुरसा बिरा अथोन पुरसाद मेरा। हाँ जी हाँ जी वही है, पहले पूरी पुंडर कमल। हाँ, ये जिहड़ा है ना, ये नामदेव जी का शब्द है और नामदेव जी अपनी अंदर दी जिहड़ी उन्हां दी नवीं सृष्टि बनी है ना, जिस सदका बनी है और जिसके कारण उन्हां दी सारी सृष्टि इंद्रे ज्ञानेंद्रे भी रोम रोम जिहड़ी उन्होंने कुदरत अपनी अंदर दी साजी है, पहला अपने आप नूं साजिया उन्होंने सतगुर दी मत लैके, फिर दूई कुदरत साजी है उन्होंने, फिर अपने सारे अंगां नूं साजिया, उन्होंने निवाजिया, उन्होंने कुदरत दा सच दा विजडम दा नियम समझाया। ये उस अवस्था नूं नामदेव जी मान चुके ने। इस अवस्था विच जे असीं इस नूं लवांगे ना तां इहदा पहला रहाव देख लीए। इहदा रहाव है पहल पुरसा बिरा। वो जिहड़ा पुरुष है ना, पुरुष नूं असी पंजाबी च मोस्टली लफज बोलते हैं पुरख। ये जिहड़ा है ना, सब तो पहला ये मन पुरुष ने सतगुर दी मत दी विजडम दा प्रकाश लिया। फिर उस तो बाद आंदा है, मैं अपने स्क्रीन पे खोल लूँगा क्योंकि इतने काफी छोटा फॉन्ट है। पहल पुरसाबरा अथोन पुरसा दमरा, ये फिर उसने अपने उस तो बाद पहला लैके फिर अपने सारे अंगां नूं वंडिया। बीच थोड़ा क्लोज आयो, मैं बड़ा कर रहा। अच्छा, फिर उसने अपने ना सारे अंगां नूं विजडम वंड दिती, जिन्हों असीं पढ़ रहे हैं ना आसा की वार विच। इस एंगल तो आसा की वार करने मैं अज 12 साल हो गए ने, हुणे मैं कंप्लीट नहीं हाँ उहदे च और कंप्लीट ते कदी भी नहीं कर सकांगा, पर आई एम स्लोली गोइंग इनटू आसा की वार फ्रॉम फर्स्ट पौड़ी अप टू 24th पौड़ी, ऑल इंटरलिंक्ड, लाइक जिस तरह असीं जपजी विचारते पे हाँ। पहली पौड़ी अंदर मन नूं अपने आप की साधना करन दी अकल देंदे ने, जिन्हों असीं उस दिन डिस्कस कीता सी स्वै भंग कहंदे ने। ते वो अपने एक एक लो अंग अंग विच अपने खंड ब्रह्मंड विच प्रकाश कर लैंदा है ते सारे अंगां नूं साजदा है और दूई कुदरत साजिए कर आसन डिठो चाओ और बड़े चाव दे नाल इस नूं माणदा है।
ਇਹ ਉਸ ਅਵਸਥਾ ਵਿੱਚ ਨਾਮਦੇਵ ਜੀ ਪਹੁੰਚ ਕੇ ਇਹ ਵਾਲਾ ਸ਼ਬਦ ਸਾਨੂੰ ਬਿਆਨ ਕਰ ਰਹੇ ਨੇ। ਇਹਦੇ ਵਿੱਚ ਕਹਿੰਦੇ ਨੇ ਅਥੋਨ ਪੁਰਸਾਦ ਦਮਰਾ। ਇਹ ਦਮਰਾ ਜਿਹੜਾ ਹੈ ਨਾ ਭਾਵ ਉਹ ਵੀ ਸਾਰਾ ਵਿਜ਼ਡਮ ਬਾਅਦ ਵਿੱਚ ਉਹਨਾਂ ਨੂੰ ਦਿੰਦਾ ਹੈ। ਅਸਗਾ ਅਸ ਉਸਗਾ, ਅਸਗਾ ਹੁੰਦਾ ਹੈ ਪਹਿਲਾਂ ਮਨ ਕੀ ਮਤ ਉਹ ਆਪਣੀ ਚਲਾਉਂਦਾ ਸੀ, ਪਰ ਉਹਨੇ ਹੁਣ ਵਿਜ਼ਡਮ ਦੇ ਨਾਲ ਉਹਨੂੰ ਇੱਕ ਮਿਕ ਕਰ ਦਿੱਤਾ, ਆਪਣੀ ਮਨ ਕੀ ਮਤ ਛੱਡ ਦਿੱਤੀ। ਇਹਨੂੰ ਕਹਿੰਦੇ ਨੇ ਇੱਕ ਜੋਤ ਦੋ ਮੂਰਤੀ ਹੋ ਗਿਆ। ਉਹਨੇ ਮਨ ਕੀ ਮਤ ਛੱਡ ਦਿੱਤੀ। ਜਦੋਂ ਇੱਕ ਜੋਤ ਹੋ ਜਾਂਦਾ ਨਾ, ਇਹਨੂੰ ਕਹਿੰਦੇ ਨੇ ਅਸਗਾ ਅਸ ਉਸਗਾ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਇਹਦੇ ਪਿੰਦੀ ਕੀ ਹੈ? ਪਿੰਦੀ ਉਹਦਾ ਮਨ ਹੈ। ਮਨ ਦੇ ਅੰਦਰ ਗੁਰ ਦਰਿਆ ਵਾਲਾ, ਗੁਰ ਸਾਗਰ ਰਤਨੀ ਭਰਪੂਰੇ ਵਾਲੀ ਮਤ ਪ੍ਰਾਪਤ ਹੋ ਜਾਂਦੀ ਹੈ ਤਾਂ ਹਰ ਕਾ ਬਾਗਰਾ ਉਹਦਾ ਸਾਰੀ ਸ੍ਰਿਸ਼ਟੀ ਬਾਗ ਬਣ ਜਾਂਦੀ ਹੈ। ਇਹ ਬਾਗ ਜਿਹੜੀ ਬਣ ਜਾਂਦੀ ਹੈ ਨਾ ਉਹਦੀ ਸ੍ਰਿਸ਼ਟੀ, ਉਹ ਸੰਤੋਖੀ ਹੋ ਜਾਂਦਾ ਹੈ। ਬਾਗ ਮਨ ਖਿੜਿਆ ਹਰਿਆ ਬਾਗ, ਮਨ ਦੇ ਅੰਦਰ ਕੌਲ ਫੁੱਲ ਖਿਲਣੇ, ਕਮਲ ਫੁੱਲ ਦਾ ਪ੍ਰਤੀਕ ਹੈ ਸੰਤੋਖ ਪ੍ਰਾਪਤ ਹੋਣਾ ਔਰ ਤ੍ਰਿਸ਼ਨਾ ਦੇ ਜਲ ਤੋਂ ਉੱਪਰ ਹੋ ਜਾਣਾ। ਇਹ ਕਮਲ ਫੁੱਲ ਦਾ। ਹੁਣ ਉਹ ਦੱਸਦੇ ਨੇ ਕਿ ਇਹ ਕਿਸ ਤਰ੍ਹਾਂ ਹਰ ਕਾ ਬਾਗਰਾ ਸੋਹਣਾ ਬਾਗ ਬਣ ਗਿਆ ਔਰ ਇਹ ਬਾਗ ਲੋਟਸ ਫਲਾਵਰ ਵਾਲਾ ਬਣਿਆ, ਕਮਲ ਫੁੱਲਾਂ ਵਾਲਾ ਬਣਿਆ। ਨਾਚੈ ਪਿੰਦੀ ਮੈਂ ਸਾਗਰਾ। ਉਹਦਾ ਇਹ ਨਾਚੈ ਕੀ ਹੈ? ਨਾਚੈ ਹੁੰਦਾ ਹੈ ਜਦੋਂ ਜਮਾ ਦੀ ਮਤ ਤੇ ਮੇਰਾ ਮਨ ਔਰ ਇੰਦਰੇ ਗਿਆਨ ਇੰਦਰੇ ਨੱਚਦੇ ਸੀ ਨਾ, ਤਾਂ ਇਹਨੂੰ ਜਿੱਥੇ ਮਰਜੀ ਨਚਾ ਲੈਂਦੇ ਸੀ। ਪਰ ਜਦੋਂ ਕਬੀਰ ਸਾਹਿਬ ਇੱਕ ਜਗ੍ਹਾ ਕਹਿੰਦੇ ਨਾ ਅਬ ਮੋਏ ਨਾਚਨੋਂ ਨਾ ਆਵੇ, ਮੇਰਾ ਮਨ ਮੰਦਲੀਆ ਨਾ ਬਜਾਵੇ, ਤਾਂ ਉਹ ਡਿਫਰੈਂਟ ਵਿਕਾਰਾਂ ਦੀ ਟਿਊਨ ਤੇ ਨਹੀਂ ਨੱਚਦੇ ਨੇ। ਫਿਰ ਕਿਹਦੀ ਟਿਊਨ ਤੇ ਨੱਚਦੇ ਨੇ? ਉਹਨੂੰ ਕਹਿੰਦੇ ਨੇ ਨਾਚ ਰੇ ਮਨ ਗੁਰ ਕੇ ਆਗੇ। ਨਾਚ ਰੇ ਮਨ ਗੁਰ ਕੇ ਆਗੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਸਾਹਮਣੇ ਗੁਰੂ ਬਿਠਾਇਆ ਹੋਇਆ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨੱਚਣਾ ਹੈ। ਨਾਚ ਰੇ ਮਨ ਗੁਰ ਕੇ ਆਗੇ ਦਾ ਮਤਲਬ ਹੁੰਦਾ, ਆਗੇ ਦਾ ਮਤਲਬ ਹੁੰਦਾ ਉਹਨੂੰ ਫੋਲੋ ਕਰਨਾ। ਬਈ ਜਿਸ ਤਰ੍ਹਾਂ ਉਹਨੇ ਕਿਹਾ ਉਸ ਤਰ੍ਹਾਂ ਲੈ ਕੇ ਅੱਗੋਂ ਤੋਂ ਉਹਨੂੰ ਫੋਲੋ ਕਰਕੇ ਟਿਊਨਡ ਹੋ ਜਾਣਾ। ਹਰ ਕਾ ਬਾਗਰਾ ਪਿੰਦੀ ਮੈਂ ਸਾਗਰਾ। ਉਹਦੀ ਸੋਚ ਦੇ ਅੰਦਰ, ਮਨ ਦੀ ਸੋਚ ਦੇ ਅੰਦਰ ਸਾਗਰ ਵਾਲੀ ਮਤ ਆ ਗਈ ਤਾਂ ਉਹਦਾ ਸਾਰਾ ਕੁਝ ਟਿਊਨਡ ਹੋ ਜਾਂਦਾ ਹੈ। ਨਾਚੇ ਦਾ ਮਤਲਬ ਅਸੀਂ ਟਿਊਨਡ ਲਵਾਂਗੇ। ਜਿਹਨੂੰ ਕਹਿੰਦੇ ਨਾ ਗੁਰ ਕਾ ਸ਼ਬਦ ਬਣਾਵੋ ਇਹ ਮਨ, ਫਿਰ ਉਹ ਬਣ ਜਾਂਦਾ ਹੈ। ਹੁਣ ਇਸ ਤੋਂ ਬਾਅਦ ਉਹ ਦੱਸਦੇ ਨੇ ਇਹ ਜਿਹੜਾ ਬਾਗ ਬਣਿਆ, ਇਹ ਜਿਹੜਾ ਬਾਗ ਬਣਿਆ ਨਾ, ਪਹਿਲ ਪੂਰੀ ਇਹ ਪੁੰਡਰਕ ਵੰਨਾ। ਸਭ ਤੋਂ ਪਹਿਲਾਂ ਮਨ ਖਿੜਿਆ ਬਾਗ ਬਣਿਆ ਔਰ ਇਹਦੇ ਚ ਕਮਲ ਫੁੱਲ ਖਿਲੇ। ਤਾਂਚੇ ਹੰਸਾ ਸਗਲੇ ਜਨਾ। ਇਹ ਜਨਾ ਕੌਣ ਹੈ? ਰੋਮ ਰੋਮ ਇੱਕ ਇੱਕ ਅੰਗ ਸਾਰੇ ਹੰਸ ਬਣ ਗਏ। ਸਾਰੇ ਹੁਣ ਨਿਖੇੜਾ ਕਰ ਸਕਦੇ ਨੇ ਵਟ ਇਜ਼ ਰਾਈਟ ਵਟ ਇਜ਼ ਰੋਂਗ, ਕਿਉਂਕਿ ਇਹਨਾਂ ਦੀ ਮਨ ਪਿੰਡੀ ਦੇ ਅੰਦਰ ਵਿਵੇਕ ਬੁੱਧੀ ਦੀ ਪੂਰੀ ਮਤ ਹੈ। विवेक बुद्धि वाला को कबीर में सोगुर पाया जाका नाव विवेको वाली इनू मत प्राप्त हो गई है। तांचे हंसा सगले जना कृष्णा ते जानो हर हर नाचनती नाचना। ये जड़ा हुन कृष्णा है ना, कृष्णा पूरा पैकेज है। पहला शाम तो हनेरा, हनेरे तो प्रकाश तक पहुंचण तक ये पूरा कंप्लीट। सो असी प्रकाश पहुंचण तक अल्टीमेटली असी इसनू पॉजिटिव सेंस विच लवांगे कि पहला मन अते मन करके सारे अंग सारी सृष्टि रोम रोम हनेरे विच सी, प्रकाश होया कृष्णा ते कृष्णा उनकी हो गया मन की मत तो विजडम वाली मत प्राप्त हो गई। सो कृष्णा ते जानू असी लवांगे मन की मत ने सतगुरु दी मत दा प्रकाश भाव प्रभात शाम तो रात, रात तो मॉर्निंग वाली प्राप्त कर लिए। मॉर्निंग नू की कहते ने फिर चढ़ा दिवस गुरबाणी गावे, चानन हो गया, हमेशा लिए चानन हो गया। इसी नू असी पावन गुरु पानी पिता माता धरत मात दिवस ये वाला दिवस कहते हैं। सो अगे चल के कहते ने नाचंती गोपी जना,
ਇਹ ਨਾਚੰਤੀ ਗੋਪੀ ਜਨਾ ਕੀ ਹੈ? ਸਤਿਗੁਰ ਦੀ ਮੱਤ ਲੈ ਕੇ ਸਾਰੀਆਂ ਨਾੜੀਆਂ ਰੋਮ ਰੋਮ ਤੱਕ, ਜਿੱਥੇ ਤੱਕ ਸਾਨੂੰ ਨਾ ਪਹਿਲਾਂ ਲੋਭ ਰਤ ਪਹੁੰਚਾਉਂਦੀਆਂ ਸੀ ਤ੍ਰਿਸ਼ਨਾ ਵਾਲੇ ਜਲ ਦਾ। जी ए लाइन दोबारा पढ़ियो, कोई शायद मिस्टेक हो गई है। जी जी नहीं वीर जी, और रहावली तो पहले एक्सप्लेन हो चुकी है, इसलिए उसको अगली तो के साथ तो वीर जी ओके जी ओके। रहाव पहला एक्सप्लेन हो चुका है। ਰਹਾਉ ਅਸੀਂ ਲਿਆ ਵੇ, ਉਹ ਨਾਮਦੇਵ ਜੀ ਦੱਸ ਰਹੇ ਨੇ ਵੀ ਸਭ ਤੋਂ ਪਹਿਲਾਂ ਮਨ ਪੁਰਸ਼ ਨੇ ਕੀ ਲਿਆ, ਅਤੇ ਲੈਣ ਤੋਂ ਬਾਅਦ ਰਹਾਉ ਦੀਆਂ ਨਾ ਇੱਥੇ 4 ਪੰਕਤੀਆਂ ਨੇ। ਪਹਿਲ ਪੁਰਸਾਬਰਾ, अथोन पुरसा दमरा, असगा अस उसगा, और फिर उस तो बाद आखिरी पंक्ति हर का बागरा नाचे पिंदी में सागरा। इत्थे तक 4 पंक्तियां रहाउ दियां जी। एग्री। जब तुसी ਇਹ ਪੜਿਆ ਨਾ ਕ੍ਰਿਸ਼ਨਾ ਤੇ ਜਾਣਿਓ ਹਰ ਹਰ ਨਾਚੰਤੀ, ਨਾਚੰਨਾ ਹੈਗਾ ਵੀ ਜੀ, ਤੁਸੀਂ ਕੁਝ ਹੋਰ ਵਰਡ ਪੜ੍ਹਦਿਆ ਸੀਗਾ, ਮੈਂ ਇਸ ਕਰਕੇ ਕਿਹਾ ਸੀ ਨਾਚੰਨਾ। अच्छा, आई एम सॉरी। या तो ਇਹ ਜਿਹੜਾ ਰਹਾਉ ਵਾਲੀ ਜਿਹੜੀ ਗੱਲ ਉਹਨੇ ਦੱਸੀ ਹੈ ਨਾ, ਇਸ ਇਹ ਜਿਹੜਾ ਹਰ ਕਾ ਬਾਗਰਾ ਜਿਹੜਾ ਬਣਿਆ ਹੈ ਨਾ, ਇਹ ਉਹਨਾਂ ਦੱਸਿਆ ਵੀ ਸਭ ਤੋਂ ਪਹਿਲਾਂ ਕੀ ਹੋਇਆ, ਤ੍ਰਿਸ਼ਨਾ ਤੋਂ ਉੱਪਰ ਉੱਠਣ ਵਾਲਾ ਕਮਲ ਫੁੱਲ ਵਾਲਾ ਬਾਗ ਬਣ ਗਿਆ ਅੰਦਰ। ਇਸ ਕਰਕੇ ਉਹ ਪਹਿਲੇ ਪਦੇ ਤੋਂ ਬਾਅਦ ਮੈਂ ਨਾ ਸਿੱਧਾ ਦੂਜੇ ਪਦੇ ਤੇ ਆਇਆ। ਇੱਥੇ ਮੈਂ ਲਫ਼ਜ਼ ਵਰਤ ਰਿਹਾ ਸੀ, ਪੜ ਰਿਹਾ ਸੀ, ਨਾਚੰਤੀ ਗੋਪੀ ਜਨਾ। ਗੋਪੀ ਜਨਾ ਅਸੀਂ ਇੱਥੇ ਲਵਾਂਗੇ ਕਿ ਸਾਰੀਆਂ ਨਾੜੀਆਂ ਜਿਹੜੀਆਂ ਪਹਿਲਾਂ ਸਾਡੀਆਂ ਨਾ ਸਰੀਰਕ ਨਾੜੀਆਂ ਨਾ ਸਾਰੇ ਅੰਗਾਂ ਨੂੰ ਨਾ ਬਲੱਡ ਦਿੰਦੀਆਂ ਨੇ। ਧਾਰਮਿਕ ਦੁਨੀਆ ਵਿੱਚ ਅਸੀਂ ਨਾੜੀਆਂ ਨੂੰ ਇਸ ਤਰ੍ਹਾਂ ਕੰਸੀਡਰ ਕਰਾਂਗੇ ਕਿ ਇਹ ਦੁੱਧ ਰੂਪੀ ਬਲੱਡ ਦਿੰਦੀਆਂ ਨੇ। ਪਹਿਲਾਂ ਲੋਭ ਰੂਪੀ ਬਲੱਡ ਦਿੰਦੀਆਂ ਸੀ, ਸਾਰੀਆਂ ਉਸ ਟਿਊਨਡ ਹੋ ਚੁੱਕੀਆਂ ਨੇ, ਤੇ ਨਈਆ ਤੇ ਬੈਰੇ ਕੰਨਾ ਇਹ ਇਹਨਾਂ ਦੇ ਵਾਸ ਕੁਛ ਨਹੀਂ ਸੀ, ਅਨਲੈਸ ਇਸ ਬੋਡੀ ਦਾ ਮਾਲਕ ਮਨ ਲੋਭ ਰਤ ਛੱਡ ਕੇ ਵਿਜ਼ਡਮ ਲੈ ਕੇ ਇਹਨਾਂ ਨੂੰ ਸਤਿਗੁਰ ਦੀ ਮੱਤ ਦਿੰਦਾ। ਸਤਿਗੁਰ ਦੀ ਮੱਤ ਉਹਦੀ ਪਿੰਡੀ ਅੰਦਰ ਆ ਚੁੱਕੀ ਹੋਈ ਹੈ, ਉਹ ਹੁਣ ਇਹਨਾਂ ਸਾਰਿਆਂ ਨੂੰ ਵੰਡਦਾ ਹੈ। ਤਰਕ ਨਾਚਾ ਮੈਂ ਬੜਾ ਕੁਇਕ ਕਰ ਰਿਹਾ, ਬਹੁਤ ਡੀਪਲੀ ਉਹਦੇ ਅੰਦਰ ਨਹੀਂ ਜਾ ਰਿਹਾ, ਲੇਕਿਨ ਆਊਟਲਾਈਨ ਜਿਹੜੀ ਤਰਕ ਨਾਚਾ, ਹੁਣ ਇਹਦੇ 'ਚ ਕੋਈ ਤਰਕ ਨਹੀਂ ਰਿਹਾ, ਕੋਈ ਤਰਕ ਕੱਢ ਹੀ ਨਹੀਂ ਸਕਦਾ, ਕਿਉਂਕਿ ਉਹ ਲੋਭ ਰਤ ਵੱਲੋਂ ਟਰਾਂਸਫਾਰਮ ਹੋ ਕੇ ਤ੍ਰਿਸ਼ਨਾ ਜਲ ਤੋਂ ਛੁੱਟ ਕੇ ਸੰਤੋਖ ਦਾ ਬਾਗ ਹੈ ਉਹਦੇ ਕੋਲ, ਸੰਤੋਖ ਦੀ ਮੱਤ ਸਾਰੇ ਰੋਮ ਰੋਮ ਵਿੱਚ ਵੰਡ ਰਿਹਾ ਹੈ। ਲੋਭ ਰਤ ਦੇ ਬਦਲੇ ਹੁਣ ਤਰਕ ਰਿਹਾ ਨਹੀਂ, ਜੇ ਤਰਕ ਕਰੋ ਤਾਂ ਭ੍ਰਮ ਫਿਰ ਭਟਕਣਾ ਪੈ ਜਾਂਦਾ। ਇਸ ਕਰਕੇ ਦੇਰ ਇਜ਼ ਨੋ ਭਟਕਣਾ ਐਟ ਆਲ। ਕੇਸ਼ਵਾ ਬਚਾਉਣੀ, ਇਹ ਜਿਹੜਾ ਕੇਸ਼ਵਾ ਬਚਾਉਣੀ ਹੈ ਨਾ, ਨਿਜ ਘਰ ਦੀ ਮੱਤ ਨੂੰ ਕਹਿੰਦੇ ਨੇ। ਜਦੋਂ ਅਸੀਂ ਕਹਿੰਦੇ ਨਾ ਕੇਸੋ ਕੇਸੋ ਕੂਕੀ ਹੈ, ਕੇਸੋ ਕੇਸੋ ਕੂਕੀ ਦਾ ਮਤਲਬ ਹੁੰਦਾ ਰੋਮ ਰੋਮ ਕਰਕੇ ਕੂਕਣਾ, ਪੁਕਾਰ ਕਰਨਾ। ਸਾਡੀ ਇਸ ਸਾਰੀ ਜਿਹੜੀ ਹੈ, ਸਾਰਾ ਸਾਡਾ ਸਰੀਰ ਹੈ ਨਾ, ਇਸ ਸਰੀਰ ਦੇ ਅੰਦਰ ਜਿੱਥੇ ਜਿੱਥੇ ਇੱਕ ਇੱਕ ਰੋਮ ਹੈ ਨਾ, ਉਹਨੂੰ ਮੋਰੀਆਂ ਕਹਿੰਦੇ ਨੇ। ਮੋਰੀਆਂ ਨੂੰ ਦਵਾਰ ਕਹਿੰਦੇ ਨੇ, ਦਵਾਰਕਾ ਨਗਰੀ ਕਹਿੰਦੇ ਨੇ। ਇਸ ਸਾਰੇ ਸਰੀਰ ਨੂੰ ਦਵਾਰਕਾ ਨਗਰੀ ਕਹਿੰਦੇ ਨੇ। ਦਵਾਰਕਾ ਨਗਰੀ ਕਾਹੇ ਕੇ ਮਗੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ ਸ਼ਬਦ ਆਂਦਾ ਹੈ ਉਹਦੇ ਚ, ਖੂਬ ਤੇਰੀ ਪਗੜੀ ਮੀਠੇ ਬੋਲਦੇ, ਉਹਦੇ ਵਿੱਚ ਕਹਿੰਦੇ ਨੇ ਦਵਾਰਕਾ ਨਗਰੀ ਕਾਹੇ ਕੇ ਮਗੋਲ। ਹੁਣ ਇਸ ਦਵਾਰਕਾ ਨਗਰੀ ਅੰਦਰ ਮਗੋਲ ਦਾ ਮਤਲਬ ਹੈ ਵਿਕਾਰ ਜਮ ਕੁਛ ਨਹੀਂ ਕਰ ਸਕਦੇ। ਸੋ ਦਵਾਰਕਾ ਨਗਰੀ ਵੀ ਅਸੀਂ ਜਿਓਗ੍ਰਾਫੀਕਲ ਧਰਤੀ ਨਹੀਂ ਲੈ ਰਹੇ, ਦਵਾਰਕਾ ਨਗਰੀ ਅਸੀਂ ਇਸ ਸਰੀਰ ਨੂੰ ਸਮਝਦੇ ਹਾਂ, ਔਰ ਇਸ ਸਰੀਰ ਦੇ ਅੰਦਰ ਸਤਿਗੁਰ ਦੀ ਮੱਤ ਜਿੱਥੇ ਨਿਜ ਘਰ ਦੇ ਅੰਦਰ ਸਾਨੂੰ ਪ੍ਰਾਪਤ ਹੋਈ ਹੈ, ਉਸ ਨੂੰ ਕਹਿੰਦੇ ਨਿਜ ਘਰ ਦੀ ਮੱਤ ਨਾਲ ਆਲ ਆਰਗਨਸ ਆਰ ਟਰਾਂਸਫਾਰਮਡ। ਉਹਨਾਂ ਨੂੰ ਕਹਿੰਦੇ ਨੇ ਅਈਏ ਮਈਏ ਇੱਕ ਆਨ ਜੀਓ। ਉਹਨੂੰ ਸਾਰੇ ਚੰਗੇ ਖਿਆਲ ਆਉਂਦੇ ਨੇ ਔਰ ਮੰਦੇ ਖਿਆਲ ਵਾਲਾ ਜਲ ਚਲਾ ਜਾਂਦਾ ਹੈ। ਸੋ ਚੰਗੇ ਮੰਦੇ ਖਿਆਲ ਆਉਣ ਨਾਲ ਨਵਾਂ ਉਹਦਾ ਜੀਵਨ ਬਣ ਗਿਆ, ਵਿਕਾਰਾਂ ਤੋਂ ਰਹਿਤ। ਪਿੰਦੀ ਉਭਕਲੇ ਸੰਸਾਰਾ, ਇਹ ਪਿੰਦੀ ਚੋਂ ਭਰ ਭਰ ਕੇ, ਜਿਸ ਤਰ੍ਹਾਂ ਰਹਿਟ ਦੀਆਂ ਟਿੰਡਾਂ ਹੁੰਦੀਆਂ ਨੇ ਨਾ, ਇਸ ਤਰ੍ਹਾਂ ਭਰ ਭਰ ਕੇ ਇੱਕ ਇੱਕ ਅੰਗ ਨੂੰ ਦਿੰਦਾ ਹੈ। ਤੇ ਜਿੰਦਰ ਜੀ ਉਸ ਦਿਨ ਤੁਸੀਂ ਪੁੱਛਿਆ ਸੀ ਨਾ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਟਾਕੀਆਂ। ਤੇਜਿੰਦਰ ਜੀ ਜੀ ਵੀ ਜੀ 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 ਘੜ ਭਾਂਡੇ ਇੱਟਾਂ ਕੀਆਂ,
और तिथे कड़िया सुरत मत मन बुद्ध और रोम रोम करके सारी सृष्टि नूं सतगुर दी मत दिती जाती है। जदों मन कोल विजडम होती है ते भर भर के उन्हां सारियां नूं दिंदी है। पिंडी पिंडी उभकले संसारा, ये सारी सृष्टि संसार शुरू होया मन दे थॉट प्रोसेस तो, ਉਹਦੇ ਕਾਰਨ ਸਾਰੀ ਸ੍ਰਿਸ਼ਟੀ ਤੇ ਸਤਿਗੁਰ ਦੀ ਮੱਤ ਦੀ ਬਾਰਿਸ਼ ਭ੍ਰਮ ਭ੍ਰਮ ਆਏ ਤੁਮਚੇ ਦੁਆਰਾ। ਇਹ ਸਤਿਗੁਰ ਦੀ ਮੱਤ ਉਹਦੇ ਕੋਲੋਂ ਕਿਹਨਾਂ ਨੇ ਮੰਗੀ ਸੀ? ਮਨ ਨੇ ਰੱਬ ਜੀ ਕੋਲੋਂ, ਨਿਜਕਰ ਵਸਦੇ ਰੱਬ ਜੀ ਕੋਲੋਂ ਮੰਗੀ। ਪਰ ਮਨ ਨੂੰ ਸਾਰੇ ਅੰਗ ਕਹਿੰਦੇ ਸੀ ਤੁਸੀਂ ਸਾਨੂੰ ਮਨ ਕੀ ਮਤ ਤ੍ਰਿਸ਼ਨਾ ਵਾਲੀ ਮਤ ਦੇ ਨਾਲ ਦੁਖੀ ਰੱਖਦੇ ਹੋ, ਕਾਈਂਡਲੀ ਹੈਲਪ ਅਸ। एती मार पई कुरलाने तै की दर्द ना आया। असी सारे डिस्टर्ब होंदे आ, दुखी होंदे आ, तां हुण असी सारे तां सारी दुनिया स्वाद ले लेने। सो वी आर अल्टीमेटली एट योर डोर। मन निज कर दे डोर विच है, निज कर दे नाल मर्ज हो चुका होया मन। तू कौन रे? हुण सारे अंग पुछदे ने आप कौन है जिन्होंने हमको ये सतगुर की मत दी, जो पिंडी अंदर सागरा करके तुसी सानू उड़ेल उड़ेल के नौ निदां दा खजाना दे रहे हो, तुसी कौन हो? तो कहंदा मैं जी नामा। ये मैं जी नामा केड़ी अवस्था है जदों मन रब नाल मर्ज हो चुका है। जदों वो मन ओदे नाल मर्ज हो चुका है ना, तो कहंदा मैं जी नामा। वो सारे एकदम कहंदे हो जी वाह जी वाह, सर जी कमाल हो गई। ਤੁਹਾਡੇ ਕਾਰਨ ਇਹ ਸ਼ਬਦ ਅੱਗੇ ਕੀ ਹੈ ਦਿਖਾਣਾ ਸਕਰੀਨ ਤੇ। ਤੇਜਿੰਦਰ ਜੀ, ਸਤਵੀਰ ਜੀ, ਵੀਰ ਜੀ ਸਕਰੀਨ ਤੇ ਹੀ ਹੈਗਾ। ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। हाँ, अब परंपरा है तुमचे द्वारा तू कौन रे ਦੂਜਾ ਸ਼ਬਦ ਨਾਮਾ। ਇਹ ਨਾ ਇਹਨੂੰ ਨਾ ਅਸੀਂ ਇੰਜ ਵੀ ਸਮਝ ਸਕਦੇ ਹਾਂ ਤੇਜਿੰਦਰ ਜੀ ਕਿ ਜਦੋਂ ਮੰਨ ਲਿਆ ਕੋਈ ਪਿਤਾ ਸਵੇਰੇ ਸਵੇਰੇ ਕੰਮ ਤੇ ਚਲਾ ਗਿਆ, ਉਹਨੂੰ ਬੱਚਿਆਂ ਨੇ ਵੇਖਿਆ ਹੀ ਨਹੀਂ, ਉਹ ਕੰਮ ਤੇ ਚਲਾ ਗਿਆ, ਰਾਤੀ ਆਇਆ ਬੱਚੇ ਸੋ ਗਏ ਸੀ। ਇੱਕ ਦਿਨ ਬੱਚੇ ਦੇਖਦੇ ਨੇ ਅੱਜ ਨਾ ਕੋਈ ਸਾਡੇ ਘਰ ਫਰੂਟ ਲੈ ਕੇ ਆਇਆ ਹੈ, ਗਿਫਟ ਲੈ ਕੇ ਆਇਆ, ਬੜਾ ਕੁਝ ਸਮਾਨ ਲੈ ਕੇ ਆਇਆ। ਉਹ ਮੰਮੀ ਨੂੰ ਪੁੱਛਦੇ ਨੇ ਮੰਮੀ ਇਹ ਕੌਣ ਹੈ? ਮੰਮੀ ਕਹਿੰਦੀ ਹੈ ਤੁਹਾਡਾ ਪਾਪਾ ਹੈ। ਇੰਜ ਇਹਨਾਂ ਇੱਕ ਦੁਨਿਆਵੀ ਐਗਜ਼ਾਮਪਲ ਹੈ ਕਿ ਉਹ ਸਾਰੇ ਪੁੱਛ ਰਹੇ ਨੇ ਕੌਣ ਹੈ, ਤਾਂ ਉਹ ਕਹਿੰਦਾ ਮੈਂ ਜੀ ਨਾਮਾ, ਮੈਂ ਉਹ ਨਾਮਾ ਹਾਂ ਜੋ ਰੱਬ ਜੀ ਨਾਲ ਮਰਜ ਹੋ ਗਿਆ, ਸਤਿਗੁਰ ਦੀ ਮੱਤ ਲੈ ਕੇ ਤੁਹਾਨੂੰ ਸਾਰਿਆਂ ਨੂੰ ਬਣ ਰਿਹਾ। ਤੂੰ ਕੌਣ ਰੇ? ਮੈਂ ਜੀ ਨਾਮਾ। ਅੱਗੇ ਥੱਲੇ ਆਲਾ ਤੇ ਨਿਵਾਰਨਾ ਜਮ ਕਾਰਨਾ। ਹੋ ਜੀ, ਉਹ ਸਾਰੇ ਕਹਿੰਦੇ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। ਅਸੀਂ ਸਾਰੇ ਜਮ ਭਾਵ ਤ੍ਰਿਸ਼ਨਾ ਰੂਪੀ ਉਸ ਭਟਕਣਾ ਤੋਂ ਛੁੱਟ ਗਏ ਹਾਂ ਤੁਹਾਡੇ ਕਾਰਨ। ਇਸ ਕੇਜ, ਇਸ ਜਿਹੜਾ ਸਾਡੀ ਮਨ ਕੀ ਮਤ ਦਾ ਜਾਲ ਸੀ ਨਾ, ਜਿਹੜਾ ਸਾਨੂੰ ਫਾਈ ਪਈ ਹੋਈ ਸੀ ਨਾ, ਜਿਹੜਾ ਅਸੀਂ ਜੇਲ੍ਹ ਦੇ ਅੰਦਰ ਸੀ ਨਾ, ਅਸੀਂ ਸਾਰੇ ਉਹਦੇ ਤੋਂ ਮੁਕਤ ਹੋ ਗਏ ਹਾਂ। ਇਹ ਮੁਕਤ ਹੋਣ ਦੀ ਅਵਸਥਾ ਹੈ, ਨਾਮਦੇਵ ਜੀ ਕਹਿੰਦੇ ਨੇ। ਸੋ ਇਹਦੇ ਵਿਚਕਾਰ ਮੇਨ ਪੁਆਇੰਟ ਆਇਆ ਜਿਹੜਾ ਨਵਜੋਤ ਜੀ ਤੁਸੀਂ ਪੁੱਛਿਆ ਕ੍ਰਿਸ਼ਨਾ ਤੇ ਨਾਚੰਤੀ ਵਾਲਾ। ਕਲੀਅਰ ਹੋ ਗਿਆ? ਜੀ 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 ਥੈਂਕ ਯੂ ਜੀ। ਬਹੁਤ ਵਧੀਆ ਐਕਸਪਲੇਨ ਕੀਤਾ ਵੀਰ ਜੀ, ਬਹੁਤ ਸੋਹਣਾ ਵੀਰ ਜੀ। ਇੱਕ ਸ਼ਬਦ ਬਹੁਤ ਸੋਹਣਾ ਐਕਸਪਲੇਨ। ਇੱਕ ਚੀਜ਼ ਮੈਂ ਧਿਆਨ ਦਿਵਾਉਣਾ ਚਾਹ ਰਿਹਾ ਥੋੜਾ ਜਿਹਾ। ਰਿਕੁਐਸਟ ਵੀਰ ਜੀ ਪਲੀਜ਼ ਆਡੀਓ ਨਹੀਂ ਵਿਚਾਰ ਆਨ ਕਰੋ। ਕ੍ਰਿਸ਼ਨਾ ਅੱਖਰ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਆ ਰਿਹਾ ਨਾ, ਕ੍ਰਿਸ਼ਨਾ ਦੇ ਜ਼ਿਕਰ ਕੀਤਾ ਹੈ। ਕ੍ਰਿਸ਼ਨਾ ਅੱਖਰ ਦੇ ਇੱਕ ਅਰਥ ਨਹੀਂ ਹਨ। ਕ੍ਰਿਸ਼ਨਾ ਅੱਖਰ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਆ ਰਿਹਾ ਹੈ ਪਰਮਾਤਮਾ ਲਈ ਵੀ ਆ ਰਿਹਾ ਹੈ। ਕ੍ਰਿਸ਼ਨਾ ਅੱਖਰ ਜਿਹੜਾ ਆ ਰਿਹਾ ਹੈ ਵਿਸ਼ਨੂੰ ਜੀ ਦੇ ਅਵਤਾਰ ਕ੍ਰਿਸ਼ਨ ਜੀ ਲਈ ਵੀ ਆ ਰਿਹਾ ਹੈ। ਕ੍ਰਿਸ਼ਨਾ ਅੱਖਰ ਮਾਇਆ ਦਾ ਵੀ ਅਰਥ ਬਣਦਾ ਹੈ, ਮਾਇਆ ਕਰਕੇ ਵੀ ਆ ਰਿਹਾ ਹੈ। ਕ੍ਰਿਸ਼ਨਾ ਅੱਖਰ ਦਾ ਇੱਕ ਹੋਰ ਅਰਥ ਬਣਦਾ ਹੈ ਕਾਲਾ, ਕਾਜ਼ੀ ਕ੍ਰਿਸ਼ਨਾ ਹੋਆ ਜਿਹੜਾ ਅੱਖਰ ਆਂਦਾ ਹੈ ਨਾ, ਪਾਓ ਕਾਜ਼ੀ ਜਿਹੜਾ ਹੈ ਕਾਲੇ ਦਿਲ ਵਾਲਾ ਹੋ ਗਿਆ, ਉੱਥੇ ਕਾਲਾ ਕਰਕੇ ਆਇਆ। ਕਾਜੀ ਕ੍ਰਿਸ਼ਨਾ ਹੋਆ ਕਰਕੇ ਪੰਕਤੀ ਆਂਦੀ ਗੁਰੂ ਗ੍ਰੰਥ ਸਾਹਿਬ ਵਿੱਚ। ਤੇ ਚਾਰ ਰੂਪ ਸਾਨੂੰ ਜਿਹੜੇ ਚਾਰੋਂ ਹੀ ਰੂਪਾਂ ਵਿੱਚ ਕ੍ਰਿਸ਼ਨਾ ਅੱਖਰ ਆਂਦਾ, ਪਰਮਾਤਮਾ ਲਈ ਵੀ, ਵਿਸ਼ਨੂੰ ਜੀ ਦੇ ਅਵਤਾਰ ਲਈ ਵੀ, ਮਾਇਆ ਲਈ ਵੀ ਤੇ ਕਾਲਾ ਕਰਕੇ ਵੀ।
ਉਹ ਸਾਨੂੰ ਸਮਝਣ ਦੀ ਲੋੜ ਹੈ ਕਿ ਸਰੂਪ ਵਿੱਚ ਕਦੋਂ ਆਉਂਦਾ ਹੈ। ਸੁਖਿੰਦਰ ਵੀਰ ਜੀ, ਤੁਸੀਂ ਕੁਝ ਐਡ ਕਰਨਾ ਚਾਹੋਗੇ ਅਸੀਂ ਸ਼ਬਦ ਬਾਬਤ ਜਾਂ ਕੋਈ ਹੋਰ ਵਿਚਾਰ ਨਾਲ ਸਾਂਝ ਪਾਣੀ ਵੀਰ ਜੀ ਨੇ ਵੈਸੇ ਬਹੁਤ ਅੱਛਾ ਐਕਸਪਲੇਨ ਕਰ ਦਿੱਤਾ, ਸਾਰੇ ਐਂਗਲ ਵੀਰ ਜੀ ਨੇ ਕਵਰ ਕਰ ਦਿੱਤੇ ਹੈ। ਸਿਰਫ ਅਸੀਂ ਇੰਨਾ ਕੀ ਕਰ ਲਈਏ, ਜਿਹੜਾ ਥੱਲੇ ਆਇਆ ਨਾ ਜੰਮ ਕਾਰਣਾ, ਇੱਥੇ ਜਿਹੜਾ ਕ੍ਰਿਸ਼ਨ ਲਫ਼ਜ਼ ਰਿਲੇਟ ਕਰ ਸਕਦੇ ਨਾ ਅਸੀਂ, ਉਹ ਜੰਮ ਵਾਲੀ ਮੱਤ ਦੇ ਨਾਲ ਰਿਲੇਟ ਕਰਨਾ, ਕਿਉਂਕਿ ਉਹ ਜੰਮ ਵਾਲੀ ਮੱਤ ਨਿਵੇਦ ਦਿੱਤੀ ਹੈ। ਇਹ ਜਿਹੜਾ ਹੁਣ ਬਾਗ ਬਣਿਆ ਨਾ, ਇਹ ਹਰਕਾ ਬਾਗਰਾ ਬਣਿਆ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਨਾ, ਪਹਿਲਾਂ ਇਹ ਪਹਿਲਾਂ ਜਿਹੜੀ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰ, ਇਹ ਜੰਮ ਕੀ ਸਰਕਾਰ, ਭਾਵ ਜੰਮ ਵਾਲਾ ਬਾਗ ਸੀ, ਪਹਿਲਾਂ ਜਮਾ ਰੂਪੀ ਬਾਗ ਸੀ, ਅਸੀਂ ਇਵੇਂ ਵੀ ਕਹਿ ਸਕਦੇ ਜੰਮ ਨਗਰੀ ਸੀ ਜਿਹੜੀ ਪਹਿਲਾਂ, ਉਹ ਹੁਣ ਸ਼ਿਵ ਕੀ ਨਗਰੀ ਬਣ ਗਈ ਹੈ, ਸੱਚਖੰਡ ਬਣ ਗਿਆ, ਜਾਂ ਹਰਕਾ ਬਾਗਰਾ ਬਣ ਗਿਆ, ਹਰਜੀਓ ਕੀ ਸਰਕਾਰ ਜਿੱਥੇ ਚੱਲ ਰਹੀ ਹੈ। ਉਹਦੇ ਵਿੱਚ ਹੁਣ ਜਿਹੜਾ ਅੰਦਰ ਖੂਹ ਸੀ ਨਾ, ਅੰਦਰ ਕੂਠਾ ਅੰਮ੍ਰਿਤ ਭਰਿਆ ਆਪਾਂ ਵੀ ਕਹਿੰਦੇ ਨੇ, ਉਹ ਹੁਣ ਅੰਦਰਲੇ ਖੂਹ ਦੇ ਵਿੱਚ ਪਹਿਲਾਂ ਤਾਂ ਕ੍ਰਿਸ਼ਨਾ ਦਾ ਜਲ ਵਗਦਾ ਸੀ, ਤੇ ਜਿਹੜੀਆਂ ਟਿੰਡਾਂ ਹੁੰਦੀਆਂ ਨੇ, ਜੋ ਖੂਹ ਦੇ ਵਿੱਚ ਜਲ ਹੋਏਗਾ ਟਿੰਡਾਂ ਤਾਂ ਉਹੀ ਕੱਢ ਕੇ, ਟਿੰਡਾਂ ਨੇ ਉਹੀ ਕੱਢਣੀ ਆ, ਤੇ ਅੱਗੇ ਬਾਹਰ ਕੀ ਕਹਿੰਦੇ ਸਾਰਿਆਂ ਨੂੰ ਉਹ ਪਾਣੀ ਅੱਗੇ ਦੇ ਦਿੰਦੀਆਂ ਸਨ, ਵੰਡ ਦਿੰਦੀਆਂ ਸਨ। ਹੁਣ ਅੰਦਰਲੇ ਕੂਠਾ ਦੇ ਵਿੱਚ ਅੰਮ੍ਰਿਤ ਭਰਿਆ ਗਿਆ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਹੈ। ਉਹ ਜਿਹੜੀ ਉਹ ਟਿੰਡਾਂ ਅੰਦਰ ਜਾਂਦੀ ਹੈ ਤਾਂ ਸਿਰਫ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਹੀ ਨਿਕਾਲਦੀਆਂ ਨੇ। ਉਹ ਪਿੰਦੀ ਉਬਕਲੇ ਸਾਰਾ, ਹੁਣ ਸਿਰਫ ਹਰ ਕਾ ਨਾਮ ਰੂਪੀ ਅੰਮ੍ਰਿਤ ਜਲ ਨਿਕਲ ਰਿਹਾ ਹੈ। ਤੇ ਅੱਗੇ ਜਿਹੜੇ ਜਿਸ ਨੂੰ ਇੱਥੇ ਸਤਿਗੁਰੂ ਜੀ ਨੇ ਨਾਚੰਤੀ ਗੋਪੀ ਜਨਾ ਕਹਿ ਰਿਹਾ ਨਾ, ਮਤਲਬ ਭਾਵ ਉਸ ਬਾਗ ਦੇ ਵਿੱਚ ਜਿਤਨੇ ਵੀ ਜੋ ਵੀ ਚੀਜ਼ਾਂ ਨੇ ਉਸ ਬਾਗ ਵਿੱਚ, ਉਸ ਨੂੰ ਹੁਣ ਮਨ ਅੰਦਰਲੇ ਕੂਠਾ ਵਿੱਚੋਂ ਅੰਮ੍ਰਿਤ ਰੂਪੀ ਜਲ ਨਿਕਾਲ ਕੇ ਉਹਨੂੰ ਅੰਮ੍ਰਿਤ ਰੂਪੀ ਜਲ ਹੀ ਦੇ ਰਿਹਾ ਹੈ। ਹੁਣ ਟਿੰਡਾਂ ਦੇ ਵਿੱਚ ਜਿਹੜੀਆਂ ਟਿੰਡਾਂ ਥੱਲੇ ਜਾਂਦੀਆਂ ਪਾਣੀ ਲੈਣ, ਸਿਰਫ ਅੰਮ੍ਰਿਤ ਰੂਪੀ ਜਲ ਹੀ ਨਿਕਲ ਰਿਹਾ। ਪਹਿਲਾਂ ਕੀ ਸੀ ਉਹਦੇ ਵਿੱਚ? ਦੁਰਮਤ ਰੂਪੀ ਜਲ, ਤ੍ਰਿਸ਼ਨਾ ਰੂਪੀ ਜਲ, ਜਿਸ ਨੂੰ ਜੰਮ ਕਾਰਣਾ ਵੀ ਕਹਿ ਰਹੇ ਸਨ। ਪਹਿਲਾਂ ਜੰਮ ਰੂਪੀ, ਜੰਮ ਦੀ ਮਤ ਰੂਪੀ ਤ੍ਰਿਸ਼ਨਾ ਰੂਪੀ ਪਾਣੀ ਸੀ ਉਹਦੇ ਵਿੱਚ, ਉਹ ਹੁਣ ਹਰਿਕਾ ਬਾਹਰ ਕਾ ਬਾਗਰਾ ਬਣ ਗਿਆ, ਭਾਵ ਉੱਥੇ ਹੁਣ ਉਹ ਅੰਦਰ ਕੂਠਾ ਅੰਮ੍ਰਿਤ ਭਰਿਆ ਦੇ ਮੁਤਾਬਕ, ਅੰਦਰ ਹੁਣ ਖੂਹ ਦੇ ਵਿੱਚ ਜੇ ਅੰਮ੍ਰਿਤ ਹੀ ਭਰਿਆ ਤਾਂ ਟਿੰਡਾਂ ਉਹੀ ਨਿਕਾਲ ਰਹੀਆਂ ਨੇ, ਭਾਵ ਮਨ ਹੁਣ ਅੰਦਰੋਂ ਆਪਣੇ ਨਾਮ ਰੂਪੀ ਜਲ ਹੀ ਨਿਕਾਲ ਰਿਹਾ ਹੈ, ਉਹਦੇ ਅੰਦਰ ਨਾਮ ਹੀ ਵਸਿਆ ਹੈ। ਤੇ ਦੂਜਿਆਂ ਨੂੰ ਵੀ ਗੋਪੀ ਜਨ ਵੀ ਨਚੰਤੀ ਗੋਪੀ ਜਨਾ, ਭਾਵ ਜਿਹੜੇ ਉਹ ਜਿਨ੍ਹਾਂ ਨੂੰ ਅੱਗੇ ਵੀ ਨਾਮ ਮਨ ਨਾਮ ਵੰਡ ਰਿਹਾ, ਉਹ ਵੀ ਹੁਣ ਕਰੈ ਭਗਤ ਆਨੰਦ, ਉਹ ਜਿਸ ਨੂੰ ਆਪਾਂ ਉਹਦੇ ਵਿੱਚ ਕਹਿੰਦੇ ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਏ, ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ। ਸੋ ਉੱਥੇ ਲਿਖ ਬੋਲ ਰਿਹਾ ਕਰੈ ਆਨੰਦ, ਉਰੇ ਕਹਿ ਰਹੇ ਨੇ ਨਾਚੰਤੀ ਗੋਪੀ ਜਨਾ, ਉਹ ਹੁਣ ਗੁਰੂ ਦੀ ਸਿੱਖਿਆਵਾਂ ਦੇ ਅੱਗੇ ਨੱਚ ਰਹੇ ਨੇ, ਭਾਵ ਆਨੰਦ ਕਰ ਰਹੇ ਨੇ, ਉਹਨਾਂ ਨੂੰ ਵੀ ਮਨ ਸੱਚ ਰੂਪੀ ਦਾਤ ਦੇ ਰਿਹਾ ਹੈ। ਹਾਂਜੀ ਜੀ, ਇੱਥੇ ਮੈਂ ਨਾਮਾ ਕਰਕੇ ਆਇਆ ਹੈ ਭਗਤ ਨਾਮ ਜੀ, ਤੇ ਹੁਣ ਭਗਤ ਨਾਮ ਜੀ ਜਿਹੜੇ ਸ਼ਬਦ ਨਾਲ ਇਕਮਿਕ ਹੋ ਗਏ ਹਨ, ਤੇ ਨਾਮਦੇਵ ਰਹੇ ਵੀ ਕੋਈ ਭੇਦ ਹੈ ਐਸੇ ਕਲੀਅਰ ਕਰ ਜੀ। ਹਾਂਜੀ, ਨਾਮ ਦੇ ਕਹਿੰਦੇ ਨੇ, ਜਦੋਂ ਆਪਾਂ ਕਹਿੰਦੇ ਨੇ ਹਰ ਜਨ ਦੋਇ ਏਕ ਹੈ ਨਾ, ਹਰ ਜਨ ਐਸਾ ਚਾਹੀਏ ਜੈਸਾ ਹੋਏ, ਜਦੋਂ ਹੁਣ ਮਨ ਦੇ ਵਿੱਚ ਨਾਮ ਹੀ ਹੈ ਤਾਂ ਉਹਨਾਂ ਨੇ ਆਪਣਾ ਨਾਮ ਨਹੀਂ ਉਚਾਰ ਰਹੇ, ਉਹ ਕਹਿੰਦੇ ਨਹੀਂ ਮੈਂ ਨਾਮ ਹੀ ਬੋਲ ਰਹੀ। ਉਹ ਨਾਮ ਤੇ ਨਾਰਾਇਣ ਨਾ ਹੀ ਭੇਦ ਵਾਲੀ ਗੱਲ ਹੈ, ਇਹ ਉੱਥੇ ਉਹੀ ਗੱਲ ਕਹਿ ਰਹੇ ਨੇ, ਗੁਰਬਾਣੀ ਆਖਦੀ ਨਾ ਨਾਮੇ ਨਾਰਾਇਣ ਨਾ ਹੀ ਭੇਦ, ਨਾਰਾਇਣ ਨੂੰ ਹੀ ਨਾਮ ਵਾਲਾ ਲਫ਼ਜ਼ ਨਾਰਾਇਣ ਜੀ ਵਾਸਤੇ ਹੀ ਯੂਜ਼ ਹੋ ਰਿਹਾ। ਤੇ ਇੱਥੇ ਮਨ ਇਹ ਨਹੀਂ ਕਹਿ ਰਿਹਾ ਕਿ ਹੁਣ ਮੈਂ ਕੁਝ ਪ੍ਰਾਪਤ ਕੀਤਾ, ਕਹਿੰਦੇ ਨਹੀਂ, ਨਾਮਾ ਨਾਰਾਇਣ ਨਾ ਹੀ ਭੇਦ ਵਾਲੀ ਅਵਸਥਾ ਹੀ ਉੱਥੇ ਕਹਿ ਰਹੇ ਨੇ। ਉਹ ਆਪੋ ਬੋਲਣਾ ਜਾਣਦਾ ਹੈ, ਜੋ ਬੋਲ ਰਿਹਾ ਹੈ, ਇਹ ਜੋ ਐਕਸਪਲੇਨ ਕਰ ਰਿਹਾ, ਇਹ ਹੁਣ ਆਪੋ ਬੋਲਣਾ ਜਾਂਦਾ, ਮੈਂ ਕਿਹਾ ਸਭ ਹੁਕਮਾਓ ਜਿਉ, ਇਹ ਨਾਮੇ ਤੇ ਨਾਰਾਇਣ ਵਿੱਚ ਨਾ ਹੀ ਭੇਦ ਵਾਲੀ ਅਵਸਥਾ ਹੈ। ਜੀ, ਕਿਉਂਕਿ ਇਹ ਅਵਸਥਾ ਜਿਹੜੀ ਜ਼ਿਕਰ ਹੋ ਰਿਹਾ ਨਾ, ਜਬ ਹਮ ਹੋਤੇ ਤਬ ਤੂੰ ਨਹੀਂ, ਇਹ ਹੁਣ ਹਮ ਤੇ ਰਿਹਾ ਹੀ ਨਹੀਂ, ਤੇ ਮੈਂ ਭੁਪਿੰਦਰ ਵੀਰ ਜੀ ਕੁਝ ਆਖਣਾ ਚਾਹ ਰਹੇ ਹਨ ਜੀ। ਹਾਂਜੀ, ਤੁਹਾਡਾ ਕੁਐਸਚਨ ਬੜਾ ਬਰੀਕ ਹੈ, ਵਾਕਈ ਬੜਾ ਅੱਛਾ ਕੁਐਸਚਨ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਕਬੀਰ ਤੂੰ ਹੀ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ, ਇਹ ਕਿਹਦਾ ਸ਼ਲੋਕ ਹੈ? ਕਬੀਰ ਜੀ ਦਾ। ਕਿਹੜੇ ਵਾਲੇ ਕਬੀਰ ਜੀ ਦਾ? ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਬਨਾਰਸ ਰਹਿੰਦੇ ਸਨ। ਇਹ ਸ਼ਲੋਕ ਉਹਨਾਂ ਦਾ ਹੈ, ਪਰ ਉਹ ਕਹਿ ਰਹੇ ਨੇ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ, ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੈ ਸ਼ਰੀਰ।
ਮੈਂ ਜਾਂ ਦਿਨ ਕਬੀਰ ਜਾਂ ਦਿਨ ਹੋਮੋ ਪਾਛੇ ਪਿਆ ਨਾ, ਉਹ ਆਪਣਾ ਆਪਾ ਤੇ ਆਪਣੀ ਐਂਟੀਟੀ ਤੇ ਖਤਮ ਕਰ ਚੁੱਕੇ ਨੇ। ਇਹ ਹੁਣ ਬਨਾਰਸ ਵਾਲੇ ਕਬੀਰ ਦੀ ਗੱਲ ਹੀ ਨਹੀਂ ਚੱਲ ਰਹੀ। ਕਰੈਕਟ जी जी बहुत बहुत खूबसूरती नाल शब्द दे अर्थ निकल के आए ने। ਨਾਮਦੇਵ ਜੀ ਮਰਜ ਹੋ ਚੁੱਕੇ ਨੇ ਔਰ ਉਹ ਪਹਿਲੇ ਤਜਾ ਸਰੀਰ ਦੀ ਅਵਸਥਾ ਵਿੱਚ ਆ ਚੁੱਕੇ ਨੇ। ਔਰ ਇਹ ਹੁਣ ਇੱਕ ਕਿਸਮ ਦਾ ਇੰਜ ਮੰਨ ਸਕਦੇ ਆ, ਨਾਮਦੇਵ ਜੀ ਸਤਿਗੁਰ ਦੀ ਮੱਤ ਦੇ ਨਾਲ ਮਰਜ ਹੋ ਚੁੱਕੇ ਹੋਏ ਨੇ, ਤਾਂ ਮਾਨੋ ਇਹ ਰੱਬ ਹੀ ਬੋਲ ਰਿਹਾ ਹੈ। जी ਰੱਬ ਨਾਮਦੇਵ, ਇਹ ਸਿਰਫ ਲਫ਼ਜ਼ ਨੇ। ਸਮਝਣਾ ਤੇ ਅਸੀਂ ਅਸਲੀ ਗੱਲ ਹੈ ਕਿ ਮੇਰਾ ਸਾਰੀ ਸ੍ਰਿਸ਼ਟੀ, ਮੇਰਾ ਹਿਰਦਾ ਖਿੜਿਆ ਬਾਗ, ਕ੍ਰਿਸ਼ਨਾ ਦੇ ਜਲ ਤੋਂ ਕਿਵੇਂ ਛੁੱਟਾਂ, ਮੇਰਾ ਅੰਗ ਅੰਗ ਰੂਮ ਰੂਮ ਸਾਰਾ ਕਿਸ ਤਰ੍ਹਾਂ ਟਿਊਨਡ ਹੋ ਜਾਏ। ਇਹਦੇ ਨਾਚੰਤੀ ਲਫ਼ਜ਼, ਫੁੱਲ ਬੋਡੀ ਟਿਊਨਡ, ਗੁਰਮੁਖ ਨਾਦੰ, ਗੁਰੂ ਦੇ ਨਾਦ ਤੇ ਗੁਰੂ ਦੀ ਟਿਊਨ ਤੇ ਹੋ ਗਈ। ਇਹਨੂੰ ਹੀ ਕਹਿੰਦੇ ਨੇ ਜੇ ਜੁਗਚਾਰੇ ਆਰਜਾ ਉਰਦ ਸੁਣੀਏ, ਨਵਾਂ ਖੰਡਾ ਵੀ ਜਾਣੀਏ ਨਾਲ ਚੱਲੇ ਸਨ ਚੰਗਾ ਨਾ ਔਰ ਖਾਏ ਕੇ ਜਸ ਕਿਰ ਜਗਲੇ। ਇਹ ਸਿਫਤ ਸਲਾਹ ਵਾਲੇ ਬਣ ਗਏ ਸਾਰੇ ਅੰਗ, ਸਾਰੇ ਟਿਊਨਡ ਹੋ ਚੁੱਕੇ ਨੇ, ਹੁਣ ਰੱਬੀ ਗੁਣ ਹੀ ਗਾਉਂਦੇ ਹਨ। ठीक है जी जी वीर जी, बड़ी खूबसूरत विचार और बड़ी खूबसूरत डिस्कशन जी है निकल के आई है। ऐसी तरीके दे नाल रल मिल के होर